ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਵੀਰਵਾਰ ਦੀ ਸ਼ਾਮ ਹੈ, 8:40 ਹੋ ਚੁੱਕੇ ਨੇ। 14 ਅਕਤੂਬਰ ਸਨ 2021 ਦਾ ਦਿਨ ਤੇ ਨਾਨਕਸ਼ਾਹੀ ਸੰਮਤ 553 ਤੇ ਅੱਸੂ ਹੋ ਗਿਆ 29 ਦੀ ਅੱਜ ਸ਼ਾਮ ਤੇ ਦੁਸਹਿਰੇ ਦੀ ਆਮਦ। ਗੰਨੇ ਬਾਜ਼ਾਰਾਂ 'ਚ ਵਿਕ ਰਹੇ ਨੇ। 15 ਰੁਪਏ ਦਾ ਗੰਨਾ, 30 ਰੁਪਏ ਦਾ ਜੋੜਾ, 20 ਰੁਪਏ ਦਾ ਕੱਲਾ ਤੇ 40 ਰੁਪਏ ਦਾ ਜੋੜਾ। ਜੇ ਇਸ ਪਾ ਗੰਨਾ ਵਿਕੇ ਜੱਟ ਦੇ ਤਾਂ ਕੁਝ ਪੱਲੇ ਪੈਂਦਾ, ਪਰ ਇਹ ਜਿਹੜੇ ਹਿੰਮਤ ਕਰਦੇ ਨੇ ਟਰਾਲੀ ਲੱਦ ਲਿਆਉਂਦੇ ਨੇ ਉਹਨਾਂ ਨੂੰ ਫਿਰ ਗੰਨਾ ਸੋਨੇ ਦੇ ਭਾਅ ਵੇਚਦੇ ਨੇ। ਅਦਰਵਾਈਜ਼ ਗੰਨਾ ਤੇ ਕਾਸ਼ਤਕਾਰਾਂ ਨੂੰ ਪਤਾ ਕੀ ਭਾਅ ਵਿਕਦਾ। ਮੰਡੀਆਂ ਦੇ ਵਿੱਚ ਚਿੱਬੜ ਆ ਚੁੱਕੇ ਨੇ ਤੇ ਗੰਨਾ ਆ ਚੁੱਕਾ, ਪਰ ਅਜੇ ਰੁੱਤ ਨਹੀਂ ਹੈ। ਨਾ ਚਿੱਬੜਾਂ ਦੀ ਰੁੱਤ ਹੈ, ਨਾ ਗੰਨੇ ਦੀ ਰੁੱਤ ਹੈ। ਉਹ ਕਹਿੰਦੇ ਆ ਨਾ ਕਿ ਦੀਵਾਲੀ ਦੀਵਾ ਮੱਚਿਆ ਤੇ ਗੰਨਾ ਤੇ ਚਿੱਬੜ ਪੱਕਿਆ। ਅਜੇ ਕੱਚ ਹੈ ਥੋੜੀ ਜਿਹੀ ਉਹਦੇ ਵਿੱਚ, ਪਰ ਫਿਰ ਵੀ ਅਸੀਂ ਕਹਿੰਦੇ ਫਿਰ ਤਾਂ ਸਾਰੇ ਹੀ ਖਾਂਦੇ ਆ। ਫਾਇਦਾ ਤਾਂ ਹੋਣਾ ਕਿ ਜੇ ਹੁਣ ਖਾ ਸਕੀਏ। ਇਸ ਸਿਲਸਿਲੇ ਦੇ ਵਿੱਚ ਇਹ ਮੌਸਮ ਬਹਾਰ ਦੀ ਫਿਤਰਤ ਤੁਹਾਨੂੰ ਦੱਸੀ ਹੈ। ਸਿਆਸੀ ਲੋਕਾਂ ਦੀ ਫਿਤਰਤ ਜਿਹੜੀ ਹੈ ਉਹ ਪਤਾ ਹੀ ਤੁਹਾਨੂੰ ਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਕੋਲ ਤਲਬ ਹੋਏ ਨੇ ਤੇ ਇਧਰ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲ ਤਲਬ ਹੋ ਗਏ। ਆਪਣੀ ਨਵੀਂ ਨਵੇਲੀ ਨੂੰਹ ਰਾਣੀ ਆਪਣੇ ਬੇਟੇ ਆਪਣੀ ਵਾਈਫ ਦੇ ਨਾਲ ਸਿਸਵਾ ਮਹਿਲ ਦੇ ਵਿੱਚ ਪੁੱਜੇ ਨੇ ਅੱਜ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ। ਕਿਤੇ ਨਾ ਕਿਤੇ ਸਿੱਧੂ ਨੂੰ ਨਾਰਾਜ਼ਗੀ ਜ਼ਰੂਰ ਹੋਣੀ ਹੈ ਕਿ ਅੱਜ ਦਾ ਹੀ ਦਿਨ ਚੁਣਿਆ ਸੀ ਮੋਤੀਆਂ ਵਾਲੀ ਸਰਕਾਰ ਕੋਲ ਜਾਣ ਦਾ। ਹਾਲਾਂਕਿ ਸਹੁੰ ਚੁੱਕਣ ਤੋਂ ਦੂਜੇ ਦਿਨ ਹੀ ਜਾਣਾ ਸੀ, ਪਰ ਚੰਨੀ ਟਾਲਦੇ ਰਹੇ। ਵਿਆਹ ਸੀ, ਹੋਰ ਕਾਰਜ ਸੀ ਤੇ ਹੁਣ ਚੰਨੀ ਵੀ ਆਪਣੇ ਪੈਰ ਪਸਾਰਨ ਲੱਗੇ ਨੇ ਤੇ ਇਹਨੂੰ ਪ੍ਰੋਟੋਕੋਲ ਕਹਿ ਲਈਏ ਜਾਂ ਸ਼ਿਸ਼ਟਾਚਾਰ ਕਹਿ ਲਈਏ, ਪਰ ਫਿਰ ਵੀ ਅਸ਼ੀਰਵਾਦ ਲੈਣ ਆਪ ਪੁੱਜੇ ਨੇ। ਵੈਸੇ ਵੱਡੇ ਵੀ ਅਸ਼ੀਰਵਾਦ ਦੇਣ ਆਉਂਦੇ ਹੁੰਦੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਕੋਲ ਸਿਸਵਾ ਮਹਿਲ ਦੇ ਵਿੱਚ ਚੰਨੀ ਦਾ ਪੁੱਜਣਾ, ਖਾਸ ਕਰਕੇ ਉਸ ਮੌਕੇ ਜਦੋਂ ਪੰਜਾਬ ਦੇ ਵਿੱਚ ਅੱਧਾ ਪੰਜਾਬ BSF ਦੇ ਹਵਾਲੇ ਹੋ ਗਿਆ। ਇਸ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਕਾਫੀ ਚਰਚਾਵਾਂ ਨੇ, ਇਹਨਾਂ ਤੇ ਵੀ ਗੱਲ ਕਰਾਂਗੇ। ਅੱਗੇ ਜਰਨਲਿਸਟ ਪਰਮਿੰਦਰ ਸਿੰਘ ਬਰਿਆਣਾ ਆਪਣੇ ਨਾਲ ਜਲਦ ਜੁੜਨਗੇ ਤੇ ਉਸ ਤੋਂ ਪਹਿਲਾਂ ਕਿਸਾਨ ਮਸਲੇ ਤੇ ਗੱਲਬਾਤ ਕਰਾਂਗੇ। ਕਿਸਾਨ ਆਗੂਆਂ ਨੂੰ ਨਾਲ ਜੋੜਾਂਗੇ ਕਿਉਂਕਿ ਬਾਈ ਸੁਰਿੰਦਰ ਸਿੰਘ ਜਿਸ ਨਸਾਜ ਚੱਲ ਰਹੇ ਨੇ ਹਸਪਤਾਲ ਦੇ ਵਿੱਚ ਨੇ। ਇਸ ਦੌਰਾਨ ਫਿਰ ਇਸ ਤਰ੍ਹਾਂ ਮਹਿਮਾਨਾਂ ਦੇ ਨਾਲ ਗੱਲਬਾਤ ਗਾਹੇ ਵਗਾਹੇ ਹੁੰਦੀ ਰਹੇਗੀ ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ BSF ਦੇ ਹਵਾਲੇ ਪੰਜਾਬ ਕੀਤਾ ਗਿਆ, ਬੰਗਾਲ ਕੀਤਾ ਗਿਆ, ਅਸਾਮ ਕੀਤਾ ਗਿਆ, ਇਹਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋਣ ਲੱਗਾ। ਹਾਲਾਂਕਿ ਜਿਹੜਿਆਂ ਸੂਬਿਆਂ ਗੁਜਰਾਤ ਦੇ ਵਿੱਚ ਜਾਂ ਹੋਰਾਂ ਦੇ ਵਿੱਚ ਹੱਦ 80 ਤੋਂ ਘਟਾ ਕੇ 50 ਕੀਤੀ ਹੈ ਉਹ ਸੂਬੇ ਤੇ ਖੁਸ਼ ਨੇ, ਪਰ ਹੁਣ ਜਿਸ ਤਰ੍ਹਾਂ ਤ੍ਰਿਣਮੂਲ ਕਾਂਗਰਸ ਨੇ ਬੰਗਾਲ ਦਾ 50% ਸਰਹੱਦੀ ਇਲਾਕਾ BSF ਨੂੰ ਦੇਣ ਦਾ ਵਿਰੋਧ ਕੀਤਾ ਕਿ ਇਹ ਕੇਂਦਰ ਟੇਢੇ ਤਰੀਕੇ ਨਾਲ ਬੰਗਾਲ ਪੁਲਿਸ ਨੂੰ ਜਾਂ ਬੰਗਾਲ ਪ੍ਰਸ਼ਾਸਨ ਸਰਕਾਰ ਨੂੰ ਨਕਾਰ ਕਰਕੇ ਕੇਂਦਰ ਉੱਥੇ ਆਪਣਾ ਰਾਸ਼ਟਰਪਤੀ ਰਾਜ ਦੀ ਕਵਾਇਦ ਚਲਾ ਰਿਹਾ। ਤ੍ਰਿਣਮੂਲ ਕਾਂਗਰਸ ਨੇ ਭਰਵਾਂ ਵਿਰੋਧ ਕੀਤਾ। ਤਫਸੀਲ 'ਚ ਅੱਗੇ ਜਾਵਾਂਗੇ। ਤੇ ਅਕਾਲੀ ਦਲ ਬਾਦਲ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤੇ ਅਕਾਲੀ ਦਲ ਬਾਦਲ ਦੀ ਤਰਫੋਂ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਗਵਰਨਰ ਹਾਊਸ ਨੂੰ ਘੇਰਿਆ ਗਿਆ, ਜਿੱਥੇ ਅਕਾਲੀ ਦਲ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਸਿਆਸੀ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਨੇ ਤੇ ਲਖੀਮਪੁਰ ਖੀਰੀ ਦੀ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ, ਜਿੱਥੇ ਅਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਸਣੇ 4 ਮੁਲਜ਼ਮਾਂ ਨੂੰ ਮੌਕਾ ਵਾਰਦਾਤ ਵਾਲੀ ਜਗ੍ਹਾ ਤੇ ਪੁਲਿਸ ਲੈ ਕੇ ਪੁੱਜੀ। ਉਸ ਜਗ੍ਹਾ ਦਾ ਮੁਆਇਨਾ ਕੀਤਾ ਗਿਆ ਕਿ ਇਸ ਜਗ੍ਹਾ ਨੂੰ ਵੇਖਦੇ ਹਾਂ ਕਿਉਂਕਿ ਜਦੋਂ ਟ੍ਰਾਇਲ ਕੀਤਾ ਜਾਂਦਾ ਉਹ ਸਾਰੀ ਚੀਜ਼ ਦਾ ਮੁੜ ਕੇ ਕਿਤੇ ਨਾ ਕਿਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਹਾਵ ਭਾਵ ਜਾਂ ਉਹਨਾਂ ਦੀ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫੋਰੈਂਸਿਕ ਜਾਂਚ ਵੀ ਇਸ ਦਾ ਕਾਰਨ ਭਾਵੇਂ ਹੁੰਦਾ ਹੈ, ਪਰ ਉਸ ਦੌਰਾਨ ਉਸ ਜਗ੍ਹਾ ਤੋਂ ਕੁਝ ਮਿਲੀਆਂ ਜੁੱਤੀਆਂ ਜਾਂ ਹੋਰ ਚੀਜ਼ਾਂ ਉਹ ਸਬੂਤ ਹੁੰਦੇ ਨੇ ਜੇ ਫੋਰੈਂਸਿਕ ਜਾਂਚ ਸਹੀ ਤਰੀਕੇ ਨਾਲ ਹੋਵੇ ਕਿ ਕਾਰ ਦੇ ਨੇੜਿਓਂ ਪੈਰਾਂ ਦੀ ਮਿੱਟੀ ਚੁੱਕੀ ਜਾਂਦੀ ਹੈ, ਬੂਟ ਸ਼ਨਾਖਤ ਹੋ ਜਾਂਦੇ ਨੇ, ਬੜਾ ਕੁਝ ਸ਼ਨਾਖਤ ਹੋ ਜਾਂਦਾ ਤੇ ਪਰ ਉਸ ਪਾਸੇ ਸਰਕਾਰਾਂ ਜੇ ਜਾਣਾ ਨਹੀਂ ਚਾਹੁੰਦੀਆਂ। ਲਖੀਮਪੁਰ ਖੀਰੀ ਦੇ ਵਿੱਚ ਪੁਲਿਸ ਤੇ ਜਿਹੜਾ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਉਹ ਇਸ ਮਾਮਲੇ ਦੇ ਮੁੱਖ ਦੋਸ਼ੀ ਮੋਨੂ ਮਹਾਰਾਜ ਯਾਨੀ ਕਿ ਅਜੇ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਸਣੇ ਹੋਰ 4 ਮੁਲਜ਼ਮਾਂ ਨੂੰ ਲੈ ਕੇ ਪੁਲਿਸ ਮੌਕੇ ਤੇ ਪੁੱਜੀ ਹੈ, ਜਿੱਥੇ ਉਸ ਵਾਰਦਾਤ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ ਗਿਆ। ਇਸ ਦੌਰਾਨ ਹਾਲਾਂਕਿ ਮੌਕੇ ਤੋਂ ਮੁਲਾਜ਼ਮਾਂ ਤੋਂ ਉਹਨਾਂ ਦੀ ਮੌਜੂਦਗੀ ਬਾਰੇ ਸਵਾਲ ਪੁੱਛੇ ਗਏ। ਇਸ ਦੌਰਾਨ ਫੋਰੈਂਸਿਕ ਸਾਇੰਸ ਲੈਬੋਰੇਟਰੀ ਲਖਨਊ ਦੀ ਟੀਮ ਵੀ ਮੌਕੇ ਤੇ ਮੌਜੂਦ ਸੀ ਤੇ ਇਹਦੇ 'ਚ ਸਬੂਤ ਫੋਰੈਂਸਿਕ ਜਾਂਚ ਦੇ ਵਿੱਚ ਬਹੁਤ ਸਾਰੇ ਲੱਭ ਲਏ ਜਾਂਦੇ ਨੇ। ਦੋਸ਼ੀਆਂ ਦਾ ਮਿਲਾਨ ਹੋ ਜਾਂਦਾ ਜੇ ਚਾਹਵੇ ਮੌਕਾ ਵਾਰਦਾਤ ਵਾਲੀ ਜਗ੍ਹਾ ਤੋਂ, ਪਰ ਅਜੇ ਸਾਡੇ ਫੋਰੈਂਸਿਕ ਸਿਸਟਮ ਦੇ ਵਿੱਚ ਜਿਹੜਾ ਪੋਲੀਟੀਕਲ ਦਖਲ ਅੰਦਾਜ਼ੀ ਹੈ
ਜਾਂ ਤਿਕੜਮਬਾਜ਼ੀਆਂ ਉਹ ਕਈ ਕਾਰਨ ਬਣ ਦਿੰਦੇ ਨੇ। ਨਹੀਂ ਤਾਂ ਇਸ ਤਰ੍ਹਾਂ ਸਾਰੇ ਬਾਜ਼ਾਰ ਹੁੰਦੀ ਵਾਰਦਾਤ ਦੇ ਵਿੱਚੋਂ ਦੋਸ਼ੀਆਂ ਦੀ ਪੈੜ ਨੱਪਣਾ ਕੋਈ ਵੱਡੀ ਗੱਲ ਨਹੀਂ। ਕੁੱਤਿਆਂ ਦੀ ਸਮੈਲ ਸੈਂਸ ਇੰਨੀ ਹੈ ਕਿ 6-6 ਮਹੀਨੇ ਲੱਭ ਲੈਂਦੇ ਨੇ ਕਿ ਇਸ ਇਲਾਕੇ 'ਚ ਕਿਹੜਾ ਕਿਹੜਾ ਆਇਆ ਸੀ। ਠਾ ਜਾ ਕੇ ਫੜ ਲੈਂਦੇ। ਮੋਨੂ ਮਹਾਰਾਜ ਹੋਵੇ ਭਾਵੇਂ ਅੰਕਰ ਦੁੱਬੇ ਹੋਵੇ। ਮੌਕਾ ਇਹ ਵਾਰਦਾਤ ਵਾਲੀ ਜਗ੍ਹਾ ਤੋਂ ਮਿੱਟੀ ਜਾਂ ਹੋਰ ਚੀਜ਼ਾਂ ਵੀ ਮਿਲਦੀਆਂ ਨੇ, ਉਹਨਾਂ ਚੀਜ਼ਾਂ ਦੇ ਸਬੂਤ ਮਿਲ ਜਾਂਦੇ ਨੇ। ਸੋ ਇਸ ਸੰਬੰਧੀ ਜਿਹੜੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਫੋਰੈਂਸਿਕ ਜਾਂਚ ਟੀਮ ਦੀ ਤਰਫੋਂ। ਲਖੀਮਪੁਰ ਖੀਰੀ ਕਾਂਡ ਦੇ ਮਾਮਲੇ ਦੇ ਵਿੱਚ ਅਜੇ ਕਿਸਾਨ ਆਗੂ ਵੀ ਨਿਰਾਸ਼ ਨੇ, ਕਿਉਂਕਿ ਜੋ ਜਾਂਚ ਹੈ ਉਸ ਤੋਂ ਅਜੇ ਪੂਰੀ ਸੈਟੀਸਫੈਕਸ਼ਨ ਕਿਸੇ ਵੀ ਧਿਰ ਨੂੰ ਨਹੀਂ ਹੈ। ਹਾਲਾਂਕਿ ਬੀਜੇਪੀ ਇਸ ਮਾਮਲੇ ਦੇ ਵਿੱਚ ਆਪਣੇ ਜਿਹੜੇ ਨੇਤਾ ਨੇ ਉਹਨਾਂ ਨੂੰ ਬਚਾਉਣ ਦੀ ਜਾਂ ਆਪਣਾ ਬੰਗਾਲ ਸਰਕਾਰ ਆਪਣਾ ਪਨਾਹ ਬਚਾਉਣ ਦੀ ਕਵਾਇਦ ਦੇ ਵਿੱਚ ਹੈ। ਪਰ ਇਸ ਦੇ ਵਿੱਚ ਜਿਹੜਾ ਕੱਲ ਤੱਕ ਦਾ ਰਿਮਾਂਡ ਆਸ਼ੀਸ਼ ਮਿਸ਼ਰਾ ਦਾ ਹੈ, ਜਿਸ ਦੌਰਾਨ ਵੇਖਣਾ ਹੋਵੇਗਾ ਕਿ ਹੁਣ ਉਸ ਨੂੰ ਜਦੋਂ ਕੱਲ ਰਿਮਾਂਡ ਤੋਂ ਬਾਅਦ ਮੁੜ ਪੇਸ਼ ਕੀਤਾ ਜਾਂਦਾ ਕਿ ਚਿੰਤਾਰਾਮ ਮੈਜਿਸਟ੍ਰੇਟ ਵਾਕਿਆ ਹੀ ਇਨਸਾਫ ਦੀ ਚਿੰਤਾ ਕਰਦੇ ਹੋਏ ਇਸ ਕੇਸ ਨੂੰ ਹੋਰ ਅੱਗੇ ਵਧਾਉਣਗੇ, ਯਾਨੀ ਕਿ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹੋਰ ਅੱਗੇ ਵਧੇਗਾ ਜਾਂ ਨਹੀਂ, ਇਹ ਕੱਲ ਦੇਖਣਾ ਹੋਏਗਾ। ਮੋਦੀ ਸਰਕਾਰ ਦਾ ਇੱਕ ਵੱਡਾ ਫੈਸਲਾ ਕਿਸਾਨਾਂ ਦੇ ਮੁਤਲਕ ਵੀ ਹੈ ਕਿ ਇਸ ਸਾਲ ਖਾਦਾਂ ਦੇ ਭਾਅ ਨਹੀਂ ਵਧਣਗੇ। ਇਸ ਸੰਬੰਧੀ ਕਿਉਂਕਿ ਕਿਸਾਨ ਅੰਦੋਲਨ ਦੇ ਕਾਰਨ ਕਿਸਾਨ ਲਗਾਤਾਰ ਨਾਰਾਜ਼ ਨੇ। ਡੀਜ਼ਲ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਰੋਜ਼ਾਨਾ ਅੱਜ ਵੀ 35-35 ਪੈਸੇ ਪੈਟਰੋਲ ਤੇ ਡੀਜ਼ਲ ਵਧੇ ਹੈ, ਜਿਸ ਸੰਬੰਧੀ ਅੱਜ ਮੋਦੀ ਕੈਬਨਿਟ ਨੇ ਫੈਸਲਾ ਲਿਆ ਕਿ ਕੇਂਦਰ ਸਰਕਾਰ ਇਸ ਚਾਲੂ ਵਰ੍ਹੇ ਦੇ ਦੌਰਾਨ ਫਾਸਫੋਰਿਕ ਤੇ ਪੋਟਾਸ਼ੀਅਮ ਖਾਦ ਦੀਆਂ ਕੀਮਤਾਂ ਨਹੀਂ ਵਧਾਏਗੀ। ਇਸ ਦੇ ਨਾਲ ਕੇਂਦਰ ਸਰਕਾਰ ਨੇ ਇਹਨਾਂ ਦੋਵੇਂ ਖਾਦਾਂ ਤੇ ਸਬਸਿਡੀ ਵੀ ਵਧਾਉਣ ਦਾ ਫੈਸਲਾ ਕੀਤਾ ਹੈ ਤੇ ਚਾਲੂ ਸਾਲ ਜਿਹੜਾ ਹੈਗਾ ਵਿੱਤੀ ਵਰ੍ਹਾ 2021 ਦੇ ਲਈ ਫਾਸਫੇਟ ਤੇ ਪੋਟਾਸ਼ ਖਾਦ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਨਾਲ ਫਾਸਫੇਟ ਤੇ ਪੋਟਾਸ਼ ਖਾਦ ਤੇ ਸਬਸਿਡੀ ਹੈ ਜਿਹੜੀ 483 ਰੁਪਏ ਪ੍ਰਤੀ ਬੈਗ ਵੀ ਵਧਾਉਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਵੀ ਮੋਦੀ ਕੈਬਨਿਟ ਮੀਟਿੰਗ ਹੋਈ ਸੀ, ਜਿਸ ਦੇ ਵਿੱਚ ਇਸ ਫਾਸਫੋਰਿਕ ਤੇ ਪੋਟਾਸ਼ਿਕ ਖਾਦ ਦੇ ਵਾਸਤੇ ਪੋਟਾਸ਼ ਦੇ ਵਾਸਤੇ 28,655 ਕਰੋੜ ਦੀ ਵਾਧੂ ਸਬਸਿਡੀ ਦਾ ਐਲਾਨ ਕੀਤਾ ਗਿਆ ਸੀ, ਜਦੋਂ ਕਿ ਕੇਂਦਰ ਸਰਕਾਰ ਦੀ ਪ੍ਰਵਾਨਗੀ ਵਾਲੀ ਜਿਹੜੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਸੀ CCEA, ਉਸ ਨੇ ਅਕਤੂਬਰ 2021 ਤੋਂ ਲੈ ਕੇ ਮਾਰਚ 2022 ਤੱਕ ਜਿਹੜਾ NP ਐਂਡ ਕੇ ਜਿਹੜੀ ਖਾਦ ਸੀਗੀ, ਯਾਨੀ ਕਿ ਫਾਸਫੋਰਟ ਤੇ ਪੋਟਾਸ਼ ਦੀਆਂ ਖਾਦ ਤੇ ਜਿਹੜੀ ਪੋਟਾਸ਼ ਆਧਾਰਿਤ ਸਬਸਿਡੀ ਸੀ NBSC ਉਸ ਨੂੰ ਪ੍ਰਵਾਨ ਕਰ ਲਿਆ ਸੀਗਾ। ਸੋ ਜੋ ਕਿ ਕਿਉਂਕਿ ਵਧੀਆਂ ਕੀਮਤਾਂ MSP ਨਾ ਮਿਲਣਾ, ਇਹ ਨਾਰਾਜ਼ਗੀਆਂ ਦੇ ਮੁਤਲਕ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਤੇ ਜਿਸ ਮੁਤਲਕ ਇਹ ਹਾਲ ਦੀ ਘੜੀ ਇਹ ਵਾਧਾ ਵਾਪਸ ਲਿਆ ਤੇ ਸਬਸਿਡੀਆਂ ਦੇ ਵਿੱਚ ਇਜ਼ਾਫਾ ਕਰਨ ਦਾ ਐਲਾਨ ਅੱਜ ਮੋਦੀ ਕੈਬਨਿਟ ਨੇ ਕੀਤਾ, ਕਿਉਂਕਿ ਆਮ ਜਿਹੜੇ ਪ੍ਰਦਰਸ਼ਨਕਾਰੀ ਜਾਂ ਗੈਰ ਰਾਜਨੀਤਿਕ ਕਿਸਾਨ ਨੇ ਉਹਨਾਂ ਤੋਂ ਇਲਾਵਾ RSS ਦਾ ਜਿਹੜਾ ਭਾਰਤੀ ਕਿਸਾਨ ਸੰਘ ਹੈ ਉਹ ਵੀ ਵਧਦੀਆਂ ਜਿਹੜੀ ਖੇਤੀਬਾੜੀ ਲਾਗਤ ਦੀਆਂ ਕੀਮਤਾਂ ਦੇ ਮੁਤਲਕ ਲਗਾਤਾਰ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਹੈ। ਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ ਜਿਹੜਾ ਅੱਜ BSF ਜੋ ਲਗਾਈ ਗਈ ਹੈ ਪੰਜਾਬ ਦੇ ਵਿੱਚ 50% ਇਲਾਕੇ ਦੇ ਵਿੱਚ BSF ਜੋ ਲਗਾਈ ਗਈ ਹੈ ਉਸ ਦਾ ਵਿਰੋਧ ਕੀਤਾ ਗਿਆ। ਤੇ ਇਸ ਦੌਰਾਨ ਬੇਨਤੀ ਹੈ ਕਿ ਜੇ ਅਗਰ ਤੁਹਾਨੂੰ YouTube ਤੇ ਦਿੱਕਤ ਆਉਂਦੀ ਹੈ ਤਾਂ Facebook ਤੇ ਖੋਲ੍ਹਿਆ ਜਾ ਸਕਦਾ। ਜੇ Facebook ਨਹੀਂ ਹੈ ਤਾਂ ਫਿਰ ਬਹੁਤ ਸੁਖਾਲਾ ਕੰਮ ਹੈ, ਤੁਸੀਂ ਸਿੱਧਾ ਜਿਹੜਾ ਹੈਗਾ ਵੈਬਸਾਈਟ ਖੋਲ੍ਹੋ www.tiwanaradio.com ਤੇ ਉਸ ਵੈਬਸਾਈਟ ਖੋਲ੍ਹਦੇ ਹੀ ਇੱਕ ਤੁਹਾਨੂੰ ਤ੍ਰਿਕੋਣ ਦਾ ਨਿਸ਼ਾਨ ਮਿਲੇਗਾ ਤੇ ਉਸ ਨੂੰ ਪਲੇ ਕਰੋ, ਜਿਵੇਂ ਆਪਣੇ ਟੇਪ ਰਿਕਾਰਡਾਂ ਦੇ ਹੁੰਦੇ ਸੀ ਨਾ ਤ੍ਰਿਕੋਣ ਦਾ ਨਿਸ਼ਾਨ, ਤੇ ਉਸ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਤੇ ਉੱਥੇ ਪ੍ਰੋਗਰਾਮ ਲਾਈਵ ਸੁਣਿਆ ਜਾ ਸਕਦਾ ਤੇ ਇਸ ਮੁਤਲਕ ਜਿਹੜਾ ਉੱਥੇ ਤੁਹਾਨੂੰ ਸੁਵਿਧਾ ਰਹੇਗੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜੀਆਂ ਤੁਹਾਡੇ ਪੜ੍ਹਨ ਦੇ ਵਾਸਤੇ ਖਬਰਾਂ ਵੀ ਪਾਇਆ ਕਰਾਂਗੇ, ਸੋ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਮਾਰਿਆ ਕਰੋ। ਤੇ ਇਸ ਦੇ ਨਾਲ ਕਿਸਾਨ ਅੰਦੋਲਨ ਨੂੰ ਲੈ ਕੇ ਜਾਂ UP ਦੇ ਵਿੱਚ ਜਿਹੜੀ ਲਖੀਮਪੁਰ ਖੀਰੀ ਹਿੰਸਾ ਦੇ ਵਿੱਚ ਕਿਸਾਨਾਂ ਦੀ ਜਾਨ ਗਈ ਹੈ, ਉਸ ਨੂੰ ਲੈ ਕੇ ਮੇਨਕਾ ਗਾਂਧੀ ਤੇ ਉਹਦਾ ਬੇਟਾ ਵਰੁਣ ਗਾਂਧੀ ਕਾਫੀ ਖੁੱਲ੍ਹ ਕੇ ਬੋਲ ਰਹੇ ਨੇ BJP ਸਰਕਾਰ ਦੇ ਖਿਲਾਫ। ਸੋ ਵਰੁਣ ਗਾਂਧੀ ਨੇ ਅੱਜ ਅਟਲ ਬਿਹਾਰੀ ਵਾਜਪਾਈ ਦਾ ਇੱਕ 41 ਸਾਲ ਪੁਰਾਣਾ ਵੀਡੀਓ ਜਨਤਕ ਕੀਤਾ, ਕਿਉਂਕਿ ਭਾਜਪਾ ਨਾਲ ਲਗਾਤਾਰ ਵਿਵਾਦ ਨੇ, ਜਿਸ ਦੇ ਵਿੱਚ ਉਸ ਵੀਡੀਓ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੂੰ ਵੱਡੇ ਦਿਲ ਵਾਲਾ ਨੇਤਾ ਤੇ ਸਮਝਦਾਰ ਸ਼ਬਦ ਉਸ ਨੂੰ ਲਿਖ ਕੇ ਸੰਬੋਧਿਤ ਕੀਤਾ। ਇਸ ਵੀਡੀਓ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਆਪਣੇ ਚਰਚਿਤ ਅੰਦਾਜ਼ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਦੌਰਾਨ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੋਲਦੇ ਹੋਏ ਉਸ ਵਕਤ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਨੇ ਕਿ ਮੈਂ ਸਰਕਾਰ ਨੂੰ ਇਹ ਵਾਰਨਿੰਗ ਦਿੰਦਾ ਕਿ ਦਮਨ ਦੇ ਤਰੀਕੇ ਛੱਡ ਦਿਓ, ਡਰਾਉਣ ਦੇ ਨਾਲ ਕਿਸਾਨ ਰੁਕਣ ਵਾਲੇ ਨਹੀਂ ਹੈ, ਕਿਸਾਨ ਡਰਨ ਵਾਲੇ ਨਹੀਂ ਹੈ। ਸੋ ਇਸ ਕਰਕੇ ਤੁਸੀਂ ਇਹ ਤਸ਼ੱਦਦ ਦਾ ਤਰੀਕਾ ਛੱਡੋ, ਤਿਕੜਮਬਾਜ਼ੀਆਂ ਛੱਡੋ, ਕਿਉਂਕਿ ਕਿਸਾਨ ਡਰਨ ਵਾਲੇ ਨਹੀਂ ਹੈ। ਅਸੀਂ ਕਿਸਾਨਾਂ ਦੇ ਅੰਦੋਲਨ ਨੂੰ ਰਾਜਨੀਤੀ ਵਾਸਤੇ ਨਹੀਂ ਵਰਤਣਾ ਚਾਹੁੰਦੇ, ਲੇਕਿਨ ਕਿਸਾਨਾਂ ਦੀਆਂ ਮੰਗਾਂ ਉਚਿਤ ਨੇ।
अगर सरकार धक्का करेगी, कानून का दुरुपयोग करेगी, इस अंदोलन नूं दबाउण दी कोशिश करेगी जो शांतमई है, तां किसान संघर्ष दे विच असीं भी कुदण तों गुरेज नहीं करांगे। असीं किसानां दे नाल खड़े हां ते इस संबंधी ये लगातार जिहड़ी है इस तरह दीयां लगातार पोस्टां वरुण गांधी लगातार पा रहे ने। जे लखीमपुर खीरी हिंसा के मामले दे विच भी उन्होंने हिंदू ते सिखां दे विच जिहड़ी नफरत फैलाउण दी कोशिश की गई है उस दा पाज उधाड़िया, जिसनों जिहड़े समाना अखबार है शिव सेना दा उन्होंने भी उचेची अपने एडिटोरियल दे विच तारीफ की है। ते इस तरह जिहड़े वरुण गांधी दीयां पोस्टां ने किते ना किते बीजेपी सरकार ते सीधा कटाक्ष करदियां ने। बीजेपी जो अटल बिहारी वाजपेयी नूं अपना रहबर मानदी है, वह भी कदे किसानां दे हक दे विच सी। वल्लभ भाई पटेल जिहड़ा बरदौली अंदोलन दा उगा आगू सी, वह भी किसानां दे हक दे विच सी। सो इस करके बीजेपी नूं इस मामले दे विच लगातार वरुण गांधी जां होर लोकां वल्लों घेरिया जा रहा है, क्योंकि उहदी किते ना किते वोट बैंक भी है ते किते ना किते वरुण ते मेनका अपनी बनदी जिम्मेवारी भी निभा रहे। बीएसएफ नूं जो लगाया गया 3 सूबिਆਂ च बंगाल, आसाम ते पंजाब दे विच जिहड़ा 50% इलाका है इन्हां दे अधीन दिता गया, उस नूं लैके तृणमूल कांग्रेस ने तो विरोध किया है। पंजाब दे विच सारियां विरोधी पार्टियां ईवन कांग्रेस खेमे दे जिहड़े लोक ने वो भी जिहड़ी बीजेपी सरकार दी केंद्र सरकार दी इस मामले च आलोचना कर रहे ने ते नाल चरणजीत सिंह चन्नी दी भी इस मामले च आलोचना हो रही है। हालांकि थापड़ा लैण दे वास्ते चरणजीत सिंह चन्नी जिवें पुजे ने कैप्टन अमरिंदर सिंह दे सिसवा महल दे विच, उस नूं लैके चन्नी ने होर आलोचना जिहड़ी है छेड़ लई है। हालांकि वो एक शिष्टाचार के तौर पर गया कि मैं अपनी नूंह राणी नूं आशीर्वाद दिवाउण दे वास्ते गया सी, पर इत्थे तुहानूं चेते होना कि आम आदमी पार्टी दीयां 2 MLAs प्रोफैसर बलजिंदर कौर ते रूबी जिहड़ियां विआह तो बाद कैप्टन अमरिंदर तो आशीर्वाद लैण गईयां सी ते लोकां ने उन्हां दी भी बहुत आलोचना कीती सी। सो लोकां ने उदों इन्हां बीबियां नूं नहीं सी बख्शिया ते चन्नी नूं ते की बख्शणगे कि चन्नी किस हैसियत दे विच आशीर्वाद लैण गया अपने परिवार नूं। जाना सी आप जांदा मिल आउंदा, पर अपनी नूंह राणी नूं बेटे नूं लैके परिवार समेत चन्नी दा कैप्टन नूं मिल जाना किते ना किते लोकां दी नाराजगी चन्नी साहब प्रति वधेगी। शेरगिल साहब स्वागत, सत श्री अकाल। सत श्री अकाल थोड़ा साहब। सत श्री अकाल जी। थोड़ा साहब मैं तो यही कहना चाहना भी शशिकांत DGP पहला ड्रग मुद्दे से इन्ना रौला पाउंदा सी, अज कोर्ट जाके कहना जी होर मुद्दे बहुत इंपोर्टेंट ने पंजाब दे, कहता कि सियासी मुद्दा ड्रग का कहना इन्हू छड्डो, कहना सियासी मुद्दा ड्रग का इन्हू छड्डो। सर स्टेट किधर नूं जा रही है, किसे सवार करिए? केजरीवाल नूं छड्डो, गोली मारो ते बंदे ने गोली मारो, उन्हें छड्ड दिओ। उन्हें पंजाब का पानी भी वेचिया, उन्हें पंजाब के पुत्त भी मराए, उन्हें पंजाब सारा कुछ छड्ड दिओ, उन्हें खत्म कर दिओ, उन्हें मनफी कर दिओ। ठीक है ना जी। मैं कहना भी जिहड़ियां रेगुलर पार्टियां ने आपे BSF लवा के आपे BSF लाउण दा विरोध कर रही ने, ये सब लोगों का बलैंडर हो रहा। लोग इन्हें समझण, चाहे अकाली दल है चाहे कांग्रेस है, मेरे हिसाब नाल कैप्टन अमरिंदर है, ये चन्नी का हुण शायद कल आया, इन्हूं तो इस बारे नहीं पता, ये तो एक फस गया जाल दे विच, इहदा जाल च फस गया, इहनूं मनफी करना इन्होंने, इहनूं मनफी करना इन्होंने, ये रौला पाउंदे ने दलित का, पर दलित नूं ये मनफी कर रहे हैं अकाली दल वाले। इन्होंने कह के लवाई 13 किलोमीटर तक BSF, पर BSF का काम तो इन्ना ही है कि उन्होंने ड्रग ते इंटरोगेशन अपना देखना इंटरनेशनल, होर कुछ नहीं कहना होंदा। ते सर ये कहने का मेरा मतलब है भी लोग समझण, जे लोग राह समझे तो लोग डुबे। यही अकाली दल पहले लोगों ने भुगत जाता रहा, 1-2 किलोमीटर पहले गिरफ्तारियां देके अपने रेस्टोरेंट बह के कॉफी पी के घर आउंदा रहा। अज यही अकाली दल लोगों को मूर्ख बना रहा। लोगों समझो असं टैक्सियां च रहे समझे सारा कुछ देखा, पर समझो कटवाला साहब तुसीं नहीं देखा, तुसीं पत्रकारी की है, असं इस चीज देखा। थैंक यू सर। थैंक यू शेरगिल साहब, बहुत बहुत धन्यवाद। तुसीं ये गल आखी, क्योंकि देखो DGP शशिकांत ने उदों बहुत काम किया पर गल नहीं बनी। आखिर वो 1-2 केसां च उलझा ते आखिर शशिकांत भी मजबूरन शांत हो गया, क्योंकि बनदा कुछ नहीं है। लोग सपोर्ट नहीं करते। ये तो खुशकिस्मती है कि किसान अंदोलन है, बाकी इन्हां आगूआं दी अपनी जदोजहद है कि लोग इमदाद करते गए तो अंदोलन अगे वध गया। इस वक्त किसान यूनियन निगरान दे उगे आगू झंडा सिंह जेठू के अपने नाल जुड़े ने ते जिन्हां दी पिछले दिनी मीटिंग भी हुई आ सरकार दे नाल, खास करके पंजाब दे विच नरमे दा जिहड़ा मसला कॉटन बेल्ट दे विच गुलाबी सुंडी दा, उहनूं लैके
ਪਿੰਡ ਬਾਦਲ ਇਹਨਾਂ ਨੇ ਮਨਪ੍ਰੀਤ ਬਾਦਲ ਦੀ ਰਿਹਾਇਸ਼ ਘੇਰੀ ਹੋਈ ਹੈ। ਹੋਰ ਕਈ ਮੁਹਾਜ ਪੰਜਾਬ ਦੇ ਵਿੱਚ 50 ਜਗ੍ਹਾਵਾਂ ਤੇ ਇਹਨਾਂ ਜਥੇਬੰਦੀਆਂ ਦੇ ਚੱਲ ਰਹੇ ਨੇ। ਸਰ ਝੰਡਾ ਸਿੰਘ ਜੇਠੂਕੇ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੇਠੂਕੇ ਸਾਹਿਬ। ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਕਈ ਦਰਜਨ ਜਗ੍ਹਾਵਾਂ ਤੇ ਤੁਹਾਡੀ ਜਥੇਬੰਦੀ ਗਰਾਹਾਂ ਗਰੁੱਪ ਦੇ ਵੀ ਧਰਨੇ ਚੱਲ ਰਹੇ ਨੇ, ਇਸ ਤਰ੍ਹਾਂ ਮੀਟਿੰਗਾਂ ਕਈ ਸਿਲਸਿਲਾ ਚੱਲ ਰਿਹਾ। ਜਿਹੜਾ ਬਾਦਲ ਪਿੰਡ ਦੇ ਵਿੱਚ ਪੰਜਾਬ ਸਰਕਾਰ ਜੋ ਕਾਟਨ ਬੈਲਟ ਦੇ ਵਿੱਚ, ਕਿਉਂਕਿ ਤੁਹਾਡੇ ਆਪਣਾ ਇਲਾਕਾ ਮਾਲਵੇ ਦਾ ਹੈ ਜਿੱਥੇ ਕਾਟਨ ਨੂੰ ਵੱਡੀ ਸਮੱਸਿਆ, ਨਰਮੇ ਦੀ, ਗੁਲਾਬੀ ਸੁੰਡੀ ਦੀ, ਮੁਆਵਜ਼ਾ ਸਰਕਾਰ ਨਹੀਂ ਦੇ ਰਹੀ, ਤਿਕੜਮਬਾਜ਼ੀ ਕਰ ਰਹੀ ਹੈ, ਉਸ ਸੰਘਰਸ਼ ਦਾ ਕੀ ਬਣ ਰਿਹਾ? ਤੁਹਾਡੀ ਮੀਟਿੰਗ ਸੀ ਪਰ ਨਹੀਂ ਕੋਈ ਗੱਲ ਬਣ ਸਕੀ, ਕੀ ਸਥਿਤੀ ਹੈ ਸਰ ਉਸ ਦੀ? ਜੀ ਜੇਠੂਕੇ ਸਾਹਿਬ। ਪਹਿਲਾਂ ਤਾਂ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਜਦੋਂ ਕੰਪਨੀ ਨੇ ਦੇ ਲਿਆ ਬੀਟੀ, ਲੋਕਾਂ ਨੂੰ ਇਹ ਕਿਹਾ ਵੀ ਕਿ ਕੋਈ ਕਿਸੇ ਕਿਸਮ ਦੀ ਸਪਰੇਅ ਦੀ ਲੋੜ ਨਹੀਂ ਜੀ। ਇੱਕ ਸਾਲ ਸੱਚੋ ਨਹੀਂ ਪਈ, ਅਗਲੇ ਸਾਲ ਜਾ ਕੇ ਤੇਲਾ ਪੈਣ ਲੱਗ ਗਿਆ ਉਹਨੂੰ। ਨਾਲ ਦੀ ਨਾਲ ਉਹਨੇ ਬੋਲੀ ਬਦਲੀ ਜੀ, ਤਾਂ ਕੱਲੀ ਸੁੰਡੀ ਤੋਂ ਕੰਟਰੋਲ ਕਰੂਗੀ, ਤੇਲੇ ਤੁਲੇ ਤੇ ਸਪਰੇਆਂ ਕਰਨੇ ਪੈਣਗੀਆਂ। ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਾਦਲ ਸੀਗਾ, ਉਦੋਂ ਚਿੱਟੀ ਸੁੰਡੀ ਨੇ ਖਾ ਲਿਆ। ਇੰਨੀਆਂ ਮਾੜੀਆਂ ਦਵਾਈਆਂ ਆਈਆਂ, 60 ਲੱਖ ਰੁਪਇਆ ਤੋਤਾ ਸਮਝ ਜਾਂਦਾ ਰਾਹ ਚੋਂ ਫੜਿਆ ਗਿਆ ਸੀ। ਹੁਣ ਇਹਨਾਂ ਦਾ ਕਿਹੜਾ ਮੰਤਰੀ ਆ ਜਿਹੜਾ ਇਹਨਾਂ ਦਵਾਈਆਂ ਦੂਈਆਂ ਵਾਲਿਆਂ ਦਾ ਸਾਂਢਾ ਗਾਂਢਾ ਹੋਊ? ਇਹ ਤਾਂ ਆਊਗਾ ਲੋਕਾਂ ਦੇ ਸਾਹਮਣੇ ਬਾਅਦ ਚ ਭਾਵੇਂ ਜੀ। ਹੁਣ ਜਿਹੜੀ ਗੁਲਾਬੀ ਸੁੰਡੀ ਪਈ ਹੈ, ਪੂਰੀ ਤਰ੍ਹਾਂ ਬੂਟਾ ਲਹਿਰ ਲਾਉਂਦਾ ਹੈ, ਟਿੰਡੇ ਪੂਰੀ ਤਰ੍ਹਾਂ ਲੱਗਦੇ ਵੀ ਬਹੁਤ ਕਮਾਲ ਦੇ ਹੈ ਜੀ। ਤੇ ਜੇ ਤੁਸੀਂ ਟਿੰਡੇ ਨੂੰ ਪਾੜੋ, ਉਹਦੇ ਵਿੱਚ ਕੁਝ ਨਹੀਂ, ਕੱਲੀ ਗੁਲਾਬੀ ਸੁੰਡੀ ਝਾਉਂਦੀ ਹੈ ਜੀ। ਯਾਨੀ ਟੋਟਲ ਨਰਮਾ ਜੋ ਬੈਲਟ ਦਾ ਹੈਗਾ ਵੱਡੇ ਹਿੱਸੇ ਦਾ ਸੁੰਡੀ ਨੇ ਨੁਕਸਾਨ ਕਰਤਾ। ਲਗਭਗ ਕਿੱਲੇ ਮਗਰ 60,000 ਦਾ ਨੁਕਸਾਨ ਹੈ। ਜਿਹਨਾਂ ਮਜ਼ਦੂਰਾਂ ਨੇ ਚੁਗਨੇ ਸੀ ਉਹਨੇ ਪ੍ਰਤੀ ਪਰਿਵਾਰ 30,000 ਦਾ ਨੁਕਸਾਨ ਹੈ। ਜੇ ਸਰਕਾਰ ਕਿਸਾਨਾਂ ਤੋਂ ਟੈਕਸ ਲੈਂਦੀ ਹੈ, ਇੱਕ ਨਹੀਂ ਤਰ੍ਹਾਂ ਦੇ ਟੈਕਸ ਲੈਂਦੀ ਹੈ, ਤੇ ਜੇ ਉਹਨਾਂ ਕਿਸਾਨਾਂ ਤੇ ਕਿਸੇ ਵੇਲੇ ਮਾਰ ਪੈਗੀ ਜਾਂ ਕੰਪਨੀਆਂ ਨੇ ਬਾਕੀ ਕੰਪਨੀ ਤੋਂ ਲੈਣਾ ਚਾਹੀਦਾ, ਉਹ ਤਾਂ ਸਾਰਾ ਕੁਛ ਉਹਨਾਂ ਤੋਂ ਭਰਪਾਈ ਕਰਨੀ ਚਾਹੀਦੀ ਹੈ। ਕੰਪਨੀਆਂ ਦੇ ਇਹ ਜਿਆਦਾ ਲਾੜਲੇ ਆ, ਹੇਜਲੇ ਆ ਉਹਨਾਂ ਦੇ, ਫਿਰ ਕਿਸਾਨਾਂ ਦੀ ਬਾਂਹ ਤਾਂ ਫੜਨੀ ਚਾਹੀਦੀ ਹੈ, ਮਜ਼ਦੂਰਾਂ ਦੀ ਬਾਂਹ ਤਾਂ ਫੜਨੀ ਚਾਹੀਦੀ ਹੈ। ਹੁਣ ਇਹਨਾਂ ਨੇ ਕੈਪਟਨ ਸਾਹਿਬ ਨੂੰ ਪਿੱਛੇ ਕਰਕੇ ਚੰਨੀ ਸਾਹਿਬ ਮੂਹਰੇ ਲਿਆਂਦਾ, ਉਹ ਇੱਥੋਂ ਤੱਕ ਬੋਲ ਰਿਹਾ ਸੀ ਮੈਂ ਤਾਂ ਹਾਂ ਹੀ ਕਿਸਾਨਾਂ ਮਜ਼ਦੂਰਾਂ ਦਾ, ਮੈਂ ਤਾਂ ਨੰਗੇ ਪੈਰ ਦਿੱਲੀ ਮੋਰਚੇ 'ਚ ਜਾਊਂਗਾ, ਤੇ ਜੇ ਮੈਨੂੰ ਸਿਰ ਲਾਉਣਾ ਪੈ ਗਿਆ ਕਿਸਾਨਾਂ ਖਾਤਰ ਮੈਂ ਸਿਰ ਲਾਉਣ ਨੂੰ ਵੀ ਤਿਆਰ ਹਾਂ। ਅਸੀਂ ਪੁੱਛਣਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਵੀ ਆ ਕਿਸਾਨ ਸਿਰ ਤਾਂ ਨਹੀਂ ਮੰਗਦੇ ਤੇਰਾ ਨਰਮਾ ਪੱਟੀ ਵਾਲੇ? ਸਰਕਾਰ ਕੀ ਦੇ ਰਹੀ ਹੈ ਵੈਸੇ? ਪੂਰਤੀ ਮੰਗਦੇ ਹੈ ਜੇਠੂਕੇ ਸਾਹਿਬ। ਸਰਕਾਰ ਕਹਿੰਦੀ ਸੀ ਸਾਡੀ ਮੀਟਿੰਗ ਵੀ ਹੋਈ ਸਰਕਾਰ ਦੇ ਨਾਲ, ਉਹਦੇ ਪ੍ਰਿੰਸੀਪਲ ਸੈਕਟਰੀ ਦੇ ਨਾਲ। ਇਹਦੇ ਕੋਈ ਫਲਾਸ ਵਾਲਾ ਵੀ ਇਹਨਾਂ ਦਾ ਸੈਕਟਰੀ ਸੀਗਾ ਜਾਂ ਖੇਤੀਬਾੜੀ ਵਾਲਾ ਸੈਕਟਰੀ ਸੀਗਾ, ਤੇ ਉਹਨਾਂ ਦੇ ਥੱਲੇ ਮੁਲਾਜ਼ਮ ਵੀ ਸੀਗੇ। ਕਹਿੰਦੀ ਖੇਤੀਬਾੜੀ ਵਾਲੇ ਨੇ ਕਿਹਾ ਵੀ 60,000 ਕਿੱਲੇ ਨੂੰ ਜ਼ਮੀਨ ਲੱਗਦੀ ਹੈ, ਜੇ ਨਰਮਾ ਵਰ ਗਿਆ 30,000 ਤਾਂ ਉਹਦਾ ਠੇਕਾ ਬਣਦਾ ਹੀ ਹੈ ਕਿੱਲੇ ਦਾ। 22,000 ਰੁਪਇਆ ਉਹਨੇ ਖਰਚਾ ਗਿਣਿਆ ਡੋਡੀ। ਇਹ ਜਿਹੇ ਕਹਿੰਦਾ ਜਗਾਈ ਤੇ ਆਓ ਇੱਕ ਖਰਚਾ ਪਤਾ ਨਹੀਂ ਹੋਰ ਉਹਨੇ ਕਿਹੜਾ ਗਿਣਿਆ ਵੀ ਇਹ ਹਜੇ ਇਹਦੇ ਵਿੱਚ ਨਹੀਂ ਪਾਇਆ। ਜੇ ਕਹਿਣਾ ਹੋਵੇ ਲਗਭਗ ਉਹਦੇ ਹਿਸਾਬ ਨਾਲ ਜੋ 60 ਤੇ ਜਾਂਦਾ ਮਤਲਬ ਲਾਗਤ ਖਰਚਾ ਹੀ। ਅਸੀਂ ਕਿਹਾ ਵੀ ਲਾਗਤ ਖਰਚਾ ਜਿਹੜਾ ਪੂਰਾ ਕਰਨਾ ਤੁਸੀਂ। ਅੱਛਾ ਜੀ। ਤੁਸੀਂ ਸਾਰੀਆਂ ਫਸਲਾਂ ਤੇ ਜਿਹੜਾ ਮਾਰਕੀਟ ਫੈਸ ਲੱਗਦਾ ਤੁਹਾਨੂੰ ਮਿਲਦਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ। ਜੇ ਨਰਮੇ ਦੀ ਗੱਲ ਕਰਦੇ ਆ 30% ਹੈ, ਜੇ ਅਸੀਂ ਕਿੱਲੇ ਤੇ ਨੂੰ ਢਾਲ ਲਈਏ 4200 ਰੁਪਇਆ ਬਣਦਾ ਇੱਕ ਕਿੱਲੇ ਮਗਰ। ਜਿਹੜਾ ਸੈਸ ਮਾਰਕੀਟ ਸੈਸ ਇਹਨਾਂ ਨੇ ਲਾਇਆ ਹੈ 30%। ਵੀ ਕੁੱਲ ਪੰਜਾਬ ਦੀ ਜੇ ਤੁਸੀਂ ਸਣੇ ਝੋਨੇ ਵਾਲੀ ਫਸਲ ਗਿਣਨੀ ਹੋਵੇ, ਉਹਦਾ ਬਹੁਤ ਥੋੜਾ ਹਿੱਸਾ ਬਣਦਾ ਉਹਦਾ ਕਿਸਾਨ ਦੀ ਭਰਪਾਈ ਕਰਨ ਦਾ। ਪਰ ਇਸ ਪਾਸੇ ਨੂੰ ਨਹੀਂ ਤੁਰੇ। ਇਹ ਤੋਂ ਪਹਿਲਾਂ 9 ਕਿਸਾਨ ਖੁਦਕੁਸ਼ੀ ਕਰ ਗਏ ਨਰਮਾ ਦਾ ਨੁਕਸਾਨ ਕਰਕੇ। ਇਹ ਖੁਦਕੁਸ਼ੀਆਂ ਹੋਰ ਤੇਜ਼ ਹੋਣਗੀਆਂ। ਜਲਦੀ ਜਦੋਂ ਅਸੀਂ ਕਿਹਾ ਵੀ ਤੁਸੀਂ ਇਹਦਾ ਕੁਛ ਕਰੋ, ਜਲਦੀ ਉਹਨਾਂ ਦਾ ਜਵਾਬ ਇਹ ਸੀ ਜਿਹਨੂੰ ਅਸੀਂ ਸਰੀਰ ਪਿਕਚਰ ਕਹਿ ਸਕਦੇ ਹਾਂ, ਸਾਨੂੰ ਮਾਹੌਲ ਕਰਿਆ ਕਿ ਮੇਰੇ ਕੋਲ ਤਾਂ 3 ਤੇ ਐਨਕ ਹੈ। ਆਹ ਰਵਾਈ ਹੈ ਬਦਲੀ ਹੋਈ ਜਿਹੜੀ ਇਹਨਾਂ ਦੀ ਕਹਿ ਲਓ ਲੀਡਰਸ਼ਿਪ ਹੈ ਕਾਂਗਰਸ ਦੀ। ਜਦੋਂ ਕੋਈ ਰਾਹ ਨਹੀਂ ਪਈ ਹੈਗੀ ਉਹਨਾਂ ਨੇ ਵੀ ਕੋਈ ਰਾਹ ਨਾ ਦਿਖਿਆ ਵੀ ਕੀ ਕਰੀਏ। ਉਹ ਕਹਿੰਦੇ ਤੁਸੀਂ ਦੱਸੋ ਕੀ ਹੋ ਸਕਦਾ ਹੈ। ਉਹ ਕਹਿੰਦੇ 12,000 ਪਹਿਲਾਂ ਸਰਕਾਰ ਦਾ ਫੈਸਲਾ ਵੀ 12 ਦੇਵਾਂਗੇ। ਅਸੀਂ 12 ਦਾ ਮਤਲਬ ਹੀ ਨਹੀਂ ਕੋਈ ਬਣਦਾ। 60 ਅਸੀਂ ਕਿਹਾ 60 ਦਾ ਤੁਸੀਂ ਖਰਚਾ ਕੱਢ ਲਓ ਜੇ ਨਹੀਂ ਬਣਦਾ 60 ਦਾ। ਉਸ ਤੋਂ ਬਾਅਦ ਜੇ ਕੋਈ ਰਾਹ ਨਹੀਂ ਪਿਆ ਕਹਿੰਦੇ ਅਸੀਂ ਸੋਚਾਂਗੇ। ਅੱਛਾ ਜੀ। ਇਹ ਕਿ ਕੋਈ ਮੀਟਿੰਗ ਮੁੱਕ ਗਈ। ਓਕੇ। ਜਲਦੀ ਮਸਲੇ ਨੂੰ ਹੱਲ ਕਰਨ ਦਾ ਕੋਈ ਰਵੱਈਆ ਨਹੀਂ। ਅੱਜ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਹੈ। ਅਸੀਂ ਉਹਦੇ ਵੀ ਫੈਸਲਾ ਕਰਿਆ ਵੀ ਇਹ ਘੋਲ ਨੂੰ ਪੰਜਾਬ ਪੱਧਰ ਦਾ ਬਣਾਉਣਾ ਪੈ ਗਿਆ, ਪੰਜਾਬ ਪੱਧਰ ਦਾ ਵੀ ਬਣਾਵਾਂਗੇ। ਜਿਹੜੇ 5 ਜ਼ਿਲ੍ਹਿਆਂ ਨੇ 2 ਗੇਟ ਰੋਕੇ ਹੋਏ ਆ ਮਨਪ੍ਰੀਤ ਬਾਦਲ ਦੇ, ਤੀਜਾ ਗੇਟ ਉਹਦਾ ਦੂਜੇ ਪਾਸੇ ਸੜਕ ਜਾਂਦੀ ਹੈ ਲਿੰਕ ਹੈ ਜਾਂ ਕਿਹੜੀ ਹੈ ਉਸ ਪਾਸੇ ਗੇਟ ਹੈ।
ਜੇ ਸਰਕਾਰ ਨੇ ਸਾਡੀ ਨਾ ਸੁਣੀ, ਹੋ ਸਕਦਾ ਉਹ ਗੇਟ ਕੱਲ ਨੂੰ ਰੁਕ ਜੇ, ਨਹੀਂ ਪਰਸੋਂ ਪੱਕੀ ਤੌਰ ਤੇ ਰੁਕੂਗਾ ਉਹ ਗੇਟ। ਸਰਕਾਰ ਕੋਲੇ ਦੋ ਰਾਹ ਹੈ। ਇੱਕ ਰਾਹ ਸਰਕਾਰ ਕੋਲੇ ਤਾਕਤ ਹੈ, ਠੀਕ ਹੈ, ਸਾਰੇ ਪੁੱਟ ਕੇ ਮੱਥੇ ਪਾੜ ਕੇ ਲੋਕਾਂ ਨੂੰ ਤੋੜ ਦੇ ਉੱਥੋਂ। ਜੇ ਉਹ ਸ਼ਾਂਤੀ ਚਾਹੁੰਦੀ ਹੈ ਫਿਰ ਉਹਨੂੰ ਇਹਦੀ ਭਰਪਾਈ ਕਰਨੀ ਚਾਹੀਦੀ ਹੈ। ਤੇ ਜੇ ਨਹੀਂ ਕਰਦੇ ਤਾਂ ਉਹਨੂੰ ਲੋਕਾਂ ਕੋਲ ਹੀ ਆਉਣਾ, ਇਹਨਾਂ ਕੋਲ ਹੀ ਆਉਣਾ ਵੋਟਾਂ ਮੰਗਣ ਜੀ। ਅੱਜ ਤੋਂ ਪਹਿਲਾਂ ਇਕੱਲੀ ਭਾਰਤੀ ਜਨਤਾ ਪਾਰਟੀ ਦਾ ਸਾਡਾ ਫੈਸਲਾ ਕਿ ਅਸੀਂ ਉਹਨੂੰ ਪਿੰਡਾਂ 'ਚ ਨਹੀਂ ਬਣ ਦੇਣਾ, ਘੇਰਾਂਗੇ। ਜੇ ਸਰਕਾਰ ਨੇ ਨਾ ਸੁਣੀ ਸਾਨੂੰ ਮਜਬੂਰੀ ਫਸ ਇਹ ਵੀ ਫੈਸਲਾ ਕਰਨਾ ਪੈ ਸਕਦਾ ਹੈ ਕਿ ਠੀਕ ਹੈ ਇਹ ਵੀ ਭਾਰਤੀ ਜਨਤਾ ਪਾਰਟੀ ਵਰਗੀ ਨਿਕਲ ਜੇ ਉਹਦੇ ਬਰੋਬਰ ਇਹਨੂੰ ਵੀ ਪਿੰਡਾਂ 'ਚ ਨਹੀਂ ਵੰਡ ਦੇਣਾ। ਇਹ ਸਾਨੂੰ ਸੋਚਣਾ ਪੈ ਸਕਦਾ ਹੈ। ਇਸ ਕਰਕੇ ਸਰਕਾਰ ਨੂੰ ਫੇਰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਕਿਸਾਨ ਪਹਿਲੇ ਖੁਦਕਸ਼ੀਆਂ ਕਰੀ ਜਾਂਦੇ ਸੀ, ਜਿੰਨੀ ਉਹਨਾਂ ਦੀ ਨੁਕਸਾਨ ਦੀ ਹੋ ਗਈ ਉਹਦੀ ਪੂਰਤੀ ਕਰੇ ਸਰਕਾਰ। ਮਜ਼ਦੂਰਾਂ ਦੇ ਚੁੱਲ੍ਹੇ ਪਹਿਲੇ ਠੰਡੇ ਸੀ, ਹੁਣ ਜਿਹੜਾ ਹੋਣਾ ਸੀਗਾ ਇਹ ਚੱਕ ਕੇ ਬਾਲਟੀ ਪਾਣੀ ਦੀ ਪਾਤੀ ਗੁਲਾਬੀ ਸੁੰਡੀ ਨੇ ਜੇ ਕਹਿਣਾ ਹੋਵੇ ਉਹ ਚੁੱਲ੍ਹੇ ਤਪਦੇ ਕਰਨ ਸਰਕਾਰ। ਤੇ ਇਹ ਜੇ ਹੁਣ ਕਹਿੰਦਾ ਮੈਂ ਤਾਂ ਦਲਿਤਾਂ ਚੋਂ ਆ ਤੇ ਦਲਿਤਾਂ ਦੀ ਸੁਣਨ ਨੂੰ ਤਿਆਰ ਨਹੀਂ, ਫਿਰ ਦਲਿਤਾਂ ਦਾ ਕਿਵੇਂ ਹੋ ਗਈ? ਬਣਾਇਆ ਤਾਂ ਹੈ ਨਾ ਵੀ ਅਸੀਂ ਸਾਰੇ ਦਲਿਤਾਂ ਦੀ ਵੋਟਾਂ ਲੈਣਾ ਜੀ, ਜਾਂ ਮੁੱਖ ਮੰਤਰੀ ਦਲਿਤਾਂ ਦਾ ਬਣ ਗਿਆ, ਦਲਿਤਾਂ ਦਾ ਤਾਂ ਰਾਸ਼ਟਰਪਤੀ ਵੀ ਬਣਿਆ ਹੋਇਆ। ਜੇ ਉਹਨਾਂ ਦੀ ਸੁਣਨੀ ਹੋਈ ਨਹੀਂ ਕਿ ਇਕੱਲੀ ਜਾਤ ਨੂੰ ਕੋਈ ਕੀ ਕਰੂਗਾ ਵੀ ਭਾਈ ਫਲਾਨੀ ਜਾਤ ਨਾਲ ਜੁੜਦਾ, ਫਲਾਨੀ ਜਾਤ ਨਾਲ ਜੁੜਦਾ। ਇਸ ਕਰਕੇ ਛੋਟੇ ਮਾਧਿਅਮ ਰਾਹੀਂ ਅਸੀਂ ਫੇਰ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਉਹਨਾਂ ਕਿਸਾਨਾਂ ਦੀ ਤੇ ਸਮੇਤ ਮਜ਼ਦੂਰਾਂ ਦੀ ਪੂਰੀ ਜਿਹੜੀ ਨੁਕਸਾਨ ਦੀ ਪੂਰਤੀ ਕਰੇ ਜੀ। ਅੱਛਾ, ਇੱਕ ਜਾਂਦੇ ਜਾਂਦੇ ਜੇਠੂਕੇ ਸਾਹਿਬ, ਜਿਹੜਾ ਦੁਸਹਿਰੇ ਦਾ ਤੁਹਾਡਾ ਪ੍ਰੋਗਰਾਮ ਸੀ, ਕਿਉਂਕਿ ਕੁਝ ਹਿੰਦੂ ਜਥੇਬੰਦੀਆਂ ਮੁੱਦਾ ਬਣਾ ਰਹੀਆਂ, ਬੀਜੇਪੀ ਖਾਸ ਕਰਕੇ ਜਥੇਬੰਦੀਆਂ, ਹਿੰਦੂ ਲੋਕ ਤਾਂ ਨਹੀਂ ਬੁਰਾ ਮਨਾ ਰਹੇ, ਰਾਵਣ ਸਾਰੇ ਫੂਕਦੇ ਆ, ਮਤਲਬ ਰਾਵਣ ਤਾਂ ਤੁਸੀਂ ਨਹੀਂ ਫੂਕ ਰਹੇ, ਤੁਸੀਂ ਤਾਂ ਪੁਤਲੇ ਸਾੜ ਰਹੇ ਹੋ। ਪੁਤਲੇ ਪਹਿਲਾਂ ਵੀ ਸਾੜੇ ਜਾਂਦੇ ਆ, ਰੋਜ਼ ਸਾੜਦੇ ਆ ਪੁਤਲੇ, ਹਰ ਇੱਕ ਦੇ ਸਾੜਦੇ ਆ। ਮਨਮੋਹਨ ਸਿੰਘ ਦੇ ਪੁਤਲੇ ਸਾੜਦੀ ਰਹੀ ਹੈ ਬੀਜੇਪੀ। ਇਹਦੇ ਬਾਰੇ ਹੁਣ ਜੀ ਸੁਣੋ ਜੀ ਬੇਨਤੀ, ਪਿਛਲੇ ਸਾਲ ਦੁਸਹਿਰੇ ਨੂੰ ਕਿੰਨੇ ਸ਼ਹਿਰਾਂ ਦੇ ਵਿੱਚ ਮੋਦੀ ਦਾ ਕਾਰਪੋਰੇਟ ਘਰਾਣਿਆਂ ਦਾ ਪੁਤਲੇ ਬਣਾ ਕੇ ਸਾੜੇ ਹੈ, ਉੱਡੇ ਰਾਵਣ ਜਿੱਡੇ ਕੱਦ ਬੁੱਤ ਬਣਾ ਕੇ। ਕੋਈ ਕਿਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਐਸਟੀਓ ਦਾ ਬਿਆਨ ਲਿਖਿਆ ਵੀ ਤਾਂ ਹਿੰਦੂਆਂ ਦੇ ਖਿਲਾਫ ਨੇ। ਹੁਣ ਸਰਕਾਰ ਕਿਸਾਨਾਂ ਦਾ ਜਿਹੜਾ ਚੱਲ ਰਿਹਾ ਘੋਲ ਹੈ ਦਿੱਲੀ 'ਚ, ਉਹਨੂੰ ਹੱਲ ਕਰਨ ਦੀ ਬਜਾਏ ਦੂਜੀ ਤਿਆਰੀ ਹੋਈ ਹੈ ਜੀ। ਉਹਦੇ ਤੋਂ ਹੀ ਜਿਹੜਾ ਹਰਿਆਣੇ ਵਾਲਾ ਮੁੱਖ ਮੰਤਰੀ ਦਾ ਬਿਆਨ ਹੈ ਉਹ ਸਾਰਿਆਂ ਨੇ ਸੁਣਿਆ। ਜੇ ਯੂਪੀ ਦੇ ਵਿੱਚ ਆਈ ਲੋਕਾਂ ਦੇ ਵਾਪਸ ਮੁਰਦਿਆਂ ਤੇ ਗੱਡੀ ਚੜਾਈ ਹੈ, ਅਜੇ ਤੱਕ ਉਸ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਨੂੰ ਤਿਆਰ ਨਹੀਂ ਜੀ। ਤੇ ਹੁਣ ਇਹ ਪੂਰੇ ਹਿੰਦੂਆਂ ਨੂੰ ਐ ਭੜਕਾਉਣ ਦੀ ਖਾਤਰ ਵੀ ਆ ਦੇਖੋ ਜੀ ਦੁਸਹਿਰੇ ਤੇ ਇਹ ਪੁਤਲੇ ਬਣਾ ਕੇ ਸਾੜ ਰਹੀ ਹੈ। ਪੁਤਲੇ ਕਿਹਦੇ ਸਾੜੇ ਜਾ ਰਹੇ ਹੈ? ਜਿਹੜੇ ਸਾਰੇ ਲੋਕਾਂ ਦੇ ਉਲਟ ਹੈ, ਸਮੇਤ ਦੁਸਹਿਰੀਆਂ ਦੇ। ਮੋਦੀ ਹੈ, ਅਮਿਤ ਸ਼ਾਹ ਹੈ, ਸਾਮਰਾਜ ਹੈ, ਉਹਨਾਂ ਦੇ ਪੁਤਲੇ ਛਾਣ ਦਾ ਫੈਸਲਾ ਸੱਦਾ ਹੈ ਸੰਯੁਕਤ ਮੋਰਚੇ ਵੱਲੋਂ। ਸੰਯੁਕਤ ਮੋਰਚੇ ਨੇ ਸਿਆਣਪ ਦਿਖਾਈ ਹੈ ਵੀ ਇਸ ਗੱਲ ਕਰਕੇ ਉਹ ਹਿੰਦੂਆਂ ਦੇ ਮਨਾਂ 'ਚ ਕੋਈ ਭਰਨਾ ਚਾਹੁੰਦੀ ਹੈ, ਉਹ 15 ਦੀ ਬਜਾਏ ਨੂੰ 16 ਨੂੰ ਸਾੜੇ ਜਾਣਗੇ ਸਾਰੇ ਕੰਮ। ਬਿਲਕੁਲ 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 ਅੱਛਾ ਫੈਸਲਾ ਹੈ, ਕਿਉਂਕਿ ਕਿਸੇ ਕਰ ਲਿਆ ਸੰਯੁਕਤ ਮੋਰਚੇ ਨੇ। 18 ਦਾ ਰੇਲ ਰੋਕੋ ਦਾ ਕੀ ਰਹੇਗਾ? ਕੀ ਜਿਸ ਤਰ੍ਹਾਂ ਕੋਲੇ ਦੀ 18 ਦਾ ਰੇਲ ਰੋਕੋ ਦਾ 6 ਤੋਂ 12 ਵਜੇ 4 ਵਜੇ ਤੱਕ ਜੀ। ਜਿਹੜੇ ਕੋਲੇ ਵਾਲੇ ਲੋਡ ਨੇ ਸਾਰੇ ਭਾਰਤ ਦੇ ਰੇਲਾਂ ਦਾ ਜਾਮ ਕਰਨ ਦਾ ਸੱਦਾ ਦਿੱਤਾ ਹੈ ਰੋਕਣ ਦਾ। ਜਿਹੜੇ ਕੋਲੇ ਵਾਲੇ ਰੈਕ ਨੇ ਉਹਨਾਂ ਨੂੰ ਛੱਡਿਆ ਜਾਏਗਾ ਜਾਂ ਉਹ ਵੀ ਕਿਉਂਕਿ ਤੁਹਾਡੇ ਕੋਲ ਪਾ ਦੇਣਾ ਘੰਟੇ ਕੋਈ ਚੀਜ਼ ਨਹੀਂ ਲੰਘੂਗੀ? ਅੱਛਾ ਜੀ, ਮਤਲਬ ਕੋਲੇ ਵਾਲੇ ਰੈਕ ਨੂੰ ਵਰਤੇ ਜਾਣਗੇ ਨਿਭਾਉਣ ਖਾਤਰ। ਇਹਦੇ ਬਾਵਜੂਦ 30 ਘੰਟੇ ਜਾਮ ਹੋਣਗੇ ਰੇਲਾਂ। ਤੁਹਾਨੂੰ ਪਤਾ ਨਹੀਂ ਪੰਜਾਬ ਦੇ ਵਿੱਚ 100% ਗਰੰਟੀ ਕਰਦਾ ਕਿ ਕੋਈ ਰੇਲ ਨਹੀਂ ਚੱਲੂਗੀ। ਅੱਛਾ, ਇੱਕ ਆਖਰੀ ਸਵਾਲ ਸੀਗਾ ਕਿ ਜਿਸ ਤਰ੍ਹਾਂ ਆਪਣਾ ਕੋਲੇ ਦੀ ਸਮੱਸਿਆ ਇਹਨਾਂ ਨੇ ਬਹਾਨਾ ਬਣਾ ਲੈਣਾ ਕਿ ਦੇਖੋ ਜੀ 2 ਦਿਨ ਕੋਲਾ ਲੇਟ ਹੋ ਗਿਆ, ਇਹ ਤਾਂ ਜਾਮ ਲਾਇਆ ਸੀ। ਕੀ ਜਿਵੇਂ ਪਹਿਲਾਂ ਕੋਈ ਸਾਧਨ ਸੀਗੇ, ਜੇ ਕੋਲੇ ਵਾਲੇ ਰੈਕ ਛੱਡ ਦਿੱਤੇ ਜਾਣ, ਤੁਸੀਂ ਅਜੇ ਫੈਸਲਾ ਵੈਸੇ ਕਰ ਲਿਆ ਤੇ ਇਹਨਾਂ ਨੂੰ ਕਹਿਣ ਦਾ ਮੌਕਾ ਨਹੀਂ ਕਿਉਂਕਿ ਉਹ ਤਾਂ ਬਹਾਨਾ ਭਾਲਦੇ ਆ ਜੇ ਕੋਲੇ ਵਾਲੇ ਰੈਕ ਛੱਡ। ਉਹ ਤਾਂ ਜੋ ਮਰਜ਼ੀ ਕਹਿ ਲੈ, ਖਾਂਦੇ ਦੀ ਗੱਲ ਕਹਿੰਦਾ ਦਾੜੀ ਹਿੱਲ ਗਿਆ ਤਾਂ ਹਿੱਲੂਗੀ। ਅਮਰੀਕਾ ਨੇ ਰਾਖ ਨੂੰ ਕਿਹਾ ਵੀ ਇਹਨਾਂ ਕੋਲ ਪਰਮਾਣੂ ਬੰਬ ਹੈ। ਰਾਖ ਨੇ ਕਿਹਾ ਵੀ ਆਜੋ ਤਲਾਸ਼ੀ ਲੈ ਲਓ, ਸਾਡੀ ਸਾਰੀ ਕਰਾ ਦੇਣੇ ਆ। ਉਸ ਤੋਂ ਮੁੜ ਕੇ ਬਾਅਦ ਅਮਰੀਕਾ ਨੇ ਰਾਖ ਤੇ ਕਬਜ਼ਾ ਵੀ ਕਰ ਲਿਆ। ਉਹ ਪਰਮਾਣੂ ਬੰਬ ਲੋਕਾਂ ਨੂੰ ਦਿਖਾਏਦਾ ਹੈ ਨਾ ਵੀ ਕਿਹੜੀ ਸੀ ਉਹਦੇ ਕੋਲ ਜਿਹੜਾ ਸਾਡੀ ਦੁਨੀਆ ਨੂੰ ਖਤਰਾ ਸੀ। ਜੇ ਕਿਸੇ ਨੇ ਬਹਾਨਾ ਬਣਾ ਕੇ ਲੋਕਾਂ ਨੂੰ ਤੰਗ ਕਰਨਾ ਹੈ ਉਹਦਾ ਤਾਂ ਕੋਈ ਨਹੀਂ, ਕੋਈ ਜਿਹੜਾ ਮਰਜ਼ੀ ਬਣਾ ਲੈਣਗੇ। ਹੁਣ ਇਹ ਚੱਕ ਸੈਂਟਰ ਨੇ ਅੱਜ ਇਹਨਾਂ ਕੋਲ ਬਾਰਡਰ ਏਰੀਆ ਹੈ,
ਉਹਨੂੰ 50 ਕਿਲੋਮੀਟਰ ਅੰਦਰ ਨੂੰ ਕਹਿੰਦਾ ਵੀ ਹੋਰ ਅਧਿਕਾਰ ਹੈ। ਇਹ ਨੰਗਾ ਚਿੱਟਾ ਇਹ ਪੰਜਾਬ ਮੂਹਰੇ ਲੱਗਿਆ ਇਸ ਅੰਦੋਲਨ ਦੇ, ਪੰਜਾਬ ਵਾਲਿਆਂ ਨੂੰ ਨਿਸ਼ਾਨਾ ਬਣਾਓ। ਮਿਲਟਰੀ ਸਾਹਿਬ ਦੀ ਮਨਮਰਜ਼ੀ ਕਰੂ, ਮਿਲਟਰੀ ਦਾ ਕਾਨੂੰਨ ਚੱਲੂ। ਜਿਹੜੀ ਸਰਕਾਰ ਲੋਕਾਂ ਨੂੰ ਲਗਨ ਤੇ ਡਰਨ ਤੇ ਆਈ ਹੈ, ਐਂ ਚੁੱਪ ਕਰਾਉਣਾ ਚਾਹੁੰਦੀ ਹੈ। ਐਂ ਚੁੱਪ ਕਰਕੇ ਕਿਸੇ ਦਾ ਰਾਜ ਚੱਲਦਾ ਹੁੰਦਾ ਤਾਂ ਫਿਰ ਅੱਜ ਵੀ ਅੰਗਰੇਜ਼ਾਂ ਦਾ ਰਾਜ ਹੁੰਦਾ ਇੱਥੇ। ਪੂਰੀ ਤਰ੍ਹਾਂ ਸਰਕਾਰ ਥੈਂਕ ਯੂ ਠੀਕ ਹੈ। ਬਾਕੀ ਕਿਸੇ ਨੂੰ ਦਵਾ ਸਕਦੇ ਹੈ, ਵਕਤੀ ਹੋ ਸਕਦੀ ਹੈ ਗੱਲ। ਜੀ 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 ਥੈਂਕ ਯੂ ਬਾਈ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਹਾਂ ਜੀ, ਧੰਨਵਾਦ ਜੀ ਤੁਹਾਡਾ। ਤੁਹਾਡੇ ਮਾਧਿਅਮ ਨਾਲ ਅਸੀਂ ਜਿਹੜੇ ਵੀ ਕੋਈ ਸਰੋਤੇ ਸੁਣ ਰਹੇ ਹੈ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਜਿਸ ਕਿਸਮ ਦੀ ਲੜਾਈ ਆ ਗਈ, ਕੱਲੀ ਮਾਨਸਿਕ ਤੌਰ ਤੇ ਕਿਸੇ ਲਹਿਰ ਨਾਲ ਜੁੜ ਕੇ ਇਹ ਮਸਲਾ ਨਹੀਂ ਹੱਲ ਹੋਣਾ। ਸਰੀਰਕ ਤੌਰ ਤੇ ਇਸ ਲਹਿਰ ਦੇ ਵਿੱਚ ਆਓ, ਫਿਰ ਸਾਰਿਆਂ ਨੂੰ ਸੂਤ ਕਰ ਲਾਂਗੇ ਜੀ। ਥੈਂਕ ਯੂ ਸਰਦਾਰ, ਤੁਹਾਡੇ ਮਾਧਿਅਮ ਰਹੀ ਸਾਰੇ ਭਰਾਵਾਂ ਨੂੰ। ਮਿਹਰਬਾਨੀ ਸਾਹਿਬ ਜੇਠੂ ਕੇ ਸਾਹਿਬ, ਥੈਂਕ ਯੂ, ਮਿਹਰਬਾਨੀ। ਸੋ ਇਹ ਝੰਡੂ ਕੇ ਜੇਠੂ ਕੇ ਬੜੇ ਸੰਘਰਸ਼ੀਲ ਲੋਕਾਂ ਦੇ ਪਿੰਡ ਨੇ, ਬੜੀਆਂ ਲਹਿਰਾਂ ਇੱਥੇ ਉਪਜੀਆਂ ਨੇ ਕਿਉਂਕਿ ਉਹ 2-3 ਸਟੇਟਾਂ ਦੀ, ਪਟਿਆਲਾ, ਜੀਂਦ, ਸੰਗਰੂਰ, ਇਹਨਾਂ ਦੀ ਹੱਦ ਪੈਂਦੀ ਹੈ। ਇਹਨਾਂ ਪਿੰਡਾਂ ਦੇ ਵਿੱਚ ਬੜੇ ਵੱਡੇ ਪਿੰਡ ਨੇ, ਲੋਕ ਲਹਿਰਾਂ ਵਾਲੇ ਪਿੰਡ ਨੇ, ਪਰਜਮਨ ਲਹਿਰਾਂ ਇੱਥੋਂ ਚੱਲੀਆਂ। ਖੈਰ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ, ਇਹ ਸਨ ਕਿਸਾਨ ਯੂਨੀਅਨ ਨਗਰਾਹਾਂ ਦੇ ਹੋਗੇ ਆਗੂ ਝੰਡਾ ਸਿੰਘ ਜੇਠੂ ਕੇ। 15 ਨੰਬਰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਅਮਨਦੀਪ ਭਦੌੜ ਤੋਂ, ਤੁਹਾਡੇ ਇਲਾਕੇ ਤੋਂ ਹੀ ਹੈ ਗੱਲਬਾਤ ਹੋ ਰਹੀ। ਸਵਾਗਤ ਅਮਨਦੀਪ। ਸਤਿ ਸ੍ਰੀ ਅਕਾਲ ਦਵਾਨਾ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੇਠੂਕੇ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ ਜੀ। ਕੀ ਕਰਨੀ ਚਾਹੁੰਦਾ, ਜਿਹੜੇ ਵੀ ਸੁੰਡੀ ਤੋਂ ਗ੍ਰਸਤ ਜੋ ਏਰੀਏ ਦੇ NRI ਵੀਰ ਆ ਜਿਨ੍ਹਾਂ ਨੇ ਆਪਣੀ ਜ਼ਮੀਨ ਇੱਥੋਂ ਦੇ ਕਿਸਾਨਾਂ ਨੂੰ ਠੇਕੇ ਤੇ ਦਿੱਤੀ ਵੀ ਆ, ਤੇ ਥੋੜੀ ਜਿਹੀ ਖੁੱਲ ਜੀ। ਤੁਹਾਡੀ ਆਵਾਜ਼ ਘੱਟ ਰਹੀ ਹੈ ਅਮਨਦੀਪ, ਇੰਟਰਨੈਟ ਦੀ। ਹੈਲੋ, ਹਾਂ ਤੁਹਾਡੀ ਆਵਾਜ਼ ਘੱਟ ਰਹੀ ਹੈ, ਕੰਪਲੀਟ ਕਰੋ ਪਲੀਜ਼। ਹਾਂਜੀ ਹਾਂਜੀ। ਮੈਂ ਬੇਨਤੀ ਕਰਨੀ ਚਾਹੁੰਦਾ ਸੀਗਾ ਜੀ ਕਿ ਜਿਹੜੇ ਇਸ ਇਲਾਕੇ ਦੇ NRI ਵੀਰ ਆ ਜਿਨ੍ਹਾਂ ਨੇ ਇਹਨਾਂ ਨੂੰ ਪਹਿਲੀ ਠੇਕੇ ਤੇ ਦਿੱਤੀ ਹੋਈ ਆ, ਉਹ ਥੋੜੀ ਜਿਹੀ ਖੁੱਲ੍ਹ ਦੇ ਲਈ ਵਿਖਾ ਦੇਣ ਜੀ। 1 ਸਾਲ ਦਾ ਠੇਕਾ ਛੱਡ ਦੇਣ, ਜਿਨ੍ਹਾਂ ਦੇ ਉੱਤੇ ਕੰਮ ਕਰ ਠੀਕ ਆ ਜੀ। ਇੱਥੇ ਬੜੀ ਭਰਾਵਾਂ ਦੀ, ਕਿਸਾਨ ਭਰਾਵਾਂ ਦੀ ਮਦਦ ਹੋ ਜਾਣੀ ਇਹਦੇ ਨਾਲ। ਤੇ ਪਲੱਸ ਜਿਹੜੇ ਇੱਥੋਂ ਦੇ ਜਾਣੀ ਕਿ ਸਰਦੇ ਪੁਰਦੇ ਕਿਸਾਨ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਆਪਣਾ ਕਾਸ਼ਤ ਕਰਕੇ ਅੱਗੇ ਠੇਕੇ ਤੇ ਦਿੱਤੀਆਂ ਹੋਈਆਂ, ਉਹ ਨਹੀਂ ਜ਼ਿਆਦਾ ਕਰ ਸਕਦੇ ਤਾਂ ਅੱਧਾ ਹੀ ਠੇਕਾ ਮਾਫ਼ ਕਰ ਦੇਣ ਜੀ। ਜੋ ਵੀ ਸਰਕਾਰ ਵੱਲੋਂ ਮਦਦ ਆਊਗੀ ਉਹ ਤਾਂ ਆਉਣੀ ਹੈ, ਤੇ ਇਹ ਇੱਕ ਬੋਨਸ ਹੋ ਜਾਊਗਾ ਜੀ। ਇੰਨੇ ਸੀਗਾ ਜੀ ਮੇਰਾ, ਧੰਨਵਾਦ। ਥੈਂਕ ਯੂ ਅਮਨਦੀਪ ਭਦੌੜ ਸਾਹਿਬ, ਬਹੁਤ ਬਹੁਤ ਧੰਨਵਾਦ। ਬਿਲਕੁਲ, ਚਲੋ ਠੀਕ ਹੈ, ਜੇ ਪ੍ਰੋਫਿਟ ਹੁੰਦਾ, ਜੇ ਮਤਲਬ ਕਿਸਾਨ ਨੂੰ ਐਡਾ ਘਾਟਾ ਪੈਂਦਾ, ਕੋਈ ਨਾ ਕੋਈ ਐਡਜਸਟਮੈਂਟ ਹੈ ਕਿਉਂਕਿ ਆਪਣੇ ਲੋਕ ਨੇ। ਤੁਸੀਂ ਥੋੜਾ ਜਿਹਾ ਕਰੋ ਤੇ ਲੋਕੀ ਤੁਹਾਡਾ ਉਸ ਤੋਂ ਕਿਤੇ ਵੱਧ ਕਰਦੇ ਆ। ਹੁਣ ਇਹਦੇ 'ਚ ਇਹ ਹੈ ਕਿ ਜੇ ਵੈਸੇ NRI ਪਹਿਲਾਂ ਵੀ ਇੱਕ ਦੋ ਆਪਣੇ ਸੱਜਣ ਜੁੜੇ ਸੀ ਲਾਸਟ ਈਅਰ ਵੀ, ਉਹਨਾਂ ਨੇ ਵੀ ਮਤਲਬ 500 ਰੁਪਏ ਫੀ ਏਕੜ ਘਟਾ ਦਿੱਤਾ ਸੀ ਅਗਰ ਕਿਸਾਨ ਝੋਨਾ ਦੀ ਪਰਾਲੀ ਜਿਹੜਾ ਨਹੀਂ ਸਾੜਦੇ। ਸੋ NRI ਬਹੁਤ ਨਿਉ ਕਰਦੇ ਨੇ ਪੰਜਾਬ ਨਾਲ। ਪੰਜਾਬ 'ਚ ਵੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇਸ ਤਰ੍ਹਾਂ ਜਦੋਂ ਲੱਗਦਾ ਕਿ ਘਾਟਾ ਪੈ ਰਿਹਾ ਕੋਈ ਗੱਲ ਨਹੀਂ। ਤੇ ਉਧਰ ਚੰਨੀ ਨੇ ਜਿਸ ਤਰ੍ਹਾਂ ਸਿੱਧੂ ਨੂੰ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਕਿਉਂਕਿ ਕੈਪਟਨ ਸਾਹਿਬ ਨੇ ਸੱਦਾ ਦਿੱਤਾ ਸੀ ਚੰਨੀ ਨੂੰ ਜਦੋਂ ਮੁੱਖ ਮੰਤਰੀ ਬਣੇ ਨੇ ਕਿ ਆਓ ਮੇਰੇ ਘਰੇ ਲੰਚ ਤੇ ਆਓ, ਪਰ ਚੰਨੀ ਨਹੀਂ ਗਿਆ ਬਲਕਿ ਉਹ ਪ੍ਰਗਟ ਸਿੰਘ ਦੇ ਘਰੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ, ਆਪਣੇ ਵਜ਼ੀਰਾਂ ਨੂੰ ਲੈ ਕੇ ਪ੍ਰਗਟ ਸਿੰਘ ਦੇ ਘਰੇ ਖਾਣ ਲੱਗ ਗਏ ਸੀ, ਜਿਸ ਦਿਨ 20 ਸਤੰਬਰ ਨੂੰ ਕੈਪਟਨ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਖਾਣੇ ਦਾ। ਇਗਨੋਰ ਕੀਤਾ ਸੀ। ਪਰ ਹੁਣ ਚੰਨੀ ਦਾ ਆਪਣੇ ਬੇਟੇ, ਦੋਨੇ ਬੇਟਿਆਂ ਦੇ ਨਾਲ, ਨੂੰਹ ਰਾਣੀ ਦੇ ਨਾਲ, ਆਪਣੀ ਪਤਨੀ ਦੇ ਨਾਲ, ਪਰਿਵਾਰਕ ਮੈਂਬਰਾਂ ਦੇ ਨਾਲ ਜਾ ਕੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਅਸ਼ੀਰਵਾਦ ਲਿਆ, ਰਾਜਨੀਤਿਕ ਹਲਕਿਆਂ ਦੇ ਵਿੱਚ ਇਸ ਤੇ ਕਈ ਸਾਰੇ ਮਾਅਨੇ ਨਿਕਲਦੇ ਨੇ। ਸੋ ਇਹਨਾਂ ਸਾਰੇ ਮਸਲੇ ਮਸਾਇਲ ਤੇ ਜਲਦ ਗੱਲਬਾਤ ਕਰਾਂਗੇ ਆਪਾਂ ਪਰਮਿੰਦਰ ਸਿੰਘ ਬਰਿਆਣਾ ਹੋਰਾਂ ਦੇ ਨਾਲ ਕਿਉਂਕਿ ਸੁਰਿੰਦਰ ਬਾਈ ਜੀ ਹਸਪਤਾਲ ਸੀਗੇ, ਅੱਜ ਛੁੱਟੀ ਉਹਨਾਂ ਨੂੰ ਹੋ ਗਈ ਹੈ, ਘਰੇ ਪਹੁੰਚ ਗਏ ਨੇ। ਚਲੋ ਘਰੇ ਮਾਹੌਲ ਹੁੰਦਾ ਕਿ ਬੰਦਾ ਵੈਸੇ ਹੀ ਚੜ੍ਹਦੀ ਕਲਾ 'ਚ ਹੋ ਜਾਂਦਾ। ਸੋ ਜਲਦ ਉਹਨਾਂ ਨਾਲ ਵੀ ਮੁਲਾਕਾਤ ਹੋਏਗੀ। ਅਜੇ ਉਹ ਤਾਂ ਕਹਿੰਦੇ ਸੀ ਮੈਂ ਕੋਈ ਨਹੀਂ, ਤੁਸੀਂ ਦਰੁਸਤ ਹੋਵੋ, ਇਹ ਕੰਮ ਤਾਂ ਚੱਲਦੇ ਰਹਿੰਦੇ ਆ, ਆਰਾਮ ਪਹਿਲਾਂ ਜ਼ਰੂਰੀ ਹੈ। ਤੇ ਉਧਰ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਸੱਦਿਆ ਗਿਆ। ਅੱਜ ਉਹਨਾਂ ਦੀ ਕੇਂਦਰੀ ਆਗੂਆਂ ਕੇ ਵੇਣੂਗੋਪਾਲ ਤੇ ਹਰੀਸ਼ ਰਾਵਤ ਨਾਲ ਪੰਜਾਬ ਮਸਲਿਆਂ ਦੇ ਮੁਤਲਕ ਗੱਲਬਾਤ ਹੋਣੀ ਹੈ। ਗੁਰਵੀਰ ਸਵਾਗਤ ਹੈ ਕਮੈਂਟਰੀ ਤੋਂ ਤੁਹਾਡਾ। ਸਤਿ ਸ਼੍ਰੀ ਅਕਾਲ। YouTube ਤੇ ਬੰਦ ਹੋ ਜਾਂਦਾ। ਹਾਂਜੀ ਮੈਂ ਕਿਹਾ YouTube ਤੇ ਬੰਦ ਹੋ ਗਿਆ ਸੀ ਪ੍ਰੋਗਰਾਮ। YouTube ਤੇ ਬੰਦ ਹੋ ਗਿਆ, ਮੈਂ ਦੇਖਦਾ ਹੁਣੇ ਦੇਖਦਾ। ਹਾਂਜੀ ਮੈਂ ਤਾਂ ਤੁਹਾਡਾ ਐਪ ਤੇ ਸੁਣਦਾ ਹੁੰਦਾ ਜ਼ਿਆਦਾ, ਪਰ ਐਵਰੀਡੇ ਬੰਦ ਵਿੱਚ ਪਤਾ ਨਹੀਂ ਕੋਈ ਸ਼ਾਇਦ ਅੱਛਾ ਦਿੱਕਤ ਆਉਂਦੀ ਹੈ। ਚਲੋ ਇਹ ਸਿਸਟਮ ਹੈਗਾ, ਸੌਰੀ ਇਸੇ ਕਰਕੇ ਐਪ ਵਾਲਾ ਕੰਮ। ਹਾਂਜੀ ਬਾਕੀ ਐਪ ਤੇ ਮੈਂ ਤਾਂ ਸੁਣਦਾ ਹੀ ਐਪ ਤੇ ਹੁੰਦਾ, ਐਪ ਤੇ ਬਹੁਤ ਸੋਹਣਾ ਸੁਣਦਾ ਉਹਦਾ ਕਲੈਰਿਟੀ। ਹਾਂ ਕੁਆਲਿਟੀ ਵੀ ਬਿਹਤਰ ਆਉਂਦੀ ਹੈ ਐਪ ਤੇ, ਤਾਂ ਬੜੀ ਵਧੀਆ ਚੀਜ਼ ਹੈ। ਹਾਂਜੀ ਉੱਥੇ ਕਲੀਅਰ ਵੀ ਬਹੁਤ ਸੁਣਦਾ ਆ। ਨਾਲੇ ਤੇ ਤੁਸੀਂ ਇੱਧਰ ਉੱਧਰ ਹੋਰ ਵੀ ਐਪ ਦੇਖਣਾ ਹੋਵੇ ਵਿੱਚ ਕੋਈ ਨਾਲ ਹੋਰ ਕੰਮ ਵੀ ਕਰ ਲੈਂਦੇ ਹੋ ਤੁਸੀਂ ਐਪ ਤੇ, ਕਈ ਫਾਇਦੇ ਨੇ। ਬਸ ਉਹ ਸਪੇਸ ਥੋੜੀ ਜਿਹੀ ਲੈਂਦਾ, ਅਦਰਵਾਈਜ਼ ਕੋਈ ਇਦਾਂ ਦੀ ਗੱਲ ਨਹੀਂ। ਥੈਂਕ ਯੂ।
थैंक यू गुरवीर, कोई नहीं, मैं देखदा कोई सिस्टम च किते किते दिक्कत आउंदी है। थैंक यू, तुसीं अपडेट कीता इस मामले च। जे कोई दिक्कत आउंदी है तो प्लीज़ कॉल कर लिया करो। ते ऐप्स ने जिहड़ियां साडीआं आईफोन ते एंड्राइड ऐप्स ने, उन्हां ते क्वालिटी बहुत बेहतर आउंदी है। जे वैसे दिक्कत आउंदी है तां जिहड़ी अपनी वैबसाइट है रेडियो की, जिथे हुण आपां खबरां भी जल्द पावांगे, tivanaradio.com, वो वैबसाइट बहुत सखाली है, www पा के tivanaradio.com, बहुत सखाला। मैं लिंक भी भेज दांगा सारे सज्जनां नूं, उत्ते क्लिक मारो ते नाल दी नाल उत्थे जिहड़ा एक साइन बनया होया त्रिकोण दा, ते उत्ते क्लिक करो। जिवें अपने स्विचां हुंदियां सीगियां, स्विचां हुंदियां सी ना टेप रिकॉर्ड दियां, प्ले बटन, ते उत्ते ऑन हो जांदा। वो भी तुसीं काम करते करते नाल नाल ਉਹਨੂੰ सुन सकते हो, ऐप की तरह वैबसाइट ते भी सुनिया जा सकता। बेहतर तरीका वो भी, क्योंकि यूट्यूब वाला काम ना ढमढमा इदां दा ही है, 4 बंदे शिकायत कर देण मुड़ के बंद कर दिंदे आ। हैडिक ज़्यादा इन्हां च, फेसबुक ते भी ते इहदे च भी फायदा नहीं है। इस करके असीं अपनी ऐप्स बनाईआं, थोड़ा खर्चा उन्हां दे हुंदे आ ज़्यादा, मेनटेनेंस वगैरह भी करवाई है। ते चन्नी दा कैप्टन साहब दे घरे रोटी खाना अपनी बेटी बहू राणी ते नूह राणी ते पत्नी समेत जिहड़े पुज्जे ने, इहदा भी राजनीतिक हलकिआं दे विच चर्चा हो रही है। ते उधर दुसहरे दे मौके लुधियाना दे विच दुसहरा परेड रद्द कर दित्ती गई है इत्थे, क्योंकि राष्ट्रीय स्वयं सेवक संघ इत्थे हर साल वड्डी परेड करदा है। सो इस मुताबक RSS का पंजाब मुखी है इकबाल सिंह, उसने आख्या कि RSS ने दुसहरे के मौके जिस तरह पूरी वर्दी पा के, चिट्टियां वर्दियां, कच्छे खाकी पा के ये अपनी परेड करते हैं, ये बड़ी पुरानी रवायत है। दरेसी ग्राउंड की बादल साहब के बारे भी चर्चा कि एक बारी वो भी इस परेड के शामिल हुए सी। इत्थे दरेसी ग्राउंड ते अटैक भी एक बारी होया सीगा। इस दौरान RSS के वर्कर, स्वयं सेवक संघ के वर्कर अपनी पूरी वर्दी के नाल काली टोपी पा के, हत्थां छोटी फड़ के परेड मार्च करते हैं, जानी कि अपना शक्ति प्रदर्शन करते हैं ते हथियारां दा भी प्रदर्शन करते हैं। पटियाले च भी हुंदी है, वो भी कई बारी 12 बोर मोढे ते, क्योंकि जनतक तौर पर जे तुहाडे कोल लाइसेंस भी है ना, तुसीं इदां हथियार शो ऑफ नहीं कर सकते। ते इस करके खेती अंदोलन जिहड़ा चल रहा, ये एक कारण है जिस करके खेती अंदोलन दे चलन कारण भाजपा के खिलाफ हरियाणा ते पंजाब दे विच जबरदस्त रोस है। ये भी एक कारण समझिया जांदा है कि संघ वालों इस स्थानक इकाइयां नूं हदायत दित्तियां गईयां ने कि परेड तो वो गुरेज करन, बंद करन ते छोटे छोटे समागम कर लैण दुसहरे के मौके, क्योंकि दुसहरे के मौके RSS विजय दशमी के रूप च इसनूं पूजदी है, वड्डे समागम करदी है। मैं पिछले साल पटियाले जां होर देखिआ, पूरियां गन्ना गुन्ना लैके फायरिंग भी करदे ने। कल भी जिवें इत्थे एक इलाके च झाकी सी, उहदी फायरिंग दे वास्ते जिहड़ी उहदे स्वागत वास्ते फायरिंग कीती गई। सो ये जिहड़ा RSS वालों दुसहरे की जिहड़ी वड्डी ग्राउंड लुधियाना दे विच दुसहरे के मौके परेड हुंदी है, RSS वालों वो रद्द की गई है ते फूक फूक के कदम ने जिहड़े वो RSS इस मामले दे विच लगातार रख रही है। ते साडे इन्हां प्रोग्रामां नूं सपोर्ट कीता है विशिंगटन फील्ड सर्विस वालियां ने। सैड इलाके दे लोकल लोड चाहुंदे हो, लंमे रूटां तो कताए हो, दिने दिने ट्रक चलाओ, शामां नूं घर आओ ते सांझ बनाओ अपनी विशिंगटन फील्ड सर्विस वालियां नाल, जिन्हां कोलों तुसीं सैड इलाके दे लोकल लोड चुक सकते हो। कोई तुसीं जॉब चाहुंदे हो, ड्राइविंग की जॉब चाहुंदे हो, ते ये जिहड़ी ड्राइविंग की जॉब भी तुहानूं इन्हां कोलों मिल सकदी है। इस तो इलावा वेजेस ने जिहड़े वो आवरली प्रति घंटा के हिसाब नाल पे कीते जांदे ने। तुसीं ऑनर, ऑपरेटर हो, ड्राइवर हो, तां तुहाडी सहूलत वास्ते डिस्पैच भी पंजाबी ते अंग्रेजी भाषा दे विच दित्ती जांदी है। ते इस सस्ते विच तुसीं जगदेव सिंह संधू होरां नूं कॉल कर सकदे हो। अपने सबसक्राइबर भी ने, स्पॉन्सर भी ने। बलास सिंह संधू अजकल पंजाब आए हुए ने, उन्हां दी भी जिहड़ी काफ़ी शमूलियत किसान अंदोलन च रहिंदी है। ते जगदेव सिंह संधू का नंबर नोट कर लो, जे गलबात करनी है, कोई ड्राइविंग की जॉब चाहिए, सियाट इलाके के लोकल लोड चाहिए होण तां तुसीं कॉल करो। जगदेव सिंह संधू का नंबर है 253 266 6924 253 266 6924। गैरी धालीवाल होरां दा नंबर है 206 354 4060 2063544060 नंबर है विशिंगटन फील्ड सर्विस वाले गैरी धालीवाल होरां दा ते जगदेव सिंह संधू होरां दा। इसी तरह बेकरसफील्ड इलाके विचर रहे हो, मारो अपने ट्रक ट्रालियां नूं ब्रेक। यूनियन विलेज ट्रक स्टॉप ते नाल इंडियन रेस्टोरेंट बनया जो देसी घ्यो दे बहुत स्वादले परांठे छकाउंदे ते होर भारतीय विदेशी खाने भी इत्थे खा सकदे हो। ट्रक तो आ सकदे हो, डीजल पवा सकदे हो ते जिथे ट्रक यूनियन स्कूल हुंदा सी उस जगह ते इदारे ने। यूनियन विलेज ट्रक स्टॉप ते इंडियन रेस्टोरेंट दा एड्रैस है
2201 साउथ यूनियन एवेन्यू, बेकर्सफील्ड, कैलीफोर्निया, जिप कोड 93307। रोडवेज ट्रांसपोर्ट वाले सुखी घुम्मण होरां दा ये अदारा है, जिन्हां दा नंबर है 661 304 7500 661 304 7500। ਤੇ ਲਓ ਇਸ ਵਕਤ ਹੋ ਗਏ ਜਰਨਲਿਸਟ ਪਰਮਿੰਦਰ ਸਿੰਘ ਬਰਿਆਣਾ, ਜੋ ਕਿ ਬਾਸਕਰ ਅਖਬਾਰ ਸਮੂਹ ਤੇ ਟੈਲੀਵਿਜ਼ਨ ਸਮੂਹ ਦੇ ਨਾਲ ਜੁੜੇ ਨੇ, ਆਪਣੇ ਨਾਲ ਇਸ ਵਕਤ ਜੁੜ ਚੁੱਕੇ ਨੇ। ਤੇ ਪਿੱਛੇ ਜੇ ਇਹਨਾਂ ਨੂੰ ਵੀ ਸਰਕਾਰ ਦੇ ਨਾਲ ਇਹਨਾਂ ਦਾ ਵੀ ਸਾਡੇ ਵਾਂਗੂ 751 ਕਾਫੀ ਰਹੀ, ਕਿਉਂਕਿ ਗਲੋਬਲ ਪੰਜਾਬ ਤੇ ਸੀ ਇਹ। ਮੈਂ ਇੱਕ ਗਲੋਬਲ ਪੰਜਾਬ ਦੇ ਸ਼ੋਅ ਦੇ ਵਿੱਚ ਇਹਨਾਂ ਨਾਲੋਂ ਕੁਝ ਗੱਲਬਾਤ ਕੀਤੀ ਤਾਂ ਕੁਝ ਸਥਾਨਕ ਆਗੂਆਂ ਨੇ ਇਹਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਇੱਕ ਮਰਿਆਦਾ ਕਮੇਟੀ ਬਣਾਈ ਸੀ। ਕਈ ਆਗੂਆਂ ਨੇ ਇਹਨਾਂ ਦੇ ਖਿਲਾਫ ਕਈ ਕਾਰਵਾਈਆਂ ਕੀਤੀਆਂ ਸੀ, ਵਿਧਾਨ ਸਭਾ ਕਮੇਟੀ ਦੇ ਵਿੱਚ ਵੀ ਉਲਝੇ ਹੋਏ ਨੇ। ਸੋ ਸਰਕਾਰਾਂ ਦੇ ਖਿਲਾਫ ਜਦੋਂ ਰਿਪੋਰਟਿੰਗ ਕਰੋਗੇ ਤੇ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ, ਸਰਕਾਰ ਭਾਵੇਂ ਜਿਹਦੀ ਮਰਜ਼ੀ ਹੈ। ਤੇ ਜਰਨਲਿਸਟ ਦੀ ਜੌਬ ਹੁੰਦੀ ਹੈ ਕਿ ਉਹ ਲੋਕ ਹਕੂਕ ਦੇ ਹੱਕ ਦੇ ਵਿੱਚ ਭੁਗਤੇ। ਸੋ ਇਹ ਖਮਿਆਜੇ ਕਈ ਵਾਰੀ ਪਰਮਿੰਦਰ ਸਿੰਘ ਬਰਿਆਣਾ ਖਾਸ ਕਰਕੇ ਡਰੱਗ ਤਸਕਰੀ ਜਾਂ ਹੋਰ ਕਈ ਮਾਮਲਿਆਂ 'ਚ ਬਹੁਤ ਕਮਾਲ ਦੀ ਰਿਪੋਰਟਿੰਗ ਇਹਨਾਂ ਦੀ ਨੈਸ਼ਨਲ ਮੀਡੀਆ ਦੇ ਵਿੱਚ ਰਹਿੰਦੀ ਹੈ। ਐਸੋ ਚਰਚਾ ਬਰਿਆਣਾ ਸਾਹਿਬ ਨਾਲ ਕਰਾਂਗੇ ਤੇ ਅੱਜ ਕਾਲਸ ਵੀ ਆਪਾਂ ਖੋਲਾਂਗੇ ਨਾਲ। ਤੁਸੀਂ ਜਿਸ ਤਰ੍ਹਾਂ ਸੁਰਿੰਦਰ ਬਾਈ ਜੀ ਜੁੜਦੇ ਹੁੰਦੇ, ਕੋਈ ਸਵਾਲ ਕਰਨਾ ਹੋਵੇ। ਵੈਸੇ ਬਹੁਤ ਪੁਰਾਣਾ, ਤਕਰੀਬਨ ਸਾਲ 2012-13 ਤੋਂ ਮੇਰੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਆ, ਔਰ ਟੈਲੀਵਿਜ਼ਨ ਚੈਨਲਾਂ, ਰੇਡੀਓ ਤੇ ਵੀ ਆਉਂਦੇ ਨੇ ਬਰਿਆਣਾ ਸਾਹਿਬ। ਵਿਦੇਸ਼ ਦੇਸ਼ ਵੀ ਘੁੰਮਦੇ ਰਹਿੰਦੇ ਨੇ ਤੇ ਖੇਤੀ ਚੰਗੀ ਕਰਦੇ ਆ। ਕਈ ਵਾਰੀ ਜਨਰੇਟਰ ਵਗੈਰਾ ਲੈਣ ਲਈ ਵੀ ਪਟਿਆਲੇ ਆਉਂਦੇ ਰਹਿੰਦੇ ਆ ਵੱਡੇ। ਸੋ ਕਿਸਾਨੀ ਦੇ ਨਾਲ ਜੁੜੇ ਨੇ। ਤੇ ਬਰਿਆਣਾ ਸਾਹਿਬ ਨੂੰ ਵੀ ਕੋਈ ਸਵਾਲ ਕਰਨਾ ਹੋਵੇ ਤਾਂ ਤੁਸੀਂ 9876309655 ਤੇ ਕਾਲ ਕਰ ਦਿਓ। ਪੰਜਾਬ ਦੀ ਰਾਜਨੀਤੀ, ਭਾਰਤ ਦੀ ਰਾਜਨੀਤੀ, ਸਮਾਜਿਕ ਸਾਰੋਕਾਰਾਂ ਤੇ ਹੁਣ ਗੱਲਬਾਤ ਹੋਏਗੀ ਪਰਮਿੰਦਰ ਸਿੰਘ ਬਰਿਆਣਾ ਸਾਹਿਬ ਨਾਲ। ਬਰਿਆਣਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਬਰਿਆਣਾ ਸਾਹਿਬ। ਕੁਦਰਤੀ ਹਮਨਾਮ ਆਪਾਂ, ਜਿਵੇਂ ਹਮਨਾਮ ਜਿਹੜੇ ਹੁੰਦੇ ਨੇ ਉਹਨਾਂ ਦਾ ਮਾਡਲ ਵੀ ਇੱਕੋ ਜਿਹਾ ਹੀ ਹੁੰਦਾ, ਨਾਂ ਦੀ ਇੱਕ ਚੱਲਦੀ ਹੁੰਦੀ ਹੈ ਨਾ ਮਾਡਲ, ਜਿਵੇਂ ਸਵਰਾਜ ਆ ਗਿਆ, 6911 ਆ ਗਿਆ, ਇਵੇਂ ਨਾਵਾਂ ਦਾ ਵੀ ਨਾ ਇੱਕ 10 ਸਾਲ ਮਾਡਲ ਚੱਲਦਾ ਹੁੰਦਾ। ਜੀ ਆਪਣੇ ਇੱਕ ਸਰੋਤੇ ਨੇ ਭੈਣਾਣੀ ਪਰਮਿੰਦਰ ਭੰਗੂ, ਉਹ ਆਪਾਂ ਤੋਂ 10 ਸਾਲ ਵੱਡੇ ਆ, ਤੇ ਪ੍ਰੋਫੈਸਰ ਪਰਮਿੰਦਰ ਜੀ ਤੇ ਉਹਨਾਂ ਦੀ ਉਮਰ 65 ਸਾਲ ਸੀ। ਮੇਰੇ ਖਿਆਲ 'ਚ ਇਹ ਨਾ 65 ਸਾਲ ਤੋਂ ਲੈ ਕੇ ਹੁਣ 40 ਸਾਲ ਦੀ ਉਮਰ ਤੱਕ ਦੇ ਲੋਕਾਂ ਦਾ ਨਾਮ ਪਰਮਿੰਦਰ ਹੈ। 20 ਸਾਲ ਇਹ ਟ੍ਰੈਂਡ ਚੱਲਿਆ ਪਰਮਿੰਦਰ ਵਾਲਾ, ਤੇ ਉਸ ਤੋਂ ਬਾਅਦ ਘਟ ਗਿਆ। ਹੁਣ ਨਵੀਂ ਪੀੜ੍ਹੀ ਦੇ ਨਾਮ ਪਰਮਿੰਦਰ ਨਹੀਂ ਹੈਗੇ ਜੀ। ਹੁਣ ਤਾਂ ਰਿੰਕੂ, ਸ਼ਿੰਕੂ, ਵੈਂਕੂ ਸਹਿਤਕ ਨਾਂ ਆ ਗਏ, ਜਿਵੇਂ ਆਰਨਵ ਹੋ ਗਿਆ ਤੇ ਅਰਜਨ ਸਿੰਘ ਹੋ ਗਿਆ। ਹਾਂ, ਸਹਿਤਕ ਨਾਮਾਂ ਦਾ ਟ੍ਰੈਂਡ ਹੁਣ ਆ ਗਿਆ, ਬੜੇ ਸੋਹਣੇ ਨਾਂ ਆ ਗਏ ਜੀ। ਹੁਣ ਤਾਂ ਕਈ ਵੈਬਸਾਈਟ ਵੀ ਇਦਾਂ ਦੀਆਂ ਹੈਗੀਆਂ, ਜੇ ਕਿਸੇ ਨੇ ਨਾਂ ਰੱਖਣਾ ਤੇ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਵੀ ਕੁਝ ਸਰਚ ਕਰ ਸਕਦੇ ਆ, ਜਿਹਦੇ ਵਿੱਚ ਨਾਂ ਸੁਜੈਸਟ ਕੀਤੇ ਜਾਂਦੇ ਆ, ਖਾਸ ਕਰਕੇ ਪੰਜਾਬੀਆਂ ਦੇ ਵੀ ਤੇ ਹਿੰਦੂ ਕਮਿਊਨਿਟੀ ਦੇ ਵੀ। ਕਾਫੀ ਇਦਾਂ ਦੀਆਂ ਕਿਸੇ ਨੇ ਮੈਨੂੰ ਦੱਸਿਆ ਸੀ, ਹਾਲਾਂਕਿ ਮੈਂ ਉਹ ਵੈਬਸਾਈਟ ਦੇਖੀ ਤਾਂ ਨਹੀਂ, ਪਰ ਮੈਨੂੰ ਦੱਸਿਆ ਸੀ ਵੀ ਜ਼ਰੂਰ ਕੁਝ ਵੈਬਸਾਈਟ ਹੈਗੀਆਂ ਨੇ ਜਿਹੜੀਆਂ ਨਾਂ ਜਿਹਨਾਂ ਦੇ ਉੱਤੇ ਸੁਜੈਸਟ ਕੀਤੇ ਹੁੰਦੇ ਆ ਕਿ ਤੁਸੀਂ ਕੋਈ ਨਾਂ ਪਸੰਦ ਕਰਨਾ ਤੇ ਉਹਦੇ ਵਿੱਚੋਂ ਕਰ ਸਕਦੇ ਹੋ। ਜੀ ਹਾਂ, ਹੁਣ ਆਪਣੇ ਹਿਰਦੇਪਾਲ ਸਿੰਘ ਨੇ ਆਸਟ੍ਰੇਲੀਆ ਤੋਂ, ਆਪਣੇ ਸਰੋਤੇ ਨੇ, ਉਹਨਾਂ ਨੇ ਆਪਣੇ ਪੜਦਾਦਾ ਦੇ ਨਾਂ ਤੇ, ਮੈਨੂੰ ਨਾਂ ਨਹੀਂ ਯਾਦ ਰਿਹਾ, ਉਹਨਾਂ ਦਾ ਬੜਾ ਪੁਰਾਣਾ ਜਿਹਾ ਨਾਂ ਸੀ, ਪੁਰਾਣੇ ਜ਼ਮਾਨੇ ਦੇ ਜਿਵੇਂ ਬਜ਼ੁਰਗਾਂ ਦੇ ਹੁੰਦੇ ਸੀਗੇ, ਤੇ ਉਹ ਪੜਦਾਦੇ ਦੇ ਨਾਂ ਤੇ ਉਹਨਾਂ ਨੇ ਆਪਣੇ ਪੁੱਤਰ ਦਾ ਨਾਂ ਰੱਖਿਆ। ਮਤਲਬ ਜਿਵੇਂ ਉਹ ਫਲਾਣਾ ਵੱਡਾ, ਉਹਦੇ ਚ ਆਉਂਦੇ ਨਾ ਲੂਇਸ 5ਵਾਂ, ਲੂਇਸ 6ਵਾਂ, ਏਦਾਂ ਟ੍ਰੈਂਡ ਸੀ, ਉਹ ਵੀ ਆ ਗਿਆ। ਮਤਲਬ ਪੜਦਾਦਿਆਂ ਦਾ ਨਾਂ ਪੋਤਰਿਆਂ ਦੇ ਨਾਂ ਤੇ ਏਦਾਂ ਰੱਖਣ ਦਾ ਟ੍ਰੈਂਡ ਵੀ ਖੈਰ ਬਰਿਆਣਾ ਸਾਹਿਬ ਚੱਲ ਰਿਹਾ। ਸੋ ਵਿਰਾਸਤ ਸਿਆਸਤ ਹੈ। ਜੇ ਪੰਜਾਬ ਦੀ ਵਿਰਾਸਤ ਸਿਆਸਤ ਦੀ ਗੱਲ ਕਰੀਏ ਤੇ ਪਹਿਲਾਂ ਹੁਣ ਪੰਜਾਬ ਦੇ ਵੱਡੇ ਖਾਨਦਾਨ ਵੱਲ ਨੂੰ ਆਉਂਦੇ ਆਪਾਂ, ਬਾਬਾ ਫੂਲਾ ਸਿੰਘ, ਤੇ ਉਸ ਤੋਂ ਬਾਅਦ ਇਹਨਾਂ ਦੇ ਅਮਰਿੰਦਰ ਸਿੰਘ, ਤੇ ਅਮਰਿੰਦਰ ਸਿੰਘ ਵੀ ਜਿਹੜਾ ਪੀਪਲਜ਼ ਮਹਾਰਾਜਾ ਨੇ, ਕਿਉਂਕਿ ਕਈ ਲੇਖਕ ਬਣਾ ਦਿੰਦੇ ਆ ਉਹਨਾਂ ਨੂੰ, ਆਪਾਂ ਤਾਂ ਨਹੀਂ ਕਹਿੰਦੇ। ਤੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਚੰਨੀ ਦਾ ਪਰਿਵਾਰ ਸਮੇਤ ਜਾਣਾ, ਤੇ ਉਧਰ ਸਿੱਧੂ ਕਾਂਗਰਸ ਪਰਿਵਾਰ ਦੀ ਚੌਂਕੀ ਭਰਨ ਗਿਆ ਜਾਂ ਫਾਲਣ ਕੀਤਾ ਹੋਇਆ, ਤੇ ਸਿੱਧੂ ਦਾ ਉਧਰ ਜਾਣਾ ਤੇ ਚੰਨੀ ਸਾਹਿਬ ਦਾ ਕਪਤਾਨ ਸਾਹਿਬ ਨੂੰ ਮਿਲਣਾ ਤੇ ਫੋਟੋਆਂ ਜਨਤਕ ਹੋਣੀਆਂ। ਤੇ ਸਿੱਧੂ ਖੇਮਾ ਤਾਂ ਲੂਰੀਆਂ ਲੈਂਦਾ ਹੀ ਹੈ। ਜਿਹੜੇ ਕਪਤਾਨ ਸਾਹਿਬ ਦੇ 4.5 ਸਾਲ ਦੇ ਕੰਮਾਂ ਤੋਂ ਨਿਰਾਸ਼ ਲੋਕ ਨੇ, ਉਹ ਵੀ ਕਹਿੰਦੇ ਹੁਣ ਕਿ ਲੈ ਆਹ ਬਣਾਇਆ ਸੀ, ਆਹ ਫੇਰ ਮੁੱਖ ਮੰਤਰੀ ਦੇ ਚਰਨੀ ਜਾ ਕੇ ਬਹਿ ਗਿਆ। ਕਿਉਂਕਿ ਲੋਕਾਂ ਨੇ ਤਾਂ ਬਾਈ ਜੀ ਬਰਜਿੰਦਰ ਕੌਰ ਪ੍ਰੋਫੈਸਰ ਤੇ ਰੂਬੀ ਨਹੀਂ ਬਖਸ਼ੀ। ਜਿਹੜੇ MLA ਸੀ, ਉਹ ਲੜਕੀਆਂ ਦਾ ਵਿਆਹ ਹੋਇਆ, ਉਹ ਆਸ਼ੀਰਵਾਦ ਲੈਣ ਚਲੀਆਂ ਗਈਆਂ, ਤੇ ਚੰਨੀ ਨੂੰ ਨਹੀਂ ਬਖਸ਼ਣਗੇ। ਇਹ ਕੈਪਟਨ ਸਾਹਿਬ ਦੇ ਘਰੇ ਜਾਣਾ ਹਾਲਾਂਕਿ ਸ਼ਿਸ਼ਟਾਚਾਰ ਹੈ, ਪਰ ਇਹ ਕਿਤੇ ਨਾ ਕਿਤੇ ਚੰਨੀ ਸਾਹਿਬ ਦੇ ਗ੍ਰਾਫ ਨੂੰ ਘਟਾਏਗਾ ਕਿ
ਇੱਕ ਪਾਸੇ ਤਾਂ BSF ਨੂੰ ਦੇਤਾ ਅੱਧਾ ਪੰਜਾਬ ਤੇ ਦੂਸਰੇ ਪਾਸੇ ਤੁਸੀਂ ਕਪਤਾਨ ਸਾਹਿਬ ਦੀ ਚੌਕੀ ਭਰਦੇ ਹੋ ਸਿਸਮਾ ਮਹਿਲ 'ਚ। ਕੀ ਸਮੀਕਰਨ ਵੇਖਦੇ ਹੋ? ਦੇਖੋ ਕਿ ਪਹਿਲਾਂ ਤਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀਗੇ ਤੇ ਉਦੋਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਦੇ ਵਿੱਚ ਉਹਨਾਂ ਨੂੰ ਮਿਲਣ ਜਾਣਗੇ। ਲੇਕਿਨ ਜਿਹੜਾ ਅੱਜ ਉਹ ਕਾਫੀ ਸਮੇਂ ਬਾਅਦ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ਾਇਦ ਜੋ ਮੇਰੀ ਜਾਣਕਾਰੀ ਹੈ ਕਿ ਪਹਿਲੀ ਵਾਰੀ ਉਹਨਾਂ ਨੂੰ ਉਹ ਮਿਲਣ ਗਏ ਆ, ਉਹ ਵੀ ਉਸ ਸਮੇਂ ਤੇ ਜਦੋਂ ਚਰਨਜੀਤ ਸਿੰਘ ਚੰਨੀ ਬਹੁਤ ਵੱਡੇ ਵਿਵਾਦ ਦੇ ਵਿੱਚ ਘਿਰੇ ਹੋਏ ਨੇ। ਖਾਸ ਕਰਕੇ ਜਿਹੜਾ ਬਾਰਡਰ ਨਾਲ ਸੰਬੰਧਿਤ BSF ਦਾ ਜਿਹੜਾ ਅਧਿਕਾਰ ਖੇਤਰ ਵਧਾਉਣ ਦਾ ਮਾਮਲਾ ਆ, ਉਹਦੇ ਵਿੱਚ ਚੰਨੀ ਕਾਫੀ ਬੁਰੀ ਤਰ੍ਹਾਂ ਘਿਰੇ ਹੋਏ ਨੇ। ਸੋ ਕਿਹਾ ਹਲੇ ਤੱਕ ਇਹ ਦੱਸਿਆ ਤਾਂ ਇਹੀ ਜਾ ਰਿਹਾ ਕਿ ਸ਼ਿਸ਼ਟਾਚਾਰ ਨਾਲ ਸੰਬੰਧਿਤ ਜਿਹੜਾ ਆ ਇਹ ਕਹੇ ਨੇ ਵਿਆਹ ਕੀਤਾ ਆ ਤੇ ਵੈਸੇ ਪਰਿਵਾਰਕ ਮਿਲਣੀ ਦੱਸੀ ਜਾ ਰਹੀ ਹੈ, ਪਰ ਇਹਦੇ ਰਾਜਨੀਤਿਕ ਮਾਇਨੇ ਵੀ ਕਿਤੇ ਨਾ ਕਿਤੇ ਗੱਡੇ ਜਾ ਰਹੇ ਨੇ। ਕਿਉਂਕਿ ਇਸ ਵਕਤ ਜੇ ਦੇਖਿਆ ਜਾਵੇ ਕਿ ਹੁਣ ਸਰਕਾਰ ਦੇ ਵਿੱਚ ਦੋ ਧਿਰਾਂ ਇਸ ਵੇਲੇ ਆਮੋ ਸਾਹਮਣੇ ਨੇ। ਉਹਦੇ ਵਿੱਚ ਦੋ ਗੁੱਟ ਜਿਹੜੇ ਆ ਅਮਰਿੰਦਰ ਤੋਂ ਵੱਖ ਹੋਣ ਤੋਂ ਬਾਅਦ ਜਿਹੜੇ ਇੱਕ ਵੱਡਾ ਗਰੁੱਪ ਨੇ ਜਿਹੜੀ ਸਰਕਾਰ ਬਣਾਈ ਸੀ ਚੰਨੀ ਦੇ ਰੂਪ ਦੇ ਵਿੱਚ, ਉਹਦੇ ਵਿੱਚ ਵੀ ਜਿਹੜੇ ਆ ਦੋ ਧੜੇ ਜਿਹੜੇ ਬਣ ਚੁੱਕੇ ਨੇ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਵਾਲਾ ਇੱਕ ਧੜਾ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦਾ ਆਪਣਾ ਇੱਕ ਮਨਪ੍ਰੀਤ ਬਾਦਲ ਹੁਣਾਂ ਨਾਲ ਰਲਿਆ ਹੋਇਆ ਇੱਕ ਧੜਾ ਹੈ। ਤਾਂ ਕਿਉਂਕਿ ਸਾਰਿਆਂ ਦਾ ਇਸ ਵਕਤ ਚੰਨੀ ਦਾ ਵੀ ਨਿਸ਼ਾਨਾ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਆ ਰਾਜਨੀਤੀ ਦੇ ਵਿੱਚੋਂ, ਪੰਜਾਬ ਦੀ ਖਾਸ ਕਰਕੇ ਕਾਂਗਰਸ ਦੀ ਰਾਜਨੀਤੀ ਦੇ ਵਿੱਚੋਂ ਮਾਈਨਸ ਕਰਨਾ ਆ। ਤੇ ਉਦਾਂ ਹੀ ਅਮਰਿੰਦਰ ਸਿੰਘ ਤਾਂ ਸ਼ਰੇਆਮ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਕਹਿ ਚੁੱਕੇ ਨੇ ਕਿ ਮੇਰਾ ਇੱਕੋ ਨਿਕਾਤੀ ਪ੍ਰੋਗਰਾਮ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਹ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦੇਣਾ ਚਾਹੁੰਦੇ, ਨਾ ਹੀ ਉਹਨਾਂ ਦੀ ਰਹਿਨਮਾਈ ਵਿੱਚ ਜਿਹੜਾ ਆ ਉਹ ਕਾਂਗਰਸ ਨੂੰ ਜਿੱਤਣ ਦੇਣਾ ਚਾਹੁੰਦੇ ਨੇ। ਸੋ ਇਹ ਇਸ ਵਕਤ ਜਿਹੜਾ ਇਹਨਾਂ ਦਾ ਜਾਣਾ ਕਿਤੇ ਨਾ ਕਿਤੇ ਇਹ ਬੜੇ ਇਹਦੇ ਰਾਜਨੀਤਿਕ ਮਾਇਨੇ ਕੱਢੇ ਜਾ ਸਕਦੇ ਨੇ ਵੀ ਕਿਉਂ ਚੰਨੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗਏ ਆ। ਹੋ ਸਕਦਾ ਕਿ ਕਿਤੇ ਇਹ ਆਪਸ ਵਿੱਚ ਇਹਨਾਂ ਦਾ ਕੋਈ ਇਸ ਨੂੰ ਲੈ ਕੇ ਵੀ ਆਪਾਂ ਨਵਜੋਤ ਸਿੰਘ ਸਿੱਧੂ ਨੂੰ ਕਿਉਂਕਿ ਖਤਮ ਕਰਨਾ ਹੈ। ਨਵਜੋਤ ਸਿੰਘ ਸਿੱਧੂ ਹਲੇ ਕੱਲ ਹੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ ਜਿਹਦੇ ਵਿੱਚ ਲਾਈਵ ਹੋ ਕੇ ਉਹਨਾਂ ਨੇ ਫਿਰ ਸਰਕਾਰ ਦੇ ਉੱਤੇ ਸਿੱਧੇ ਤਰੀਕੇ ਨਾਲ ਜਿਹੜੇ ਆ ਸਵਾਲ ਚੁੱਕੇ ਸੀ। ਸੋ ਲੱਗਦਾ ਕਿ ਚੰਨੀ ਇਸੇ ਕਰਕੇ ਹੀ ਉਧਰ ਉਹ ਦਿੱਲੀ ਗਏ ਹੋਏ ਨੇ। ਦਿੱਲੀ ਇਹ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿੱਦਾਂ ਉਹਨਾਂ ਨੇ ਕੱਲ ਟਵੀਟ ਕਰਕੇ ਸਪਸ਼ਟ ਕਰ ਦਿੱਤਾ ਵੀ ਉਹ ਆਪਣੇ ਸਟੈਂਡ ਤੇ ਪੂਰੀ ਤਰ੍ਹਾਂ ਉਹ ਸਪਸ਼ਟ ਨੇ, ਉਹਨਾਂ ਦੇ ਸਟੈਂਡ ਦੇ ਵਿੱਚ ਕੋਈ ਤਬਦੀਲੀ ਨਹੀਂ ਆ, ਨਾ ਹੀ ਉਹਨਾਂ ਦੇ ਸਟੈਂਡ ਦੇ ਵਿੱਚ ਕੋਈ ਲਚਕੀਲਾਪਨ ਆਇਆ, ਜਿਸ ਕਰਕੇ ਉਹ ਜਾਣ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸੀ। ਉਹਨਾਂ ਕੋਲ ਪੇਸ਼ ਹੋਣ ਤੋਂ ਪਹਿਲਾਂ ਉਹ ਸੰਦੇਸ਼ ਦੇਣਾ ਚਾਹੁੰਦੇ ਸੀ ਵੀ ਮੈਂ ਆਪਣੇ ਸਟੈਂਡ ਦੇ ਉੱਤੇ ਕਾਇਮ ਆ। ਜਿਹੜਾ ਬਰਿਆਣਾ ਸਾਹਿਬ, ਜਿਹੜਾ ਦੂਸਰਾ ਪੱਖ ਵੇਖੋ ਕਿ ਜਿਹੜੀ ਨਾਰਾਜ਼ਗੀ ਸੀ AG ਵਾਲੀ ਤੇ DGP ਸੋਤਾ ਵਾਲੀ, ਉਹ ਐਜ਼ ਇਟ ਇਜ਼ ਬਣੀ ਹੋਈ ਹੈ। ਮਤਲਬ ਚੰਨੀ ਖਾਸਮ ਖਾਸ ਸੀ, ਮੋਢੇ ਤੇ ਹੱਥ ਰਖਾ ਕੇ ਬਾਈ ਜੀ ਕਹਿੰਦਾ ਸੀ ਨਵਜੋਤ ਸਿੰਘ ਸਿੱਧੂ ਨੂੰ। ਸਿੱਧੂ ਦਾ ਥੋੜਾ ਜਿਹਾ ਜੋ ਪਬਲਿਕਲੀ ਵਿਚਰਿਆ ਉਹ ਠੀਕ ਹੈ, ਉਹਦੇ ਚ ਆਲੋਚਨਾ ਹੋਈ, ਟਰੋਲ ਹੋਇਆ ਚੰਨੀ ਕਿ ਤਾਂ ਮੁੱਖ ਮੰਤਰੀ ਕਾਹਦਾ, ਇਹ ਤਾਂ ਮੁੱਖ ਮੰਤਰੀ ਦਾ ਸਿੱਧੂ ਹੈ। ਉਹਦਾ ਕਿਤੇ ਨਾ ਕਿਤੇ ਉਹਨੂੰ ਰੰਜ ਵੀ ਹੋਇਆ, ਘਬਰਾ ਵੀ ਜਾਂਦਾ। ਵੈਸੇ ਜਿਵੇਂ ਉਹਦੇ ਚ ਮੈਂ ਇੱਕ ਜਿਹੜਾ ਪੁਆਇੰਟ ਹੈ ਦੇਖੋ, ਨਵਜੋਤ ਸਿੰਘ ਸਿੱਧੂ ਤੇ ਚੰਨੀ ਦੀ ਕੋਈ ਉਚੇਚ ਮੀਟਿੰਗ ਨਹੀਂ ਹੋ ਸਕੀ ਆਪਸ ਦੇ ਵਿੱਚ ਨਾਰਾਜ਼ਗੀ ਦੂਰ ਕਰਨ ਦੀ, ਤੇ ਨਾ ਕਿਸੇ ਹੋਰ ਵੱਡੇ ਨੇਤਾ ਨੇ, ਰੰਧਾਵਾ ਜਾਂ ਹੋਰਾਂ ਨੇ ਚੰਨੀ ਨੂੰ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦੇ ਵਿੱਚ ਕੀ ਲੱਗਦਾ ਕਿ ਸਿੱਧੂ ਨੂੰ ਨਾ ਮਨਾ ਕੇ ਕੈਪਟਨ ਸਾਹਿਬ ਦੇ ਜਾ ਕੇ ਘਰੇ ਲੰਚ ਕਰਨਾ ਤੇ ਫੋਟੋਆਂ ਪਾਉਣੀਆਂ, ਸਾਰੇ ਮੀਡੀਆ, ਨੈਸ਼ਨਲ ਮੀਡੀਆ 'ਚ ਇੱਥੇ ਫੋਟੋ ਰਿਲੀਜ਼ ਕੀਤੀ ਗਈ ਹੈ, ਤੇ ਉਹ ਕਿਤੇ ਨਾ ਕਿਤੇ ਸਿੱਧੂ ਨੂੰ ਚੜਾਉਣ ਵਾਲੀ ਰਹੇਗੀ ਤੇ ਸਿੱਧੂ ਨੇ ਚੰਨੀ ਤੋਂ ਹੋਰ ਚੜਨਾ। ਕਿਉਂਕਿ ਪਿਛਲੇ ਦਿਨੀ ਜਿਵੇਂ ਸਿੱਧੂ ਲਖੀਮਪੁਰ ਖੀਰੀ ਜਾ ਰਿਹਾ ਸੀ ਤਾਂ ਉਹ ਬਹੁਤ ਸਤਿਆ ਹੋਇਆ ਸੀ, ਉਹ 'ਚ ਅਪਸ਼ਬਦ ਵੀ ਕੁਝ ਕਹੇ ਸੀਗੇ। ਤੇ ਇਹ ਜਿਹੜੀ ਕੈਪਟਨ ਸਾਹਿਬ ਨਾਲ ਮੁਲਾਕਾਤ ਚੰਨੀ ਇਸ ਮੌਕੇ ਪਰਿਵਾਰ ਸਮੇਤ ਕਰਕੇ ਆਏ ਨੇ,
ਇਹਦੇ 'ਚ ਇੱਕ ਤਾਂ ਇਹਦਾ ਸਿੱਧੂ ਜ਼ਿਆਦਾ ਚੜੇਗਾ। ਦੂਸਰਾ ਜਿਹੜੇ ਇਹਦੇ ਸਮੀਕਰਨ ਨੇ, ਤੁਸੀਂ ਵੇਖੋ ਕਿ ਦਰੇਸੀ ਗਰਾਊਂਡ ਮਾੜੇ ਹਾਲਾਤਾਂ 'ਚ ਵੀ ਇਹ ਲੋਕ ਪਰੇਡ ਕਰਦੇ ਰਹੇ RSS। ਅੱਜ RSS ਨੇ ਫੈਸਲਾ ਕੀਤਾ ਕਿ ਦੁਸਹਿਰੇ ਦੇ ਮੌਕੇ ਜਿਹੜਾ RSS ਦਾ ਸਭ ਤੋਂ ਵੱਡਾ ਸ਼ਕਤੀ ਪ੍ਰਦਰਸ਼ਨ ਹੁੰਦਾ ਸਾਲ 'ਚ ਇੱਕ ਵਾਰੀ, ਤੇ ਪੰਜਾਬ 'ਚ ਲੁਧਿਆਣੇ ਜਿੱਥੇ ਬਾਦਲ ਸਾਹਿਬ ਜਾਂ ਹੋਰ ਲੋਕ ਵੀ ਪਹੁੰਚਦੇ ਰਹੇ ਨੇ, ਉਹ ਵੀਡੀਓ ਵੀ ਫੋਟੋ ਵਾਇਰਲ ਆ ਕੇ ਬਾਦਲ ਸਾਹਿਬ ਦੇ ਖਾਕੀ ਨਿੱਕਰ ਪਾਈ ਹੋਈ ਸੀ ਉੱਤੇ ਦੱਸਦੇ ਆ, ਉਹ ਫੋਟੋ ਹੈਗੀ, ਉਹ ਐਡਿਟ ਹੈ ਜਾਂ ਕੀ ਹੈ ਕਲੀਅਰ ਨਹੀਂ ਹੈ। ਯਾਨੀ ਉਸ ਦਰੇਸੀ ਗਰਾਊਂਡ ਦੀ ਪਰੇਡ ਨੂੰ RSS ਨੇ ਰੱਦ ਕਰ ਦਿੱਤਾ। ਇਹਨਾਂ ਦੇ ਪੰਜਾਬ ਮੁਖੀ ਇਕਬਾਲ ਸਿੰਘ ਨੇ ਕਾਰਨ ਕੋਈ ਨਹੀਂ ਦੱਸ ਰਹੇ, ਕਹਿੰਦੇ ਵੀ ਹਾਲਾਤ ਮੰਨੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਭਾਜਪਾ ਦਾ ਵਿਰੋਧ ਹੋ ਰਿਹਾ, ਪਰ ਪੰਜਾਬ ਦੇ ਵਿੱਚ RSS ਦੇ ਸਮਾਗਮਾਂ ਦਾ ਕੋਈ ਵਿਰੋਧ ਨਹੀਂ ਹੋਇਆ। ਭਾਜਪਾ ਦਾ ਜ਼ਰੂਰ ਹੋਇਆ, ਪਰ RSS ਦੇ ਸਮਾਗਮਾਂ ਦਾ ਵਿਰੋਧ ਨਹੀਂ ਕਰਦੇ ਕਿਸਾਨ। ਤੇ ਇਸ ਦੁਸਹਿਰੇ ਦੇ ਪੰਜਾਬ ਦੇ ਜਾਂ ਉੱਤਰੀ ਭਾਰਤ ਦੀਆਂ ਸਾਰੀਆਂ ਇਕਾਈਆਂ ਨੂੰ ਇਹ ਹੱਥੋਂ ਹੱਥੀ ਸੁਨੇਹੇ ਨੇ ਕਿ ਤੁਸੀਂ ਦੁਸਹਿਰੇ ਦੇ ਮੌਕੇ ਕੋਈ ਵੱਡਾ ਸਮਾਗਮ ਨਹੀਂ ਕਰਨਾ ਤਾਂ ਜੋ ਤੁਹਾਡੇ ਤੋਂ ਚਿੜਨ ਨਾ ਕਿਸਾਨ ਅੰਦੋਲਨ ਚੱਲ ਰਿਹਾ। ਹਾਲਾਂਕਿ ਕਿਸਾਨ RSS ਦੇ ਸਮਾਗਮਾਂ ਨੂੰ ਨਹੀਂ ਰੋਕਦੇ, ਕਿਉਂਕਿ ਇਹ ਤਾਂ ਪਤਾ ਕਿ ਮਾਂ ਤਾਂ ਉਹੀ ਹੈ, ਪਰ ਪੋਲੀਟੀਕਲੀ ਪੁੱਤਰ BJP ਹੈ, ਉਹਨਾਂ ਦੀ ਧੀ ਜਿਹੜੀ ਸਰਕਾਰ ਚਲਾ ਰਹੀ ਹੈ। RSS ਵੱਲੋਂ ਇਹ ਸਮਾਗਮ ਰੱਦ ਕਰਨੇ, ਕਿਤੇ ਨਾ ਕਿਤੇ ਇਸ ਦੇ ਵਿੱਚ ਮੈਸੇਜ ਇਹ ਜਾਏਗਾ ਹਿੰਦੂ ਭਾਈਚਾਰੇ 'ਚ ਕਿ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ। ਜਿਵੇਂ ਕੁਝ ਇਨਪੁਟਸ ਆ ਰਹੀਆਂ ਨੇ ਦੁਸਹਿਰੇ ਦੇ ਮੌਕੇ ਜਾਂ ਇਸ ਤਰ੍ਹਾਂ ਦੇ ਮੌਕੇ, ਅਕਸਰ ਹੁੰਦਾ ਕਿ ਕੁਝ ਏਜੰਸੀਆਂ ਕੁਝ ਅਜਿਹਾ ਖੇਡਿਆ ਜਾਂਦਾ ਜਿਸ ਦੇ ਬਿਨਾਂ ਤੇ ਜਿਵੇਂ ਪਹਿਲਾਂ 2017 'ਚ ਵੀ ਜਗਦੀਸ਼ ਗੰਗਨੇਜਾ RSS ਦੇ ਆਗੂ ਦਾ ਕਤਲ ਹੋਇਆ, ਹੋਰ ਕਈਆਂ ਦਾ ਹੋਇਆ, ਮਸੀਹੀ ਪਾਦਰੀ ਦਾ ਹੋਇਆ। ਹੁਣ ਇਸ ਇਕੱਠ ਦੇ ਮੌਕੇ ਬੜੀ ਸਤਰਕਤਾ ਦੀ ਜ਼ਰੂਰਤ ਹੈ, ਕਿਉਂਕਿ ਜੇ ਕੋਈ ਹਵੀ ਨਵੀ ਵਾਪਰਦੀ ਹੈ, ਕੋਈ ਵਾਰਦਾਤ ਵਾਪਰਦੀ ਹੈ ਤੇ ਚੰਨੀ ਸਰਕਾਰ ਦੇ ਸਿਰ ਠੀਕਰਾ ਭੱਜੇਗਾ। ਜੇ ਇਹ ਸਮਾਗਮ ਰੱਦ ਹੋਏ ਨੇ ਕਿ RSS ਦਾ ਸਮਾਗਮ ਰੱਦ ਹੋਇਆ, ਇਹਦਾ ਵੀ ਠੀਕਰਾ ਚੰਨੀ ਸਰਕਾਰ ਦੇ ਸਿਰ ਭੱਜੇਗਾ ਕਿ ਇਹਨਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ, ਅਸੀਂ ਕਿਸੇ ਵਾਰਦਾਤ ਤੋਂ ਡਰਦੇ ਹਾਂ, ਭਾਈ ਆਪਣਾ ਮੁੱਖ ਸਮਾਗਮ ਨਹੀਂ ਕੀਤਾ। ਜਾਣੀ RSS ਇਸ ਦੇ ਵਿੱਚ ਹਮਦਰਦੀ ਗੇਨ ਕਰੇਗੀ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੰਨੀ ਸਾਹਿਬ ਦਾ ਮਿਲਣਾ, ਤੀਜਾ ਜਿਹੜਾ ਪੁਆਇੰਟ ਹੈ ਉਹ ਨਿਕਲਦਾ ਕਿ ਇਸ ਸੰਕਟ ਚੋਂ ਕਿਵੇਂ ਨਿਕਲੇ, ਕਿਉਂਕਿ ਇਸ ਸਾਰੀ ਗੇਮ ਦੇ ਵਿੱਚ ਤੁਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜੋ ਜਾਲ ਕੈਪਟਨ ਸਾਹਿਬ ਨੇ ਅਮਿਤ ਸ਼ਾਹ ਨੂੰ ਤੇ ਅਜੀਤ ਡੋਵਾਲ ਨੂੰ ਮਿਲ ਕੇ ਵਿਛਿਆ ਲਾਅ ਐਂਡ ਆਰਡਰ ਦਾ, ਕੋਈ ਤਸਕਰੀ ਵੀ ਨਹੀਂ ਵਧੀ, ਨਸ਼ਿਆਂ ਦੀ ਆਮਦ ਵੀ ਨਹੀਂ ਵਧੀ, ਰੂਟੀਨ 'ਚ ਜੋ ਹੈ ਉਹੀ ਹੈ। ਇਸ ਤਰ੍ਹਾਂ ਜਿਹੜਾ ਟਰੈਪ 'ਚ ਚੰਨੀ ਵੀ ਆਇਆ, ਇਹਦੀ ਸਹਿਮਤੀ ਸੀ ਜਾਂ ਕਮਜ਼ੋਰ CM ਹੈ, ਉਹਨਾਂ ਨੇ ਇਹਨੇ ਕਹਿਤਾ ਕਿ ਬਾਰਡਰ ਸੀਲ ਕਰ ਦਿਓ, ਉਹਨਾਂ ਨੇ ਪੱਕੇ ਸੀਲ ਕਰ ਦਿੱਤੇ। ਸੋ ਉਸ ਤੋਂ ਨਿਕਲਣ ਦਾ ਜੁਗਾੜ ਕਿ ਮੈਂ ਪੰਜਾਬ 'ਚ ਆਪਣੀ ਛਵੀ ਕਿਵੇਂ ਠੀਕ ਰੱਖਾਂ। ਮੁੱਖ ਮੰਤਰੀ ਬਣ ਗਿਆ, ਮੌਜਾਂ ਹੋ ਗਈਆਂ ਨੇ, ਐਡੀ ਉਮੀਦ ਨਹੀਂ ਸੀ, ਛੋਟੀ ਤੌੜੀ ਸੀ, ਛੋਲੇ ਵੱਧ ਪੈ ਗਏ, ਨਾਲ ਤੱਤਾ ਪਾਣੀ ਪੈ ਗਿਆ, ਚੰਨੀ CM ਬਣ ਗਏ ਇੱਕ ਵਾਰੀ, ਅਗਲੀ ਵਾਰ ਲਈ ਪੱਕੇ ਹੋ ਗਏ, ਹੋਰ ਕੀ ਚਾਹੀਦਾ, ਨਾ ਬਣੂਗਾ ਨਾ ਸਹੀ। ਪਰ ਉਹ ਇਸ ਸੰਕਟ ਚੋਂ ਨਿਕਲਣ ਲਈ ਵੀ ਇਸ ਸੰਕਟ ਮੋਚਨ ਕੈਪਟਨ ਸਾਹਿਬ ਕੋਲ ਗਏ ਨੇ। ਕੈਪਟਨ ਵੀ ਨੁਕਤਾ ਇਹਨੂੰ ਕੋਈ ਨਾ ਕੋਈ ਦੇਗਾ ਸਿੱਧੂ ਨੂੰ ਖਤਮ ਕਰਨ ਦੇ ਵਾਸਤੇ। ਇਹਨਾਂ ਤਿੰਨਾਂ ਪੁਆਇੰਟਾਂ ਤੇ ਕਰੋ ਗੱਲ ਵਿਸਤਾਰ ਨਾਲ। ਕਿਸੇ ਸਰੋਤੇ ਦਾ ਕਾਲ ਹੋਵੇ ਤਾਂ ਕਰ ਸਕਦਾ, ਮੈਨੂੰ ਕਰ ਸਕਦਾ ਆਫ ਦੀ ਏਅਰ, ਜਾਂ ਔਨ ਦੀ ਏਅਰ ਬਰਿਆਣਾ ਸਾਹਿਬ ਨਾਲ ਵੀ ਗੱਲ ਹੋ ਸਕਦੀ ਹੈ। ਕੰਟੀਨਿਊ ਬਰਿਆਣਾ ਸਾਹਿਬ। ਦੇਖੋ, ਸਭ ਤੋਂ ਪਹਿਲਾਂ ਮੈਂ ਜਿਹੜੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਜਿਹੜੇ ਮੌਜੂਦਾ ਹਾਲਾਤ ਬਣੇ ਹੋਏ ਨੇ, ਜਿਹੜੇ ਖਾਸ ਕਰਕੇ ਧੜੇਬੰਦੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਨਾ ਚਰਨਜੀਤ ਸਿੰਘ ਚੰਨੀ ਦਾ, ਇਹਦੇ ਬਾਰੇ ਮੈਂ ਕੁਝ ਜਿਹੜਾ ਇਹ ਜਿਹੜੇ ਮੇਰੇ ਸੂਤਰਾਂ ਤੋਂ ਮੁਤਾਬਕ ਜੇ ਕਹਿ ਲਈਏ ਕਿ ਜਿੰਨੀ ਕਿ ਮੈਨੂੰ ਇਸ ਸੰਬੰਧੀ ਜਾਣਕਾਰੀ ਪਿਛਲੇ ਸਮੇਂ ਦੌਰਾਨ ਜਿਹੜੀ ਮਿਲੀ ਆ, ਉਹ ਮੈਂ ਜ਼ਰੂਰ ਤੁਹਾਡੇ ਦਰਸ਼ਕਾਂ ਨੂੰ, ਜਿਹੜੇ ਆਪਣੇ ਦਰਸ਼ਕ ਨੇ, ਉਹਨਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿਸ ਦਿਨ ਇਹ ਸਾਰਾ ਘਟਨਾਕ੍ਰਮ ਚੱਲਿਆ, ਸਵੇਰੇ ਸਭ ਤੋਂ ਪਹਿਲਾਂ ਇਸ ਗੱਲ ਦੀ ਰੌਲੀ ਪੈ ਗਈ ਕਿ ਸੁਨੀਲ ਜਾਖੜ ਮੁੱਖ ਮੰਤਰੀ ਬਣ ਰਹੇ ਨੇ, ਅੰਬਿਕਾ ਸੋਨੀ ਮੁੱਖ ਮੰਤਰੀ ਬਣ ਰਹੀ ਆ, ਸੁਖਜਿੰਦਰ ਰੰਧਾਵਾ ਹੁਣੇ ਤਾਂ ਗੱਡੀ ਲੈ ਕੇ ਗਵਰਨਰ ਹਾਊਸ ਨੂੰ ਵੀ ਤੁਰ ਗਏ ਤੇ ਬਾਅਦ ਵਿੱਚ ਉਹਨਾਂ ਨੂੰ ਰਸਤੇ ਦੇ ਵਿੱਚੋਂ ਮੋੜਿਆ ਗਿਆ ਤੇ ਫਿਰ ਮੁੜ ਕੇ ਉਹਨਾਂ ਦੀ ਹਾਲਤ ਜਿਹੜੀ ਆ ਬਹੁਤ ਪਤਲੀ ਹੋ ਗਈ। ਜਦੋਂ ਉਹਨਾਂ ਨੂੰ ਰਸਤੇ ਦੇ ਵਿੱਚੋਂ ਮੋੜਿਆ ਗਿਆ ਤਾਂ ਲੋਕਾਂ ਨੇ ਘਰਾਂ ਦੇ ਵਿੱਚ ਵਧਾਈ ਵੀ ਦੇਣੀ ਸ਼ੁਰੂ ਕਰਤੀ, ਜਿਹੜੇ ਗੁਲਦਸਤੇ ਵੀ ਭੇਂਟ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਗਵਰਨਰ ਹਾਊਸ ਨੂੰ ਜਾਂਦੇ ਨੇ ਤੇ ਰਸਤੇ ਤੋਂ ਮੁੜ ਕੇ ਆਣ ਕੇ ਕੁਲਵੀਰ ਜੀਰੇ ਦੇ ਘਰ ਉਹ ਜਾਂਦੇ ਨੇ ਤੇ 1-2 ਘੰਟੇ ਦੇ ਵਿੱਚ ਉਸੇ ਦੌਰਾਨ ਹੀ ਵਿੱਚ ਵੱਡਾ ਨਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਚੱਲਿਆ ਤੇ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਸੁਖਜਿੰਦਰ ਰੰਧਾਵਾ ਹੁਣਾਂ ਨੇ ਵਿਰੋਧ ਕਰ ਦਿੱਤਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ
ਅਸੀਂ ਮੁੱਖ ਮੰਤਰੀ ਨਹੀਂ ਦੇਖਣਾ ਚਾਹੁੰਦੇ ਤੇ ਨਵਜੋਤ ਸਿੰਘ ਸਿੱਧੂ ਦੀ ਤੀਸ ਵੀ ਇਹੀ ਆ ਕਿ ਰੰਧਾਵੇ ਨੇ ਮੈਨੂੰ ਮੁੱਖ ਮੰਤਰੀ ਬਣਨ ਤੋਂ ਰੋਕਿਆ ਆ। ਤੇ ਇਹ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਕੁਛ ਟੈਲੀਵਿਜ਼ਨਾਂ ਤੇ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਵੀ ਹੁਣ ਆਹ ਮੁੱਖ ਮੰਤਰੀ ਬਣ ਗਿਆ, ਹੁਣ ਆਹ ਮੁੱਖ ਮੰਤਰੀ ਬਣ ਗਿਆ। ਤੇ ਰਾਤ ਸ਼ਾਮ ਜਾ ਕੇ 6-7 ਵਜੇ ਚਰਨਜੀਤ ਸਿੰਘ ਚੰਨੀ ਦਾ ਨਾਂ ਸਾਹਮਣੇ ਆ ਜਾਂਦਾ ਇੱਕਦਮ, ਤੇ ਜਿਹਦੇ ਵਿੱਚ ਸਾਰੀ ਦੁਨੀਆ ਜਿਹੜੀ ਖਾਸ ਕਰਕੇ ਰਾਜਨੀਤੀ ਨਾਲ ਜੁੜੇ ਹੋਏ ਲੋਕ ਤੇ ਜਿਹੜੇ ਸਧਾਰਨ ਪੰਜਾਬ ਦੇ ਲੋਕ ਇਹ ਹੈਰਾਨ ਹੋ ਗਏ ਕਿ ਚਰਨਜੀਤ ਸਿੰਘ ਚੰਨੀ ਦਾ ਨਾਂ ਕਿਸ ਤਰ੍ਹਾਂ ਆ ਗਿਆ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਮੈਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਆ, ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਜਿਹੜਾ ਆ ਤੈਅ ਹੋਣਾ 6 ਮਹੀਨੇ ਤੋਂ ਪਹਿਲਾਂ ਦਾ ਤੈਅ ਹੋ ਚੁੱਕਾ ਸੀ। ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ। ਇਹ ਸਾਰੇ ਜਿੰਨਾ ਵੀ ਇਹ ਨਾਟਕ ਖੇਲਿਆ ਗਿਆ ਆ, ਇਹਦੇ ਸੂਤਰਧਾਰ ਜਿਹੜੇ ਆ ਉਹ ਮਨਪ੍ਰੀਤ ਬਾਦਲ ਜਿਹੜੇ ਇਸ ਸਾਰੇ ਦੇ ਸੂਤਰਧਾਰ ਆ। ਕਿਉਂਕਿ ਇਹ ਗੱਲ ਕਿਸੇ ਦੇ ਗਲੇ, ਖਾਸ ਕਰਕੇ ਜਿਹੜੇ ਰਾਜਨੀਤੀ ਨੂੰ ਬਹੁਤ ਗੌਰ ਨਾਲ ਦੇਖਦੇ ਆ, ਉਹਨਾਂ ਦੇ ਗੱਲ ਦੇ ਵਿੱਚੋਂ ਇਹ ਗੱਲ ਕਿਸੇ ਤਰੀਕੇ ਨਾਲ ਥੱਲੇ ਨਹੀਂ ਜਾ ਰਹੀ ਕਿ ਐਡਾ ਵੱਡਾ ਫੈਸਲਾ ਪੰਜਾਬ ਦੇ ਵਿੱਚ ਜਿੱਥੇ ਜੱਟ ਸੀਐਮ ਬਣਦਾ ਰਿਹਾ ਆ, ਉੱਥੇ ਇੱਕ ਦਲਿਤ ਨੂੰ ਤੁਸੀਂ 2 ਘੰਟਿਆਂ ਦੇ ਵਿੱਚ ਡਿਸੀਜਨ ਲੈ ਕੇ ਉਹਨੂੰ ਸੀਐਮ ਬਣਾ ਦਿੰਦੇ ਆ। ਇਹ ਗੱਲ ਜਿਹੜੀ ਆ ਉਹ ਹਜਮ ਨਹੀਂ ਹੋ ਰਹੀ ਆ। ਹੱਲੇ ਵੀ ਇਹ ਗੱਲ ਦੇਖ ਰਹੇ ਨੇ ਗੌਰ ਨਾਲ ਕਿ ਇਹ 2 ਘੰਟਿਆਂ ਦਾ ਲਿਆ ਹੋਇਆ ਡਿਸੀਜਨ ਨਹੀਂ ਆ, ਬਲਕਿ ਇਹ ਪਹਿਲੀ ਬੜੀ ਸੋਚ ਵਿਚਾਰ ਕਰਕੇ ਲਿਆ ਗਿਆ। ਉਹਦਾ ਕਾਰਨ ਇਹ ਸੀ ਕਿ ਮਨਪ੍ਰੀਤ ਬਾਦਲ ਹੁਣੀ ਵੀ ਕਿਤੇ ਨਾ ਕਿਤੇ 2027 ਦੇ ਵਿੱਚ ਆਪਣਾ ਮੁੱਖ ਮੰਤਰੀ, ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋਏ ਹੋਏ ਨੇ। ਔਰ ਜੇ ਇਸ ਦੌਰਾਨ ਉਸੇ ਕੜੀ ਦੇ ਵਿੱਚ, ਉਸੇ ਸਾਜ਼ਿਸ਼ ਦੇ ਤਹਿਤ ਹਾਈ ਕਮਾਂਡ ਵੱਲੋਂ ਇਹ ਮਨਪ੍ਰੀਤ ਬਾਦਲ ਤੇ ਰਾਹੁਲ ਗਾਂਧੀ ਦੀ ਇਹ ਸਾਰੀ ਸਕੀਮ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਆ ਹਾਈਪਰ ਕੀਤਾ ਜਾਵੇ, ਉਹ ਕੈਪਟਨ ਦੇ ਸਵਾਲ ਚੱਕਣਗੇ ਤੇ ਕੈਪਟਨ ਨੂੰ ਅਸੀਂ ਜਿਹੜਾ ਲਾਂਭੇ ਕਰਕੇ ਤੇ ਅਸੀਂ ਫਿਲਹਾਲ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਬਣਾ ਦਿਆਂਗੇ। ਉਸ ਤੋਂ ਬਾਅਦ ਕਾਂਗਰਸ ਜਿਹੜੀ ਆ 2022 ਦੇ ਵਿੱਚ ਹਾਰ ਜਾਏਗੀ ਤੇ ਮੁੜ ਕੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਇੱਕ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਦੇ ਉੱਤੇ ਸਾਹਮਣੇ ਆਉਣਗੇ। ਮਨਪ੍ਰੀਤ ਬਾਦਲ ਨੂੰ ਵੀ ਇਹ ਗੱਲ ਦਾ ਪਤਾ ਸੀ ਕਿਉਂਕਿ ਵੀ ਇਸ ਵਾਰ 2022 ਦੇ ਵਿੱਚ ਜੇ ਮੈਂ ਮੁੱਖ ਮੰਤਰੀ ਦਾ ਚਿਹਰਾ ਬਣਦਾ ਵੀ ਹਾਂ ਤੇ ਪਰ ਮੈਂ ਮੋਰੇ ਕਾਂਗਰਸ ਜਿੱਤ ਦੀ ਨਜ਼ਰ ਨਹੀਂ ਆਉਂਦੀ, ਤੇ ਇਸ ਗੱਲ ਕਰਕੇ ਉਹ ਅਗਲੀ ਜਿਹੜੀ ਆ ਉਹ ਪਲੈਨਿੰਗ ਕਰੀ ਬੈਠੇ ਨੇ। ਜੀ, ਤੁਹਾਡੀ ਗੱਲ ਠੀਕ ਹੈ। ਅੱਜ ਲੁਧਿਆਣੇ ਦੇ ਵਿੱਚ ਭਰਤ ਭੂਸ਼ਣ ਆਸ਼ੂ, ਮਨਪ੍ਰੀਤ ਬਾਦਲ ਵਪਾਰੀਆਂ ਨੂੰ ਮਿਲੇ ਕਿਉਂਕਿ ਕੇਜਰੀਵਾਲ ਆ ਕੇ ਗਏ ਨੇ। ਮਨਪ੍ਰੀਤ ਕਹਿੰਦਾ ਤੁਹਾਡੀ ਕੋਈ ਡਿਮਾਂਡ ਹੈ ਦੱਸੋ, ਕੋਈ ਸ਼ਿਕਵਾ ਦੱਸੋ। ਵਪਾਰੀਆਂ ਨੇ ਉਹ ਤੈਅ ਲਾਈ ਮਨਪ੍ਰੀਤ ਦੀ ਤੇ ਆਸ਼ੂ ਦੀ ਤਾਂ ਚਲੋ ਲੱਗਣੀ ਹੋ ਸੀ ਕਿ ਤੁਸੀਂ ਦੇ ਕੀ ਰਹੇ ਹੋ, 9-10 ਰੁਪਏ ਯੂਨਿਟ ਹੈ ਉਹ ਵੀ ਨਹੀਂ ਦੇ ਰਹੇ, ਟੈਕਸ ਇੰਨਾ ਅਤੇ ਇਨਸਪੈਕਟਰੀ ਰਾਜ ਹੈ, ਸਾਨੂੰ ਤੰਗ ਇੰਨਾ ਕੀਤਾ ਜਾ ਰਿਹਾ। ਸੋ ਇਸ ਕਰਕੇ ਕਿਉਂਕਿ ਇਹ ਕਲੀਅਰ ਹੈ ਕਿ ਐਂਟੀ ਇਨਕੰਬੈਂਸੀ ਹੈ ਬਹੁਤ ਹੈ, ਇਹਦੇ ਦੁਬਾਰਾ ਬਣਦੇ ਤੇ ਚਾਂਸ ਬਣਦੇ ਨਹੀਂ, ਬਹੁਤ ਮੁਸ਼ਕਿਲ ਹੈ। ਅਕਾਲੀ ਵਾਰ ਪਤਾ ਨਹੀਂ ਕਿਵੇਂ ਰਿਪੀਟ ਕਰ ਗਏ ਸੀ। ਸੋ ਇਹ ਗੇਮ ਹੋ ਸਕਦੀ ਹੈ ਬਿਲਕੁਲ। ਦੇਖੋ, ਜਦੋਂ ਅਕਾਲੀ ਗਵਰਨਮੈਂਟ ਦੌਰਾਨ ਇਹ ਫਾਈਨਾਂਸ ਮਿਨਿਸਟਰ ਸੀ ਉਦੋਂ ਵੀ ਇਹਨਾਂ ਤੇ ਸਵਾਲ ਇਹ ਉੱਠਦਾ ਰਿਹਾ ਕਿ ਇਹ ਪੈਸਾ ਜਿਹੜਾ ਆ, ਜਿਹੜੇ ਖਾਸ ਕਰਕੇ ਡਿਵੈਲਪਮੈਂਟ ਦੇ ਫੰਡ ਆ ਉਹਨਾਂ ਨੂੰ ਇਹ ਰੋਕਦੇ ਨੇ। ਇਹ ਜਿਹੜਾ ਆ ਇਹ ਹਮੇਸ਼ਾ ਹੀ ਇਹ ਗੱਲ ਖਜ਼ਾਨਾ ਖਾਲੀ, ਖਾਸ ਕਰਕੇ ਕਾਫੀ ਇਹਨਾਂ ਦੇ ਕਾਰਟੂਨ ਵੀ, ਕਾਫੀ ਇਦਾਂ ਦੇ ਸਕਿੱਟ ਵੀ ਸਾਹਮਣੇ ਆਏ ਨੇ, ਜਿਹੜੇ ਹਾਸਰਾ ਸਕਿੱਟ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਕਿ ਖਜ਼ਾਨਾ ਖਾਲੀ ਨੂੰ ਲੈ ਕੇ ਮਨਪ੍ਰੀਤ ਬਾਦਲ ਦੀ ਫੋਟੋ ਆਉਂਦੀ। ਮਨਪ੍ਰੀਤ ਬਾਦਲ ਨੇ ਕਿਸੇ ਨੂੰ ਇਸ 5 ਸਾਲਾਂ ਦੌਰਾਨ ਕਿਸੇ ਨਾ ਤਾਂ ਕਿਸੇ ਕਾਂਗਰਸ ਦੇ ਕਿਸੇ ਬੰਦੇ ਨੂੰ ਖੁਸ਼ ਕੀਤਾ ਕੋਈ ਗ੍ਰਾਂਟ ਦੇ ਕੇ, ਨਾ ਹੀ ਉਹਨਾਂ ਨੇ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਇਲੈਕਸ਼ਨ ਉੱਤੋਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਆ ਉਹ ਸਟ੍ਰਾਈਕ ਕਰੀ ਬੈਠੀਆਂ ਨੇ, ਵਿਰੋਧ ਕਰੀ ਬੈਠੀਆਂ ਨੇ। 6ਵਾਂ ਜਿਹੜਾ ਪੇ ਕਮਿਸ਼ਨ ਆ ਉਹ ਜਿਹੜਾ ਹੱਲੇ ਤੱਕ ਲਾਗੂ ਨਹੀਂ ਹੋ ਸਕਿਆ। ਸੋ ਇਹ ਸਾਰੀ ਗਰਾਊਂਡ ਜਿਹੜੀ ਆ ਉਹਨਾਂ ਨੇ ਇਹ ਸਾਰੇ ਕਾਂਗਰਸ ਨੂੰ ਪੂਰੀ ਤਰ੍ਹਾਂ ਰੋਲ ਕੇ 27 ਦੇ ਵਿੱਚ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ। ਔਰ ਉਹਦੇ ਵਿੱਚ ਸਭ ਤੋਂ ਵੱਡੀ ਕੜੀ ਜਿਹੜੀ ਸੀ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਰਸਤੇ ਦੇ ਵਿੱਚ ਆਉਂਦਾ ਸੀ। ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਵੀ ਹੁਣ ਚੰਨੀ ਨੂੰ ਬਣਾ ਕੇ ਤੇ ਚੰਨੀ ਨੂੰ ਮੁੜ ਕੇ ਉਤਾਰਨਾ ਜਿਹੜਾ ਆ ਬਹੁਤ ਸੌਖਾ ਆ, ਔਰ ਮੁੜ ਕੇ ਉਹ ਆਪਣੇ ਤੌਰ ਤੇ ਇੱਕ ਵੱਡੇ ਕਦਵਾਰ ਦੇ ਨੇਤਾ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਉਣਗੇ ਤੇ ਇਹ ਵੀ ਗੱਲ ਕਹਿਣਗੇ ਕਿ ਨਾਨ ਕੰਟਰੋਵਰਸ਼ੀਅਲ ਹੈਗੇ ਆ,
ਤੇ ਬੜਾ ਰਾਜਨੀਤਿਕ ਪਿਛੋਕੜ ਆ ਬਾਦਲਾਂ ਦੇ ਵਿਰੁੱਧ ਦੇ ਵਿੱਚ ਨੇ। ਸਾਰੇ ਇਹ ਪੁਆਇੰਟ ਲੈ ਕੇ ਇਹ ਕਾਂਗਰਸ ਵੱਲੋਂ 27 ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਉੱਭਰਨਾ ਚਾਹੁੰਦੇ ਸੀ। ਇਸੇ ਗੱਲ ਕਰਕੇ ਹੁਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਮਝਣ ਤੇ ਵਾਚ ਕਰਨ ਦੇ ਵਿੱਚੋਂ ਉਹ ਪੂਰੀ ਤਰ੍ਹਾਂ ਫੇਲ ਹੋਏ। ਖਾਸ ਕਰਕੇ ਮੈਂ ਜੋ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਪੰਜਾਬ ਦਾ ਸੀਐਮ ਦਾ ਸਭ ਤੋਂ ਵੱਡੀਆਂ ਜਿਹੜੀਆਂ ਅੱਖਾਂ ਹੁੰਦੀਆਂ ਜਿਸ ਰਾਹੀਂ ਉਹ ਪੰਜਾਬ ਦੇ ਵਿਰੋਧੀ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਆਗੂਆਂ ਤੇ ਨਿਗਾਹ ਰੱਖਣੀ, ਕੀ ਉਹ ਕਰ ਰਹੇ ਨੇ ਕੀ ਨਹੀਂ ਕਰ ਰਹੇ, ਉਹ ਏਡੀਜੀਪੀ ਇੰਟੈਲੀਜੈਂਸ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਆ। ਤੇ ਮੈਂ ਇਹ ਸਮਝਦਾ ਕਿ ਵਰਿੰਦਰ ਕੁਮਾਰ ਜਿਹੜੇ ਏਡੀਜੀਪੀ ਇੰਟੈਲੀਜੈਂਸ ਸੀਗੇ ਉਹ ਇਸ ਗੱਲ ਦੇ ਵਿੱਚ ਫੇਲ ਹੋਏ। ਉਹ ਅਮਰਿੰਦਰ ਸਿੰਘ ਨੂੰ ਪੂਰੇ ਹਾਲਾਤ ਦੱਸਣ ਦੇ ਵੀ ਉਹਨਾਂ ਦੇ ਖਿਲਾਫ ਕੀ ਜਿਹੜੀ ਆ ਗਣਤੀ ਬਣਤੀ ਜਿਹੜੀ ਆ ਬੁਣੀ ਜਾ ਰਹੀ ਆ। ਸੋ ਅਮਰਿੰਦਰ ਸਿੰਘ ਆਪਣੇ ਮੌਜ ਦੇ ਵਿੱਚ, ਸ਼ਰਾਬ ਦੇ ਨਸ਼ੇ ਦੇ ਵਿੱਚ ਤੇ ਅਯਾਸ਼ੀ ਦੇ ਵਿੱਚ ਉਹ ਆਪਣੇ ਸਿਰਸੇ ਵਾਲੇ ਫਾਰਮ ਹਾਊਸ ਦੇ ਉੱਤੇ ਅਯਾਸ਼ੀ ਦੇ ਵਿੱਚ ਉਹਨਾਂ ਜਿਹੜਾ ਆ ਬਿਜ਼ੀ ਰਹੇ, ਆਰਾਮ ਨਾਲ ਸੱਤਾ ਦਾ ਆਨੰਦ ਸਿਸਵਾ ਫਾਰਮ ਜਿਹੜਾ ਆ ਉੱਥੇ ਆਨੰਦ ਮਾਣਿਆ ਤੇ ਬੇਖੌਫ ਰਹੇ ਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਖਿਲਾਫ ਸਾਜ਼ਿਸ਼ ਕੀ ਹੋ ਰਹੀ ਆ ਉਸ ਤੋਂ ਪੂਰੀ ਤਰ੍ਹਾਂ ਬੇਖਬਰ ਰਹੇ ਨੇ। ਔਰ ਉਹਦਾ ਨਤੀਜਾ ਇਹ ਹੋਇਆ ਕਿ ਰਾਤੋਂ ਰਾਤ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਿਹੜੀ ਆ ਉਹਨਾਂ ਦੇ ਥੱਲਿਓਂ ਖਿਸਕ ਗਈ। ਸੋ ਅਮਰਿੰਦਰ ਸਿੰਘ ਹੁਣ ਜਿਵੇਂ ਚੰਨੀ ਨਾਲ ਮੁਲਾਕਾਤ ਬਰਿਆਣਾ ਸਾਹਿਬ ਹੋਈ ਹੈ, ਮੈਂ ਉੱਥੇ ਹੀ ਟਵਾਣਾ ਸਾਹਿਬ ਮੈਂ ਆਉਣ ਲੱਗਾ ਆ ਕਿ ਕਿਉਂਕਿ ਰਾਜਨੀਤੀ ਦੇ ਵਿੱਚ ਕਦੀ ਕੋਈ ਦੁਸ਼ਮਣ ਨਹੀਂ ਹੁੰਦਾ ਪੱਕਾ, ਕਦੀ ਕੋਈ ਦੋਸਤ ਨਹੀਂ ਹੁੰਦਾ। ਇਹ ਵੀ ਕੋਈ ਕੱਲ ਨੂੰ ਪਤਾ ਨਹੀਂ ਵੀ ਕੋਈ ਹਾਲਾਤ ਬਣ ਜਾਣ ਤਾਂ ਕਿਸੇ ਪੁਆਇੰਟ ਤੇ ਆਣ ਕੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਫਿਰ ਮਿਲ ਜਾਣ। ਲੇਕਿਨ ਉਸ ਦੇ ਵਿੱਚ ਸਭ ਤੋਂ ਵੱਡੀ ਆੜੇ ਨਵਜੋਤ ਸਿੰਘ ਸਿੱਧੂ ਦਾ ਸੁਭਾਅ, ਅੜੀਅਲ ਸੁਭਾਅ, ਨੌਨ ਰਾਜਨੀਤਿਕ ਸੋਚ ਨਹੀਂ ਰੱਖਣੀ, ਹੈਂਕੜਬਾਜੀ ਔਰ ਆਪਣੇ ਆਪ ਤੇ ਓਵਰ ਕੌਨਫੀਡੈਂਸ ਜਿਹੜਾ ਆ ਉਹਨਾਂ ਨੂੰ ਉਹ ਮਾਰ ਰਿਹਾ ਔਰ ਬੜਬੋਲਾਪਨ ਜਿਹੜਾ ਆ ਉਹ ਠੀਕ ਹੈ। ਗੱਲ ਤੁਹਾਡੀ ਦਰੁਸਤ ਹੈ, ਮੈਂ ਸਹਿਮਤ ਹਾਂ ਤੁਹਾਡੇ ਨਾਲ ਬਰਿਆਣਾ ਸਾਹਿਬ। ਥੋੜਾ ਸੰਖੇਪ ਚ ਅੱਗੇ ਵਧਦੇ ਜਾਈਏ ਆਪਾਂ। ਕਈ ਸਾਰੀਆਂ ਖਬਰਾਂ ਨੇ, ਆਪਾਂ ਯੂਪੀ ਤੇ ਵੀ ਗੱਲ ਕਰਨੀ ਹੈ, ਅਕਾਲੀ ਅੰਦੋਲਨ ਤੇ ਵੀ ਕਰਨੀ ਹੈ, ਕੁਝ ਹੋਰ ਇਨਪੁਟਸ ਵੀ ਲੈਣੀਆਂ ਤੁਹਾਡੇ ਕੋਲੋਂ। ਤੇ ਇਹਦੇ ਚ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਇਨਪੁਟਸ ਆ ਰਹੀਆਂ ਨੇ, ਮਤਲਬ ਫੇਸਬੁੱਕ ਨੇ 2012 ਤੋਂ ਕਿਉਂਕਿ ਸੋਸ਼ਲ ਮੀਡੀਆ ਤੇ ਪਲੈਨਿੰਗ ਦੇ ਨਾਲ ਟੈਰੋਰਿਜ਼ਮ ਟਾਰਗੇਟ ਕੀਤਾ ਜਾਂਦਾ, ਫਿਰ ਉੱਥੋਂ ਹੀ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਨੇ, ਗਰਮ ਤੱਤੇ ਖੂਨ ਵਾਲੇ ਬੰਦੇ ਚੁੱਕਦੀਆਂ ਨੇ। 2012 ਤੋਂ ਫੇਸਬੁੱਕ ਇੱਕ ਲਿਸਟ ਬਣਾ ਰਿਹਾ ਸੀਗਾ ਜਿਸ ਦੇ ਵਿੱਚ ਉਹ ਕੁਝ ਲੋਕਾਂ ਦੀ ਉਹਨੇ ਸੀਕ੍ਰੇਟ ਬਲੈਕ ਲਿਸਟ ਬਣਾਈ ਸੀ ਕਿ ਜਿਹੜੀਆਂ ਦੁਨੀਆ ਭਰ ਦੀਆਂ 400-500 ਦਹਿਸ਼ਤਗਰਦ ਜਥੇਬੰਦੀਆਂ ਨੇ ਜੋ ਸੋਸ਼ਲ ਸਾਈਟਸ ਤੇ ਆ ਕੇ ਸਮਾਜ ਦੇ ਵਿੱਚ ਭੜਕਾਹਟ, ਬੰਬ ਧਮਾਕੇ ਪੈਦਾ ਕਰਦੀਆਂ ਨੇ, ਉਹ ਇੱਕ ਲਿਸਟ ਬਣਾ ਰੱਖੀ ਸੀ ਫੇਸਬੁੱਕ ਨੇ। ਉਹ ਜਿਹੜੀ ਲਿਸਟ ਸੀ ਡੇਂਜਰਸ ਇੰਡੀਵਿਜੂਅਲ ਐਂਡ ਆਰਗੇਨਾਈਜੇਸ਼ਨਜ਼, ਉਹ ਲਿਸਟ ਸੀ, ਉਹ ਆਪਣੇ ਕੋਲ ਉਹਨਾਂ ਦੀ ਸੀਕ੍ਰੇਟ ਸੀ। ਪਰ ਅੱਜ ਜਿਹੜਾ ਇੱਕ ਜਨਤਕ ਹੋ ਗਿਆ ਕਿ ਅਮਰੀਕਾ ਦੀ ਇੱਕ ਨਿਊਜ਼ ਵੈਬਸਾਈਟ ਹੈ ਇੰਟਰਸੈਪਟਰ, ਉਸ ਨੇ ਉਹ ਫੇਸਬੁੱਕ ਦੀ ਲਿਸਟ ਜਾਰੀ ਕਰ ਦਿੱਤੀ ਜਿਹਦੇ ਵਿੱਚ 400-500 ਦੇ ਕਰੀਬ ਵੱਡੀਆਂ ਜਥੇਬੰਦੀਆਂ ਦੇ ਨਾਂ ਨਸ਼ਰ ਹੋ ਗਏ ਨੇ। ਇਹਦੇ ਵਿੱਚ ਇੱਕ ਇੰਡੀਆ ਦੀ ਹਿੰਦੂ ਜਥੇਬੰਦੀ ਵੀ ਹੈ, ਸਨਾਤਨੀ ਜਥੇਬੰਦੀ ਹੈ। ਇਹਦੇ ਵਿੱਚ ਜਿਹੜੀਆਂ 10 ਜਥੇਬੰਦੀਆਂ ਬਲੈਕ ਲਿਸਟ ਜੋ ਫੇਸਬੁੱਕ ਨੇ ਕਰ ਰੱਖੀਆਂ, ਜੋ ਇਹਨਾਂ ਦੀਆਂ ਗਤੀਵਿਧੀਆਂ ਨੂੰ ਬਲੈਕ ਕਰਦੀ ਹੈ ਜਾਂ ਵਾਚਦੀ ਹੈ ਜਾਂ ਇਹਨਾਂ ਨਾਲ ਜੁੜੇ ਮੈਂਬਰਾਂ ਦੀਆਂ ਪੋਸਟਾਂ ਜਾਂ ਉਹਨਾਂ ਦੇ ਅਕਾਊਂਟ ਡਿਲੀਟ ਕਰਦੀ ਹੈ। ਇਹ ਜਿਹੜੀ ਬਲੈਕ ਲਿਸਟ ਹੈ ਇਸ ਦੇ ਵਿੱਚ ਭਾਰਤ ਦੇ ਕਈ ਸਾਰੇ ਸੰਗਠਨਾਂ ਦਾ ਨਾਮ ਸ਼ਾਮਲ ਹੈ। ਮੈਂ ਮੋਟੇ-ਮੋਟੇ ਦਾ ਜ਼ਿਕਰ ਕਰਾਂਗਾ, ਜਿਵੇਂ ਤ੍ਰਿਪੁਰਾ ਦੇ ਵਿੱਚ ਆਲ ਤ੍ਰਿਪੁਰਾ ਟਾਈਗਰ ਫੋਰਸ ਹੈ, ਕਮਿਊਨਿਸਟ ਪਾਰਟੀ ਆਫ ਇੰਡੀਆ ਮਾਓਵਾਦੀ ਹੈ, ਕੁਲਿੰਗ ਪਾਰਕ ਕਮਿਊਨਿਸਟ ਪਾਰਟੀ ਹੈ ਤੇ ਚੌਥੀ ਖਾਲਿਸਤਾਨ ਟਾਈਗਰ ਫੋਰਸ ਹੈ ਇਹਦੇ ਵਿੱਚ ਪੰਜਾਬ ਦੀ, ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ ਹੈ, ਪੀਪਲਜ਼ ਲਿਬਰੇਸ਼ਨਰੀ ਪਾਰਟੀ ਆਫ ਕੁਲਿੰਗ ਪਾਰਕ ਹੈ, ਇਹ 7 ਸਿਸਟਰ ਸਟੇਟਸ ਦੀਆਂ ਨੇ, ਤੇ ਸਨਾਤਨ ਸੰਸਥਾ ਇੱਕ ਹਿੰਦੂ ਸੰਸਥਾ ਹੈ, ਦਾਵਤ ਆਤੰਕੀ ਮੀਡੀਆ ਵਿੰਗ ਇਸਲਾਮਿਕ ਸਟੇਟ ਹੈ, ਅਲ ਬਦਰ ਮੁਜਾਹਿਦੀਨ ਹੈ ਤੇ ਆਲਮ ਮੀਡੀਆ ਐਂਡ ਟੈਰਰ ਮੀਡੀਆ ਵਿੰਗ ਅੰਸਾਰ ਗਜਾਵਤ ਉਲ ਹਿੰਦ, ਜੋ ਕਸ਼ਮੀਰ 'ਚ ਕਾਫੀ ਜ਼ਿੰਮੇਵਾਰੀਆਂ ਜਾਂ ਯੂਪੀ 'ਚ ਇਹਨਾਂ ਦੇ ਬੰਦੇ ਗਜਾਵਤ ਉਲ ਹਿੰਦ ਦੇ ਫੜੇ ਗਏ ਨੇ। ਇਹ ਜਿਹੜੀ ਲਿਸਟ ਜਾਰੀ ਕੀਤੀ ਹੈ, ਇਹ ਜਾਰੀ ਹੋਣ ਦੇ ਨਾਲ ਕਿਤੇ ਨਾ ਕਿਤੇ ਮੀਡੀਆ 'ਚ ਨਸ਼ਰ ਹੋਣੀ ਹੈ। ਤੇ ਉਸ ਤੋਂ ਬਾਅਦ ਹੁਣ ਜਿਵੇਂ ਪੰਜਾਬ ਦੇ ਵਿੱਚ ਤਿਹਾੜੀ ਸੀਜ਼ਨ ਹੈ, ਸਿਆਸਤ ਨੇ ਬਲੀ ਲੈਣੀ ਹੈ, ਜਿਵੇਂ ਮੌੜ ਮੰਡੀ ਬਲਾਸਟ ਵਾਪਰਿਆ ਸੀ, ਹੋਰ ਕਈ ਚੀਜ਼ਾਂ ਵਾਪਰੀਆਂ ਸੀ, ਕਈ ਸਿਆਸੀ ਕਤਲ ਹੋਏ ਸੀ। ਇਹ 2021 ਚ ਵੀ ਵਾਪਰਨਾ ਤੇ 22 ਦੀ ਇਲੈਕਸ਼ਨ ਤੋਂ ਪਹਿਲਾਂ ਵਾਪਰਨਾ। ਇਸ ਸੰਬੰਧੀ ਹੁਣ ਜਿਵੇਂ BSF ਲੱਗੀ ਹੈ, ਬੰਗਾਲ ਚ ਲੱਗੀ ਹੈ, ਤ੍ਰਿਣਮੂਲ ਕਾਂਗਰਸ ਨੇ ਵਿਰੋਧ ਕਰ ਦਿੱਤਾ,
ਅਸਾਮ 'ਚ ਕੋਈ ਬਹੁਤਾ ਵਿਰੋਧ ਨਹੀਂ ਹੈ ਤੇ ਇਸ ਦੌਰਾਨ ਪੰਜਾਬ 'ਚ ਵਿਰੋਧ ਹੈ ਕਿ ਇਹ ਧੱਕਾ ਕਰ ਰਿਹਾ ਕੇਂਦਰ, ਘੁਸਪੈਠ ਕਰ ਰਿਹਾ, ਟੇਢੇ ਤਰੀਕੇ ਨਾਲ ਰਾਸ਼ਟਰਪਤੀ ਰਾਜ ਦਾ ਪਾਰਟ ਹੈ ਇਹ ਜੋ ਕੁਝ ਹੋ ਰਿਹਾ। ਇਹਨੂੰ ਹੁਣ ਜਸਟੀਫਾਈ ਕਰਨ ਵਾਸਤੇ ਕੇਂਦਰੀ ਏਜੰਸੀਆਂ ਨੇ ਡਰ ਦਾ, ਭੈ ਦਾ ਮਾਹੌਲ ਦਿਖਾਉਣਾ। ਇਹ ਜਿਹੜੀਆਂ ਹੁਣ ਫੇਸਬੁੱਕ ਦੀ ਲਿਸਟ ਵੀ ਜਾਰੀ ਹੋਈ ਹੈ, ਇਹ ਵੀ ਇਸ ਤਰ੍ਹਾਂ ਦਾ ਇੱਕ ਜੁਗਾੜਬਾਜ਼ੀ ਹੁੰਦੀ ਹੈ ਅੰਤਰਰਾਸ਼ਟਰੀ ਪੱਧਰ ਤੇ। ਹੁਣ ਜਿਵੇਂ ਦੁਸਹਿਰੇ ਦੇ ਮੌਕੇ ਆਰਐਸਐਸ ਨੇ ਆਪਣੇ ਸਮਾਗਮ ਰੱਦ ਕੀਤੇ ਨੇ, ਇਹਨਾਂ 'ਚ ਵੀ ਹਮਦਰਦੀ ਉਹ ਬਟੋਰਨਗੇ, ਸਿੰਪੈਥੀ ਗੇਨ ਕਰਨਗੇ ਕਿ ਕਾਂਗਰਸ ਦੇ ਰਾਜ 'ਚ ਅਸੀਂ ਆਪਣਾ ਧਾਰਮਿਕ ਉਤਸਵ ਵੀ ਨਹੀਂ ਮਨਾ ਸਕੇ। ਇਨਪੁਟਸ ਦੇ ਆਧਾਰ ਤੇ ਇਸ ਬੀਐਸਐਫ ਨੂੰ ਪੰਜਾਬ ਦੇ ਵਿੱਚ 20 ਕਿਲੋਮੀਟਰ 'ਚ ਵਾਕਈ ਜ਼ਰੂਰਤ ਹੈ। ਉਹਨੂੰ ਸਬੂਤ ਦੇ ਤੌਰ ਤੇ ਪੇਸ਼ ਕਰਨ ਵਾਸਤੇ ਤਿਉਹਾਰਾਂ ਦੇ ਮੌਕੇ ਕੋਈ ਇੱਟ ਖੜੱਕਾ, ਕੋਈ ਧਮਾਕਾ ਧਮੁੱਕਾ ਕੋਈ ਹੋ ਸਕਦਾ ਹੈ, ਜਾਂ ਚੰਨੀ ਕਿਵੇਂ ਇਸ ਸੰਕਟ ਮੋਚਨ ਕੈਪਟਨ ਸਾਹਿਬ ਤੋਂ ਇਸ ਘਟਨਾਕ੍ਰਮ 'ਚੋਂ ਨਿਕਲਣ ਦੀ ਬਿਉਂਤਬੰਦੀ ਲੈਣਗੇ, ਕਿਉਂਕਿ ਚੰਨੀ ਦਾ ਹੁਣ ਸਿੱਧੂ ਨਾਲ ਮਿਲਾਪ ਤਾਂ ਬਹੁਤਾ ਨਹੀਂ ਹੋਏਗਾ, ਇਹ ਤਾਂ ਗੱਲ ਸਪਸ਼ਟ ਹੈ। ਉਹਨਾਂ ਦਾ ਬਾਕੀ ਕਾਂਗਰਸੀਆਂ ਨਾਲ ਮਨਪ੍ਰੀਤ ਸਿੱਧੂ ਜਿੰਨਾ ਕੁ ਵਰਤਣਾ ਸੀ ਮੇਰੇ ਖਿਆਲ ਇਹਨਾਂ ਨੇ ਵਰਤ ਲਿਆ। ਇਹਦੇ 'ਚ ਸੰਕਟ ਮੋਚਨ 'ਚੋਂ ਨਿਕਲਣ ਲਈ ਹੁਣ ਚੰਨੀ ਕੀ ਗੁਣ ਲੈਣਗੇ ਤੇ ਕਿਵੇਂ ਸਰਕਾਰ ਦੀ ਇਨਪੁਟ ਰਹੇਗੀ ਤੇ ਕਿਸ ਤਰ੍ਹਾਂ ਦਾ ਪੰਜਾਬ ਦਾ ਸਿਆਸੀ ਮਾਹੌਲ ਰਹੇਗਾ। ਉਸ ਤੋਂ ਬਾਅਦ ਥੋੜਾ ਜਿਹਾ, ਕਿਉਂਕਿ ਅਕਾਲੀਆਂ ਨੇ ਬੀਐਸਐਫ ਦੇ ਖਿਲਾਫ ਧਰਨਾ ਲਾਇਆ ਸੀ, ਤੁਸੀਂ ਉਦੋਂ ਬਹੁਤ ਰਿਪੋਰਟਿੰਗ ਕੀਤੀ ਸੀ, ਨਸ਼ੇ ਦੀ ਤਸਕਰੀ ਆ ਵੀ ਬਹੁਤ ਰਿਹਾ ਸੀ, ਉਦੋਂ ਬਾਰਡਰ ਤੋਂ ਫੜਿਆ ਵੀ ਬਹੁਤ ਜਾ ਰਿਹਾ ਸੀਗਾ ਤੇ ਹਰਦਿਆਲ ਸਿੰਘ ਮਾਨ ਹੋਰਾਂ ਨੇ ਉਦੋਂ ਬੜਾ ਫੜਿਆ ਗਿਆ ਸੀ, ਨਸ਼ਾ ਆ ਰਿਹਾ ਸੀ ਜੋ ਕੁਝ। ਉਦੋਂ ਅਕਾਲੀਆਂ ਨੇ ਬੀਐਸਐਫ ਦੇ ਖਿਲਾਫ ਧਰਨਾ ਲਾਇਆ ਸੀ। ਹੁਣ ਬੀਐਸਐਫ ਨੂੰ ਉਹ ਰੜਕਾਂ ਵੀ ਯਾਦ ਨੇ ਅਕਾਲੀਆਂ ਪ੍ਰਤੀ, ਕਿਉਂਕਿ ਇਹਨਾਂ ਦੇ ਕਈ ਅਕਾਲੀਆਂ ਦੇ ਐਮਐਲਏ ਸੀ ਬੜੇ ਚਰਚਿਤ ਤੇ ਬਦਨਾਮ ਸੀ, ਮਾਝੇ 'ਚ ਕਈ ਐਸਐਸਪੀ ਵੀ ਬੜੇ ਬਦਨਾਮ ਸੀ। ਉਹ ਕਿਤੇ ਨਾ ਕਿਤੇ ਉਹ ਰੜਕ ਵੀ ਬੀਐਸਐਫ ਹੁਣ ਇਹਨਾਂ ਨੂੰ ਦਿਖਾਏਗੀ। ਅਕਾਲੀਆਂ ਦੀ ਗ੍ਰਿਫਤਾਰੀ ਅੱਜ ਹੋਈ ਹੈ ਸੁਖਬੀਰ ਬਾਦਲ ਹੋਰਾਂ ਦੀ, ਇਸ ਦਾ ਵਿਰੋਧ ਕਰਦੇ ਆ ਬੀਐਸਐਫ ਦੀ ਤੈਨਾਤੀ ਦਾ ਪੰਜਾਬ 'ਚ। ਇਹਨਾਂ ਤੇ ਦਿਓ ਇਨਪੁਟ ਪਲੀਜ਼, ਫਿਰ ਆਪਾਂ ਯੂਪੀ ਤੇ ਗੱਲ ਕਰਾਂਗੇ, ਹਰਿਆਣਾ ਤੇ ਗੱਲ ਕਰਾਂਗੇ। ਦੇਖੋ, ਜਿੱਥੇ ਤੱਕ ਰਹੀ ਆਰਐਸਐਸ ਦੇ ਸਮਾਗਮ ਰੱਦ ਕਰਨ ਦੀ, ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਇਸ ਚੀਜ਼ ਦਾ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਦੁਸਹਿਰੇ ਉੱਤੇ ਬੀਜੇਪੀ ਦੇ ਜਿਹੜੇ ਲੀਡਰਾਂ ਦੇ ਉਹ ਅਸੀਂ ਪੁਤਲੇ ਫੂਕਾਂਗੇ। ਲੇਕਿਨ ਸੰਯੁਕਤ ਮੋਰਚੇ ਨੇ ਫਿਰ ਉਹ ਜਿਹੜੀ ਆ ਖਾਸ ਕਰਕੇ ਹਿੰਦੂਆਂ ਤੇ ਅੱਗੇ ਉਹਨਾਂ ਨੇ ਜਿਹੜਾ ਸਟੇਟਮੈਂਟ ਜਾਰੀ ਕਰਕੇ ਕਿਹਾ ਵੀ ਇਹ ਇੱਕ ਸਾਰਿਆਂ ਦਾ ਹਰਿਆਣਾ ਸਾਹਿਬ ਹੁਣੇ ਮੇਰੇ ਨਾਲ ਜੇਠੂਕੇ ਸਾਹਿਬ ਆਏ ਸੀ, ਉਹ ਕਹਿੰਦੇ ਅਸੀਂ ਆਖਿਆ ਕਿ ਭਾਈ ਪਿਛਲੇ ਸਾਲ ਸਾੜੇ ਸੀ, ਜੇ ਤੁਸੀਂ ਇਹ ਕਹਿੰਦੇ ਕਿ ਲਓ ਅੱਜ ਦਾ ਦਿਨ ਛੱਡਿਆ, ਮਤਲਬ ਆਰਐਸਐਸ ਦੇ ਸਮਾਗਮਾਂ ਨੂੰ ਕਿਸਾਨਾਂ ਨੇ ਨਹੀਂ ਸੀ ਰੋਕਣਾ, ਪਰ ਇਹ ਜਾਣਬੁੱਝ ਕੇ ਹਮਦਰਦੀ ਬਟੋਰਨ ਦਾ ਜੁਗਾੜ ਹੈ ਜਿਹੜੇ ਇਹਨਾਂ ਨੇ ਸਮਾਗਮ ਰੱਦ ਕੀਤੇ ਨੇ। ਕਿਸਾਨ ਇਹਨਾਂ ਨੂੰ ਹਰ ਤਿਕੜਮਾਜੀ ਦਾ ਜਵਾਬ ਦੇ ਰਹੇ ਨੇ ਜੀ। ਦੇਖੋ, ਜਿਹੜੀ ਆਰਐਸਐਸ ਦੀ ਫੰਕਸ਼ਨਿੰਗ ਆ ਉਹਨੂੰ ਸਮਝਣਾ ਪਏਗਾ ਪਹਿਲਾਂ, ਸਭ ਤੋਂ ਪਹਿਲਾਂ ਕਿ ਆਰਐਸਐਸ ਦੀ ਫੰਕਸ਼ਨਿੰਗ ਕੀ ਆ। ਬੀਜੇਪੀ ਇੱਕ ਆਰਐਸਐਸ ਦਾ ਵਿੰਗ ਆ। ਬਹੁਤ ਸਾਲ ਪਹਿਲਾਂ ਆਊਟਲੁੱਕ ਮੈਗਜ਼ੀਨ ਨੇ ਇੱਕ ਪੂਰਾ ਜਿਹੜਾ ਐਡੀਸ਼ਨ ਹੀ ਜਿਹੜਾ ਆ ਆਰਐਸਐਸ ਦੇ ਦਿੱਤਾ ਸੀ, ਉਸ ਐਡੀਸ਼ਨ ਦਾ ਨਾਂ ਸੀ ਦਾ ਟਰੀ। ਉਸ ਟਾਈਮ ਉਹਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਆਊਟਲੁੱਕ ਨੇ ਵੀ 115 ਬ੍ਰਾਂਚਸ ਜਿਹੜੀਆਂ ਨੇ ਆਰਐਸਐਸ ਦੀਆਂ ਪੂਰੇ ਇੰਡੀਆ ਦੇ ਵਰਲਡ ਦੇ ਵਿੱਚ ਫੈਲੀਆਂ ਹੋਈਆਂ, ਜਿਹਦੇ ਵਿੱਚ 115 ਦੇ ਵਿੱਚ ਬੀਜੇਪੀ ਇੱਕ ਪਾਰਟ ਆ। ਸੋ ਆਰਐਸਐਸ ਹਮੇਸ਼ਾ ਜਿਹੜੇ ਆ ਇਹਨਾਂ ਦੇ ਪ੍ਰੋਗਰਾਮ ਬਹੁਤੇ ਜਨਤਕ ਪ੍ਰੋਗਰਾਮ ਨਹੀਂ ਹੁੰਦੇ, ਇਹਨਾਂ ਦੀਆਂ ਸਿਖਾਵਾਂ ਲੱਗਦੀਆਂ ਨੇ, ਇਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਲੱਗਦੀਆਂ ਨੇ ਬੜੇ ਸਿਲੈਕਟਿਵ ਜਗ੍ਹਾ ਹੁੰਦੀਆਂ ਨੇ। ਔਰ ਆਰਐਸਐਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕਮਿਟਡ ਆਰਐਸਐਸ ਦੇ ਮੈਂਬਰ ਹੁੰਦੇ ਨੇ, ਉਹਨਾਂ ਤੋਂ ਇਲਾਵਾ ਕਿਸੇ ਨੂੰ ਉਹਦੀ ਜਾਣਕਾਰੀ ਨਹੀਂ ਹੁੰਦੀ। ਬੀਜੇਪੀ ਦੇ ਫੰਕਸ਼ਨ ਤਾਂ ਪਤਾ ਲੱਗ ਜਾਂਦੇ ਨੇ ਕਿਉਂਕਿ ਬੀਜੇਪੀ ਜਿਹੜੀ ਆ ਪੋਲੀਟੀਕਲ ਵਿੰਗ ਆ ਤੇ ਉਹਨੇ ਰਾਜਨੀਤਿਕ ਜਿਹੜਾ ਉਹਨੇ ਲੋਕਾਂ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਵਿਚਰਨਾ, ਤੇ ਇਸ ਗੱਲ ਕਰਕੇ ਉਹਨਾਂ ਦਾ ਸਾਰੇ ਸਮਾਗਮ ਜਿਹੜੇ ਆ ਪਤਾ ਲੱਗ ਜਾਂਦੇ, ਕਿਸਾਨ ਉਹਦਾ ਵਿਰੋਧ ਕਰਦੇ ਨੇ। ਤੇ ਮੇਰਾ ਖਿਆਲ ਆ ਕਿ ਕਿਸਾਨਾਂ ਨੂੰ ਹੱਲੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੋਣੀ ਕਿ ਆਰਐਸਐਸ ਦੇ ਪ੍ਰੋਗਰਾਮ ਕਿੱਥੇ ਹੁੰਦੇ ਨੇ। ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤੀ ਇਹ ਪ੍ਰਗਟਾਉਣਾ ਹੈ ਕਿ ਜਿਹੜਾ ਇਹਨਾਂ ਨੇ ਸਮਾਗਮ ਰੱਦ ਕੀਤਾ ਤੇ ਕਿਤੇ ਨਾ ਕਿਤੇ ਇਹ ਵੀ ਇਸ ਗੱਲ ਨੂੰ ਵੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਸਹਿਮਤੀ ਜਿਹੜੀ ਆ ਉਹ ਹਾਸਲ ਕਰਨ ਲਈ ਇਹਨਾਂ ਨੇ ਉਹ ਸਮਾਜ ਹੁੰਦਾ ਬਿਆਨ ਸਾਹਿਬ। ਦੇਖੋ ਜੀ, ਸਹਿਮਤੀ ਗੇਨ ਜਿਹੜਾ ਹੈਗਾ ਕੀਤਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਵੇਖੋ ਕਿ ਪਾਕਿਸਤਾਨ 'ਚ ਕੁਝ ਹਿੰਦੂ ਪੀੜਤ ਨੇ, ਸਿੱਖ ਪੀੜਤ ਨੇ, ਉਹ ਤਾਲਿਬਾਨ ਬਦਨਾਮ ਹੋਇਆ, ਹਾਲਾਂਕਿ ਤਾਲਿਬਾਨ ਨੇ ਘੱਟ ਗਿਣਤੀਆਂ ਨੂੰ ਗਰੰਟੀ ਵੀ ਦਿੱਤੀ। ਪਾਕਿਸਤਾਨ 'ਚ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਤੇ ਉਹਦਾ ਰਿਐਕਸ਼ਨ ਇੰਡੀਆ 'ਚ ਕੈਸ਼ ਕੀਤਾ ਜਾਂਦਾ, ਜਿਵੇਂ ਪੁਲਵਾਮਾ ਦਾ ਹੋਇਆ। ਇਸੇ ਤਰ੍ਹਾਂ ਅੱਜ ਬੰਗਲਾਦੇਸ਼ ਦੇ ਵਿੱਚ ਜਿਸ ਤਰ੍ਹਾਂ ਨਵਰਾਤਿਆਂ ਦਾ ਫੈਸਟੀਵਲ ਦੁਸਹਿਰਾ ਚੱਲ ਰਿਹਾ, ਬੰਗਲਾਦੇਸ਼ ਦੇ ਹਿੰਦੂ ਮੈਂਬਰਾਂ ਤੇ ਕੁਝ ਕੱਟੜ ਲੋਕਾਂ ਨੇ ਦੁਰਗਾ ਪੂਜਾ ਦਾ ਜਿਹੜਾ ਚਾਂਦਪੁਰ ਜ਼ਿਲ੍ਹੇ ਦਾ ਪੰਡਾਲ ਸੀ ਹਿੰਦੂ ਮੰਦਿਰ ਦਾ, ਉੱਤੇ ਹਮਲਾ ਕੀਤਾ
ਗੋਲੀਆਂ ਮਾਰ ਕੇ 3 ਲੋਕਾਂ ਦੀ ਹੱਤਿਆ ਵੀ ਉਸ ਝੜਪ ਦੇ ਦੌਰਾਨ ਹੋਈ ਕਿਉਂਕਿ ਮੰਦਰ ਵਾਲਿਆਂ ਨੇ ਵੀ ਵਿਰੋਧ ਕੀਤਾ। ਸੋ ਬੰਗਲਾਦੇਸ਼ ਦੇ ਵਿੱਚ ਜਿਵੇਂ ਘੱਟ ਗਿਣਤੀ ਭਾਈਚਾਰਾ ਹਿੰਦੂ ਪੀੜਤ ਹੈ, ਸੋ ਬੰਗਲਾਦੇਸ਼ੀ ਹਿੰਦੂ ਯੂਨਿਟੀ ਕੌਂਸਲ ਨੇ ਟਵੀਟ ਕਰਕੇ 13 ਅਕਤੂਬਰ 2021 ਨੂੰ ਬੰਗਲਾਦੇਸ਼ ਦੇ ਇਤਿਹਾਸ ਦਾ ਕਾਲਾ ਦਿਨ ਆਖਿਆ ਕਿ ਅਸੀਂ ਅਸ਼ਟਮੀ ਦੇ ਮੌਕੇ ਮੂਰਤੀ ਵਿਸਰਜਨ ਦੇ ਮੌਕੇ ਪੂਜਾ ਕਰ ਰਹੇ ਸਾਂ ਤਾਂ ਸਿਰਫ ਇੱਕ ਕੱਟੜ ਪ੍ਰਸਤ ਮੁਸਲਮਾਨਾਂ ਨੇ ਇਹਦੀ ਜਿਹੜੀ ਹੈ ਉਹ ਬੇਅਦਬੀ ਕੀਤੀ ਹੈ। ਤੇ ਇਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਜਿਹੜਾ ਮਾਂ ਦੁਰਗਾ ਸ਼ਕਤੀ ਦਾ ਪ੍ਰਤੀਕ ਹੈ ਹਿੰਦੂ ਭਾਈਚਾਰੇ ਦੇ ਵਿੱਚ, ਤੇ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ, ਹਿੰਦੂਆਂ ਦਾ ਵੱਡਾ ਤਿਉਹਾਰ ਹੈ। ਭਾਵੇਂ ਬੰਗਾਲ ਦੇ ਵਿੱਚ ਤਾਂ ਇਸ ਨੂੰ ਵਿਜੇ ਦਸ਼ਮੀ ਦੇ ਤੌਰ ਤੇ ਪੂਜਿਆ ਜਾਂਦਾ, ਦੁਰਗਾ ਪੂਜਾ ਦੇ ਤੌਰ ਤੇ ਪੂਜਿਆ ਜਾਂਦਾ ਹੈ। ਸੋ ਇਸ ਦੇ ਵਿੱਚ ਇਹ ਜਿਹੜਾ ਬੰਗਲਾਦੇਸ਼ ਦੇ ਵਿੱਚ ਇਸ ਤਰ੍ਹਾਂ ਜਿਹੜਾ ਉੱਥੇ ਘੱਟ ਗਿਣਤੀ ਹਿੰਦੂ ਭਾਈਚਾਰਾ ਉਹਦੇ ਪੰਡਾਲਾਂ ਦੀ ਤੋੜ-ਫੋੜ ਕਰਨੀ, ਕਿਤੇ ਨਾ ਕਿਤੇ ਇਸ ਦਾ ਰਿਐਕਸ਼ਨ ਬੰਗਾਲ ਦੇ ਵਿੱਚ ਜਾਏਗਾ। ਬੰਗਾਲ ਦੇ ਵਿੱਚ ਹੁਣ ਜਿਸ ਤਰ੍ਹਾਂ ਤ੍ਰਿਣਮੂਲ ਕਾਂਗਰਸ ਹੈ ਉਹਦੀ ਕਿਤੇ ਨਾ ਕਿਤੇ ਮੁਸਲਿਮ ਸਮਾਜ ਦੇ ਨਾਲ ਵਧੀਆ ਸਾਂਝ ਹੈ, ਬੀਜੇਪੀ ਉਸ ਨੂੰ ਕੈਸ਼ ਕਰੇਗੀ ਬੰਗਾਲ ਦੇ ਵਿੱਚ। ਉਹ ਲਾਅ ਐਂਡ ਆਰਡਰ ਦੀ ਸਥਿਤੀ ਦੇ ਮੱਦੇਨਜ਼ਰ ਜਿਸ ਤਰ੍ਹਾਂ ਉੱਥੇ BSF ਲਾਈ ਗਈ ਹੈ, ਕਿਉਂਕਿ ਬੰਗਲਾਦੇਸ਼ ਤੋਂ ਬਹੁਤ ਵੱਡੇ ਪੱਧਰ ਤੇ ਮੱਝਾਂ, ਦੁਧਾਰੂ ਮੱਝਾਂ ਜਾਂ ਹੋਰ ਜਿਹੜੀ ਸਮਗਲਿੰਗ ਜਾਂ ਟਰਾਂਸਪੋਰਟੇਸ਼ਨ ਜਿਹੜੀ ਕਾਨੂੰਨਨ ਤੇ ਗੈਰ ਕਾਨੂੰਨਨ ਦੋਨੇ ਤਰ੍ਹਾਂ ਦੀ ਬੰਗਲਾਦੇਸ਼ ਨੂੰ ਹੁੰਦੀ ਹੈ। ਤੇ ਉਹ ਕਿਤੇ ਨਾ ਕਿਤੇ ਹੁਣ ਜਿਵੇਂ 22 ਦੇ ਇਲੈਕਸ਼ਨ ਨੇ ਜਾਂ 24 ਦੇ ਇਲੈਕਸ਼ਨ ਨੇ, ਉਹ ਕੱਟੜ ਜਦੋਂ ਤਾਂ ਲੋੜ ਹੈ ਉਦੋਂ ਤਾਂ ਪ੍ਰਧਾਨ ਮੰਤਰੀ ਸਾਹਿਬ ਵਰਿਆਣਾ ਸਾਹਿਬ ਕੋਰੋਨਾ ਦੇ ਦੌਰਾਨ ਵੀ ਬੰਗਲਾਦੇਸ਼ ਚਲੇ ਜਾਂਦੇ ਨੇ। ਹੁਣ ਜਦੋਂ ਜਿਵੇਂ ਬੰਗਲਾਦੇਸ਼ ਦੇ ਵਿੱਚ ਹਿੰਦੂ ਮੰਦਰਾਂ ਤੇ ਹਮਲਾ ਹੋਇਆ, 3 ਲੋਕਾਂ ਦੀ ਜਾਨ ਗਈ ਹੈ, ਦੋਨੇ ਤਰ੍ਹਾਂ 'ਚ ਕਲੈਸ਼ ਹੋਇਆ, ਤੇ ਉਹ ਕਿਤੇ ਨਾ ਕਿਤੇ ਫਿਰ ਐਂਟੀ ਮੁਸਲਿਮ ਜਿਹੜਾ ਵਰਤਾਰਾ ਆ ਉਹ ਕੈਸ਼ ਹੋਏਗਾ, ਕੁਦਰਤੀ ਹੋਏਗਾ। ਹਾਲਾਂਕਿ ਕਰਦੇ ਸ਼ਰਾਰਤੀ ਨੇ, ਜਿਵੇਂ ਮੂਰਤੀਆਂ ਤੋੜੀਆਂ ਗਈਆਂ ਦੁਰਗਾ ਦੇਵੀ ਦੀਆਂ ਜਾਂ ਸ਼੍ਰੀ ਰਾਮ ਦੀਆਂ, ਤੇ ਉਹਨਾਂ ਦਾ ਕਿਤੇ ਨਾ ਕਿਤੇ ਰਿਐਕਸ਼ਨ ਭਾਰਤ ਦੇ ਵਿੱਚ ਹੋਣਾ ਲਾਜ਼ਮੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਹਿੰਦੂਆਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਉਚੇਚਾ ਵਿਸ਼ਵ ਪੱਧਰ ਤੇ ਹਾਈਲਾਈਟ ਵੀ ਕੀਤਾ ਕਿ ਕੱਟੜਪ੍ਰਸਤ ਲੋਕ ਕਿਸ ਤਰ੍ਹਾਂ, ਕਿਉਂਕਿ ਅਸਲ 'ਚ ਰੌਲਾ ਇਹ ਪਿਆ ਸੀ ਕਿ ਕਿਸੇ ਇਲਾਕੇ 'ਚ ਉੱਥੇ ਕੁਰਾਨ ਦਾ ਅਪਮਾਨ ਹੋਇਆ, ਜਿਸ ਤੇ ਰੋਸ ਵਜੋਂ ਉਹਨਾਂ ਨੇ ਹਿੰਦੂ ਮੰਦਰ ਨੂੰ ਟਾਰਗੇਟ ਕੀਤਾ। ਸੋ ਆਪਸ ਦੇ ਵਿੱਚ ਇਹ ਦੋਨਾਂ ਧਿਰਾਂ ਦੇ ਵਿੱਚ ਹਿੰਸਾ ਹੋਈ ਹੈ। ਸੋ ਜਿਸ ਹਿੰਸਾ ਨੂੰ ਹੈ ਜਿਹੜਾ ਵੋਟਾਂ ਦੇ ਰੂਪ 'ਚ ਕੈਸ਼ ਕੀਤਾ ਜਾਂਦਾ। ਹੁਣ ਪੰਜਾਬ ਦੇ ਵਿੱਚ ਜਿਵੇਂ RSS ਦੇ ਕਿਸੇ ਵੀ ਸਮਾਗਮ ਨੂੰ ਨਹੀਂ ਘੇਰਦੇ, ਕਿਉਂਕਿ RSS ਹਿੰਦੂ ਧਰਮ ਦੀ ਜਥੇਬੰਦੀ ਹੈ। ਹਾਲਾਂਕਿ ਬੈਕਗਰਾਉਂਡ ਇਹਦੀ ਪੋਲੀਟੀਕਲ ਹੈ ਤੇ BJP ਦੀ ਮਾਂ ਆ, ਇਹ ਸਭ ਨੂੰ ਪਤਾ ਹੈ, ਪਰ ਫਿਰ ਵੀ ਕਿਸਾਨ ਜਿਹੜਾ ਹੈਗਾ RSS ਦੇ ਸਮਾਗਮਾਂ ਤੇ ਕੋਈ ਰੋਕ ਨਹੀਂ ਲਾਉਂਦੇ, ਚਾਹੇ ਉਹਨਾਂ ਨੂੰ ਪਤਾ ਵੀ ਲੱਗ ਜੇ। ਪਰ ਇਹਨਾਂ ਨੇ ਆਪਣੇ ਤੌਰ ਤੇ ਦਰੇਸੀ ਗਰਾਊਂਡ ਜਿੱਥੇ ਗੋਲੀ ਵੀ ਚੱਲੀ ਸੀ ਦਹਿਸ਼ਤਗਰਦੀ ਦੇ ਦੌਰ ਦੇ ਦੌਰਾਨ, ਉਸ ਤੇ ਵੱਡਾ ਸਮਾਗਮ ਰੱਦ ਕੀਤਾ। ਕਿਤੇ ਨਾ ਕਿਤੇ ਕੋਈ ਏਜੰਸੀਆਂ ਦੀ ਕੋਈ ਖੇਡ, ਕੋਈ ਤਾਣਾ ਬਾਣਾ, ਸ਼ੁਕਰ ਕਰੇ ਕਿ ਦਿਨ ਤਿਉਹਾਰ ਨੇ ਜਿਹੜੇ ਉਹ ਅਮਨ ਅਮਾਨ ਨਾਲ ਲੰਘ ਜਾਣ, ਕਿਉਂਕਿ ਸਿਆਸਤਦਾਨ ਤੇ ਏਜੰਸੀਆਂ ਇਸ ਦੌਰਾਨ ਹਰ ਤਿਕੜਮਬਾਜ਼ੀ ਦੀ ਕੋਸ਼ਿਸ਼ ਕਰਨੀ ਹੈ। ਉਸ ਦੌਰਾਨ ਪੰਜਾਬ ਦੀ ਸਥਿਤੀ ਵਰਿਆਣਾ ਸਾਹਿਬ ਲਾਅ ਐਂਡ ਆਰਡਰ ਦੀ ਜਾਂ ਇਸ ਵਰਤਾਰੇ ਦੀ ਕਿੱਦਾਂ ਵੇਖਦੇ ਹੋ? ਤੇ ਚੰਨੀ ਦਾ ਜਿਹੜਾ ਸੰਕਟ ਹੈ ਉਸ ਦੌਰਾਨ ਕੈਪਟਨ ਨਾਲ ਮੁਲਾਕਾਤ, ਇਹਦੇ ਵੀ ਕੁਝ ਮਾਨੇ ਨਿਕਲਣਗੇ ਕਿ ਚੰਨੀ ਹੁਣ ਇਸ ਵਿੱਚੋਂ ਕਿਵੇਂ ਬਚ ਨਿਕਲੇ BSF ਲਵਾਉਣ ਦੇ ਮਾਮਲੇ 'ਚੋਂ। ਜੀ ਵਰਿਆਣਾ ਸਾਹਿਬ ਕੰਟੀਨਿਊ ਪਲੀਜ਼। ਪ੍ਰੋਗਰਾਮ ਨੂੰ ਰੱਦ ਕਰਨਾ ਆ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਆ ਕਿਤੇ ਨਾ ਕਿਤੇ, ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜਿਹੜਾ ਆ ਪੂਰੇ ਹਾਲਾਤ ਜਿਹੜੇ ਆ BJP ਦੇ ਪੰਜਾਬ ਦੇ ਵਿੱਚ, ਜੇ BJP ਕਹਿ ਲਈਏ ਜਾਂ ਖਾਸ ਕਰਕੇ RSS ਕਹਿ ਲਈਏ, ਤੇ ਬਿਲਕੁਲ ਹਾਲਾਤ ਉਸ ਨਾਲੋਂ ਵੱਖਰੇ ਨੇ। ਤੇ ਜੇ ਇਸ ਦੌਰਾਨ ਜੇ ਹੋ ਸਕਦਾ ਵੀ ਕੋਈ ਇਦਾਂ ਦੀ ਇੰਟੈਲੀਜੈਂਸ ਇਨਪੁਟ ਹੋ ਸਕਦੀ ਆ ਕਿ ਇਸ ਚੀਜ਼ ਦਾ ਫਾਇਦਾ ਪੰਜਾਬ ਦੇ ਵਿੱਚ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ, ਜਿਹੜੀਆਂ ਖਾਸ ਕਰਕੇ ISI ਪਾਕਿਸਤਾਨ ਦੇ ਵਿੱਚ ਬੈਠੇ ਹੋਏ ਲੋਕ, ਉਹ ਇਸ ਤਰ੍ਹਾਂ ਦੀ ਕੋਈ ਘਟਨਾ ਕਰਵਾ ਸਕਦੀ ਆ, ਤੇ ਉਹ ਜਿਹੜਾ ਬਾਅਦ ਵਿੱਚ ਮੁੜ ਕੇ ਇਹ ਸਿੱਖਾਂ ਦੇ ਉੱਤੇ ਹੀ ਮੜਿਆ ਜਾਣਾ ਸੀ। ਕਿਤੇ ਨਾ ਕਿਤੇ ਇੰਟੈਲੀਜੈਂਸ ਇਨਪੁਟ ਮਿਲੀ ਹੋਣੀ ਆ ਕਿ ਇੱਥੇ ਕੋਈ ਅਟੈਕ ਹੋ ਸਕਦਾ ਆ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਵੱਡਾ ਪ੍ਰੋਗਰਾਮ ਹੁੰਦਾ ਔਰ ਸਾਰਿਆਂ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਹੁੰਦੀ ਆ। ਸੋ ਮੈਂ ਇਹ ਸਮਝਦਾ ਕਿ ਵੀ ਕੋਈ ਕਲੈਸ਼ ਨਾ ਹੋਵੇ, ਜਾਂ ਸਟੇਟ ਗਵਰਨਮੈਂਟ ਨੇ ਵੀ ਹੋ ਸਕਦਾ ਕਿ ਖਾਸ ਕਰਕੇ ਜਿਹੜੀ ਉੱਥੇ ਦੀ ਲੋਕਲ ਪੁਲਿਸ ਆ ਜਾਂ ਲੋਕਲ CID ਆ, ਉਹਨਾਂ ਨੇ ਇਹਨਾਂ ਨੂੰ ਮਨਾ ਕੀਤਾ ਹੋਵੇ ਵੀ ਤੁਸੀਂ ਇਸ ਵਾਰ ਜਿਹੜਾ ਆਪਣਾ ਪ੍ਰੋਗਰਾਮ ਰੱਦ ਕਰੋ, ਵੀ ਕੱਲ ਨੂੰ ਕੋਈ ਇਦਾਂ ਦੀ ਵੱਡੀ ਅਨਸੁਖਾਵੀ ਘਟਨਾ ਵਾਪਰ ਸਕਦੀ ਆ। ਸੋ ਇਦਾਂ ਦੀਆਂ ਇੰਟੈਲੀਜੈਂਸ ਇਨਪੁਟਸ ਜਿਹੜੀਆਂ ਸਾਨੂੰ ਮਿਲ ਰਹੀਆਂ ਨੇ ਕਿ ਤੁਹਾਡੇ ਤੇ ਇਸ ਚੀਜ਼ ਦਾ ਕਿਸਾਨਾਂ ਦਾ
ਦੇ ਨਾਂ ਹੇਠ ਲੈ ਕੇ ਕੱਲ ਖੁਦਾ ਨਾ ਖਾਸਤਾ ਜੇ ਇਸ ਤਰ੍ਹਾਂ ਦੀ ਕੋਈ ਘਟਨਾ ਉੱਥੇ ਵਾਪਰਦੀ ਆ ਤੇ ਉਹਦਾ ਜਿਹੜਾ ਕਿਸਾਨ ਅੰਦੋਲਨ ਤੇ ਬਹੁਤ ਵੱਡਾ ਪੰਜਾਬ ਦੀ ਰਾਜਨੀਤੀ ਤੇ ਤਾਂ ਅਸਰ ਪੈਣਾ ਹੀ ਪੈਣਾ, ਖਾਸ ਕਰਕੇ ਜਿਹੜੇ 1 ਸਾਲ ਤੋਂ ਬਾਰਡਰ ਦੇ ਉੱਤੇ ਕਿਸਾਨ ਬੈਠੇ ਹੋਏ ਨੇ, ਜਿਹੜਾ ਉਹਨਾਂ ਦਾ ਸੰਘਰਸ਼ ਜਿਹੜਾ ਇਸ ਵੇਲੇ ਪੀਕ ਵੱਲ ਨੂੰ ਜਿਹੜਾ ਵੱਧ ਰਿਹਾ ਆ ਜਿਹੜਾ, ਤੇ ਉਸ ਤੇ ਵੀ ਵੱਡਾ ਅਸਰ ਜਿਹੜਾ ਹੋਣ ਦੀ ਸੰਭਾਵਨਾ ਆ। ਸੋ ਮੈਂ ਇਹ ਸਮਝਦਾ ਵੀ ਇਹ ਰੱਦ ਕਰਕੇ ਇਹ ਇੱਕ ਠੀਕ ਡਿਸੀਜਨ ਲਿਆ ਗਿਆ RSS ਵੱਲੋਂ ਕਿ ਕੱਲ ਨੂੰ ਕੋਈ ਉੱਥੇ ਉਹਨਾਂ ਤੇ ਅਟੈਕ ਹੁੰਦਾ ਤੇ ਇੱਕ ਤਾਂ ਦੇਖੋ ਉਹ ਇਸ ਗੱਲ ਤੋਂ ਬਚਦੇ ਨੇ ਕਿ ਕਿਤੇ ਉਹਨਾਂ ਦੇ ਉੱਤੇ ਅਟੈਕ ਨਾ ਹੋਵੇ, ਕਿਸੇ ਦੀ ਜਾਨ ਨਾ ਜਾਵੇ। ਦੂਸਰਾ ਉਹ ਸਿੰਪਥੀ ਵੀ ਗੇਨ ਕਰਨਗੇ ਵੀ ਅਸੀਂ ਤਾਂ ਜੀ ਕਿਸਾਨਾਂ ਨੇ ਕਿਹਾ ਸੀਗਾ ਤੇ ਅਸੀਂ ਉਹਦਾ ਜਿਹੜਾ ਆ ਅਸੀਂ ਤਾਂ ਸਮਾਗਮ ਰੱਦ ਕਰਕੇ ਪਰੇ ਮਾਰਿਆ। ਹੁਣ ਦੂਸਰੀ ਰਹੀ ਗੱਲ ਚੰਨੀ ਦੀ, ਇਸ ਸਾਰੇ BSF ਵਾਲੇ ਮਾਮਲੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਉਹ ਘਿਰ ਗਏ ਨੇ, ਕਿਉਂਕਿ ਉਹਨਾਂ ਦੇ ਕੋਲ ਦਿਨ ਨਹੀਂ ਆ ਕੁਛ ਕਰਨ ਦੇ। ਉਹਨਾਂ ਦਾ ਜਿਹੜਾ ਇੱਕ ਦਿਨ ਕੀਮਤੀ ਆ, ਕਿਉਂਕਿ ਮੋਹਰੇ ਦਸੰਬਰ ਦੇ ਵਿੱਚ ਕਿਸੇ ਟਾਈਮ ਵੀ ਜਿਹੜਾ ਇਲੈਕਸ਼ਨ ਕੋਡ ਜਿਹੜਾ ਲੱਗ ਸਕਦਾ ਆ। ਕੁੱਲ ਮਿਲਾ ਕੇ ਉਹਨਾਂ ਦੇ ਕੋਲ 1.5 ਮਹੀਨਾ ਜਿਹੜਾ ਆ ਬਚਿਆ ਹੋਇਆ ਆ, ਤੇ ਜੇ ਉਹ ਇਸ ਤਰ੍ਹਾਂ ਦੇ ਜਿਹੜਾ ਮਸਲਿਆਂ ਦੇ ਵਿੱਚ ਉਲਝਦੇ ਨੇ, ਖਾਸ ਕਰਕੇ ਏਡਾ ਵੱਡਾ ਸੀਰੀਅਸ ਐਲੀਗੇਸ਼ਨ ਉਹਨਾਂ ਦੇ ਉੱਤੇ ਲੱਗਣਾ, ਤੇ ਮੈਂ ਸਮਝਦਾ ਕਿ ਇਹ ਇੱਥੋਂ ਨਿਕਲਣਾ ਚਰਨਜੀਤ ਸਿੰਘ ਚੰਨੀ ਵਾਸਤੇ ਬੜਾ ਮੁਸ਼ਕਲ ਹੋਏਗਾ। ਮੈਨੂੰ ਜਿਹੜਾ ਆ ਇਹ ਕੋਈ ਵੀ ਏਦਾਂ ਦਾ ਨਹੀਂ ਲੱਗ ਰਿਹਾ, ਜਿਹੜਾ ਕਹਿ ਸਕਦੇ ਆ ਕਿ ਮੈਨੂੰ ਕੋਈ ਵੀ ਏਦਾਂ ਦਾ ਦਿਸ ਨਹੀਂ ਰਿਹਾ ਜਿਸ ਦੇ ਵਿੱਚ ਚੰਨੀ ਕਿਸ ਤਰ੍ਹਾਂ ਜਿਹੜਾ ਆ ਹੋ ਸਕਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਮਿਲ ਕੇ ਇੱਕ ਨਵੀਂ ਰਾਜਨੀਤਿਕ ਬਹਿਸ ਛੇੜਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੋਵੇ ਕਿ ਵੀ ਸਾਰਿਆਂ ਦਾ ਧਿਆਨ ਇਸ ਗੱਲ ਤੋਂ ਹਟ ਕੇ ਜਿਹੜਾ ਆ ਇਸ ਪਾਸੇ ਆਵੇ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾ ਰਿਹਾ, ਕਿਉਂਕਿ ਇਹ ਵੀ ਗੱਲ ਜਿਹੜੀ ਆ ਕੁਝ ਦਿਨਾਂ ਦੇ ਜਿਹੜੇ ਆ ਜਿੰਨੇ ਵੀ ਇਹਨਾਂ ਨੂੰ ਸਮਾਂ ਮਿਲਿਆ ਹੁਣ ਤੱਕ ਉਹਦੇ ਵਿੱਚ ਇਹਨਾਂ ਦੀ ਕਿਤੇ ਨਾ ਕਿਤੇ ਰਾਜਨੀਤਿਕ ਵਿਦਵਤਾ ਕਿਤੇ ਸਾਹਮਣੇ ਵੱਡੀ ਲੈਵਲ ਤੇ ਨਹੀਂ ਆਈ। ਤੇ ਇਹ ਹਾਲਾਂਕਿ ਇਹਨਾਂ ਨੇ ਵਿਆਹ ਸਾਦਗੀ ਨਾ ਕੀਤਾ, ਕਿਤੇ ਕਿਸੇ ਨੂੰ ਕੋਈ ਵਿਆਹ ਤੇ ਜਾ ਰਿਹਾ ਗੱਡੀਆਂ ਰੋਕ ਕੇ ਉਹਨੂੰ ਮਿਲ ਕੇ ਸ਼ਗਨ ਦੇਣੇ, ਸਟੇਜ ਦੇ ਉੱਤੇ ਭੰਗੜਾ ਪਾਉਣਾ, ਏਦਾਂ ਦਾ ਕੰਮ ਕਰਕੇ ਇਹਨਾਂ ਨੇ ਥੋੜੀ ਜਿਹੀ ਸਿੰਪਥੀ ਜਿਹੜੀ ਆ ਲੋਕਾਂ ਦੇ ਵਿੱਚ ਜ਼ਰੂਰ ਗੇਨ ਕੀਤੀ ਸੀ, ਕਿਉਂਕਿ ਬਿਲਕੁਲ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਪਿਛਲੇ 4.5 ਸਾਲਾਂ ਦੇ ਵਿੱਚ ਬਿਲਕੁਲ ਨਿਕਲੇ ਹੀ ਨਹੀਂ, ਤੇ ਪੂਰੇ 4.5 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਇੱਕ ਲਾਸਟ ਜਿਹੜੀ ਫੇਰੀ, ਉਹਨਾਂ ਦੀ ਲਾਸਟ ਫੇਰੀ ਹੁਸ਼ਿਆਰਪੁਰ ਦੀ ਸੀਗੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ। ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਕਿਤੇ ਨਿਕਲੇ ਨਹੀਂ, ਜਿਹੜਾ ਕਿ ਨਵਜੋਤ ਸਿੰਘ ਸਿੱਧੂ ਮੁੱਦਾ ਵੀ ਬਣਾਉਂਦੇ ਸੀ। ਦੂਸਰੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਆ ਕਿ ਉਹ ਇਸ ਵੇਲੇ ਦਿੱਲੀ ਦੇ ਵਿੱਚ ਉਹਨਾਂ ਦੀ ਮੀਟਿੰਗ ਚੱਲ ਰਹੀ ਆ, ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ, ਇਹ ਕਾਂਗਰਸ ਕਮੇਟੀ ਦੇ ਜਿਹੜੇ ਜਨਰਲ ਸੈਕਟਰੀ ਨੇ ਹਰੀਸ਼ ਰਾਵਤ ਨੇ, ਜਿਹੜੇ ਪੰਜਾਬ ਦੇ ਜਿਹੜੇ ਪ੍ਰਭਾਰੀ ਨੇ, ਉਹਨਾਂ ਨਾਲ ਮੀਟਿੰਗ ਚੱਲ ਰਹੀ ਆ। ਤੇ ਮੇਰੀ ਜੋ ਜਾਣਕਾਰੀ ਮਿਲ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਜਾਏਗੀ, ਤੇ ਕਿਉਂਕਿ ਉਹ ਅੜੀਅਲ ਸੁਭਾਅ ਦੇ ਹੈ, ਤੇ ਉਹਨਾਂ ਨੇ ਇੱਕ ਜਿਹੜੀ ਦੂਸਰੀ ਜਿਹੜੀ ਮੈਂ ਇੱਕ ਹੋਰ ਤੁਹਾਡੇ ਇਹ ਦੱਸਣਾ ਚਾਹੁੰਦਾ ਇਸ ਮਾਧਿਅਮ ਰਾਹੀਂ ਕਿ ਮਸਲਾ ਜਿਹੜਾ ਇਹਨਾਂ ਨੇ 2 ਪੁਆਇੰਟ ਦੇ ਉੱਤੇ ਅਸਤੀਫਾ ਦਿੱਤਾ ਸੀ। ਇੱਕ DGP ਦੀ ਨਿਯੁਕਤੀ, ਕਿਉਂਕਿ DGP ਦਾ ਨਾਂ ਕਿਤੇ ਨਾ ਕਿਤੇ ਬਹਿਬਲ ਕਲਾਂ ਤੇ ਕੋਟਕਪੂਰੇ ਦੇ ਮਾਮਲੇ ਨਾਲ ਜੁੜ ਰਿਹਾ ਸੀ, ਤੇ ਦੂਸਰਾ ਜਿਹੜੇ AG ਨੇ, ਐਡਵੋਕੇਟ ਜਨਰਲ ਨੇ ਪੰਜਾਬ ਦੇ, ਜਿਹੜੇ APS ਦਿਓਲ ਨੇ, ਉਹ ਸਮੇਤ ਸਿੰਘ ਸੈਣੀ ਪਰਮਰਾਜ ਉਮਰਾ ਨੰਗਲ ਹੁਣਾਂ ਦੇ ਵਕੀਲ ਰਹੇ ਨੇ, ਤੇ ਬਹੁਤ ਉਹਨਾਂ ਨੇ ਹਾਈ ਕੋਰਟ ਤੋਂ ਉਹਨਾਂ ਨੂੰ ਕਾਫੀ ਰਿਲੀਫ ਵੀ ਲੈ ਕੇ ਦਿੱਤੇ ਨੇ। ਖਾਸ ਕਰਕੇ ਸਮੇਤ ਸਿੰਘ ਸੈਣੀ ਹੁਣਾਂ ਦੀ ਜਿਹੜੀ ਜ਼ਮਾਨਤ ਹੋਣੀ, ਜਿਹਦੇ ਵਿੱਚ ਹਾਈ ਕੋਰਟ ਵੱਲੋਂ ਸਿੱਧਾ ਇਹ ਕਹਿ ਦਿੱਤਾ ਗਿਆ ਕਿ 2022 ਦੇ ਇਲੈਕਸ਼ਨਾਂ ਤੱਕ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਉਸ ਸਾਰੇ ਮਾਮਲੇ ਦੇ ਵਿੱਚ APS ਦਿਓਲ ਇਹਨਾਂ ਦੇ ਜਿਹੜੇ ਉਹ ਵਕੀਲ ਸਨ, ਤੇ ਇਸ ਮੁੱਦੇ ਨੂੰ ਲੈ ਕੇ, ਦੋਨਾਂ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ। ਲੇਕਿਨ ਜਿਹੜੀ ਮੇਰੀ ਜਾਣਕਾਰੀ ਆ, ਅਸਲ ਵਿੱਚ ਅੰਦਰਲੀ ਤਸਵੀਰ ਇਹ ਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ
ਉਹ ਪ੍ਰਗਟ ਸਿੰਘ ਲਈ 2 ਮਹਿਕਮਿਆਂ ਦੀ ਮੰਗ ਕਰ ਰਹੇ ਸੀਗੇ ਕਿ ਇੱਕ ਉਹਨਾਂ ਨੂੰ ਅਰਬਨ ਡਿਵੈਲਪਮੈਂਟ ਦਾ ਤੇ ਦੂਸਰਾ PWD ਮਹਿਕਮਾ ਮੰਗ ਰਹੇ ਸੀ ਪ੍ਰਗਟ ਸਿੰਘ ਵਾਸਤੇ, ਜਿਹੜਾ ਕਿ ਉਹਨਾਂ ਨੇ ਦੇਣ ਤੋਂ ਸਾਫ਼ ਮਨਾ ਕਰ ਦਿੱਤਾ। ਪ੍ਰਗਟ ਸਿੰਘ ਨੂੰ ਉਹ ਮਹਿਕਮਾ ਦਿੱਤਾ ਗਿਆ, ਸਿੱਖਿਆ ਵਿਭਾਗ ਉਹਨਾਂ ਨੂੰ ਸੌਂਪਿਆ ਗਿਆ। ਅੱਜ ਤੱਕ ਦੀ ਹਿਸਟਰੀ ਹੈ ਕਿ ਜਿਹਨਾਂ ਨੂੰ ਵੀ ਸਿੱਖਿਆ ਵਿਭਾਗ ਦਿੱਤਾ ਗਿਆ ਉਹ ਮੁੜ ਕੇ ਕਦੀ ਜਿੱਤ ਨਹੀਂ ਪਾਉਂਦੇ। ਸੋ ਇਹ ਨਾਰਾਜ਼ਗੀ ਕਰਕੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਨਾ ਕਿ ਉਸ ਵੱਡਾ, ਕਿਉਂਕਿ ਇਹ ਗੱਲ ਇਹਦੇ ਚ ਬਰਿਆਣਾ ਸਾਹਿਬ ਇਹ ਦੱਸੋ ਬਰਿਆਣਾ ਸਾਹਿਬ ਕਿ ਮੈਂ ਇਹਨਾਂ ਕੋਲੋਂ ਆਪ ਵਿਭਾਗ ਮੰਗਿਆ ਤੇ ਇਸ ਗੱਲ ਕਰਕੇ ਮੈਂ ਜਿਹੜਾ ਆ ਅਸਤੀਫਾ ਜਿਹੜਾ ਦਿੱਤਾ ਆ। ਬਰਿਆਣਾ ਸਾਹਿਬ ਇੱਕ ਇਹ ਜਾਣਕਾਰੀ ਦਿਓ ਕਿ ਜਿਸ ਤਰ੍ਹਾਂ ਕਿ ਵੇਣੂ ਗੋਪਾਲ ਦੇ ਨਾਲ ਮੁਲਾਕਾਤ ਹੋ ਰਹੀ ਹੈ ਤੇ ਦੂਸਰਾ ਹਰੀਸ਼ ਰਾਵਤ ਨੇ, ਪਰ ਪ੍ਰਧਾਨਗੀ ਇਸ ਤੋਂ ਵਾਪਸ ਲੈਣ ਜਾਂ ਨਵਾਂ ਪ੍ਰਧਾਨ ਚੁਣਨ ਤੋਂ ਪਹਿਲਾਂ ਕਿਤੇ ਨਾ ਕਿਤੇ ਸੋਨੀਆ ਜਾਂ ਰਾਹੁਲ ਜਾਂ ਪ੍ਰਿੰਕਾ ਦੇ ਨਾਲ ਫਾਈਨਲ ਮੀਟਿੰਗ ਹੋਏਗੀ। ਵੈਸੇ ਤਾਂ ਕਿਹਾ ਜਾ ਰਿਹਾ ਕਿ ਅੱਜ ਦੀ ਰਾਤ ਪ੍ਰਧਾਨਗੀ ਵਾਲਾ ਕੱਟਾ ਹੀ ਹੋ ਸਕਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਉਧਰੋਂ ਇਸ਼ਾਰਾ ਹੋ ਜਾਏਗਾ ਕਿ ਮੁਲਾਕਾਤ ਵੀ ਨਾ ਕਰੇ। ਜੇ ਸਿੱਧੂ ਪ੍ਰਧਾਨਗੀ ਤੋਂ ਅਸਤੀਫਾ ਦੇਉਂਦਾ ਤਾਂ ਉਹ ਮੇਰੇ ਖਿਆਲ ਪ੍ਰਿੰਕਾ ਜਾਂ ਰਾਹੁਲ ਨਾਲ ਮੁਲਾਕਾਤ ਕਰਨੀ ਵੀ ਮੁਨਾਸਬ ਨਹੀਂ ਸਮਝੇਗਾ, ਕਿਉਂਕਿ ਪ੍ਰਿੰਕਾ ਯੂਪੀ ਦੇ ਵਿੱਚ ਮਸ਼ਰੂਫ ਹੈ ਤੇ ਉਹ ਮੁਲਾਕਾਤ ਨਹੀਂ ਵੀ ਹੋ ਸਕਦੀ, ਕਿਉਂਕਿ ਜਦੋਂ ਟੁੱਟ ਗਿਆ ਫਿਰ ਕਾਹਦੀ ਦੁਆ ਸਲਾਮ ਕਰਨੀ ਹੈ, ਇਹ ਵੀ ਕਾਰਨ ਹੋ ਸਕਦਾ ਹੈ। ਪਰ ਇਸ ਤਰ੍ਹਾਂ ਬਰਿਆਣਾ ਸਾਹਿਬ ਇੱਕ ਸੈਕਿੰਡ ਪਲੀਜ਼, ਤੇ ਇਸ ਤਰ੍ਹਾਂ ਬਰਿਆਣਾ ਸਾਹਿਬ ਦੂਸਰਾ ਜਿਹੜਾ ਆਪਾਂ ਪੱਖ ਵੇਖਦੇ ਹਾਂ ਇਸ ਘਟਨਾ ਦਾ, ਇਸ ਤੋਂ ਬਾਅਦ ਆਪਾਂ ਅਕਾਲੀ ਦਲ ਬਾਦਲ ਜਾਂ ਹੋਰ ਦੇ ਇਸ਼ੂ ਵੀ ਗੱਲ ਕਰਨਾ। ਇੱਕ ਪਾਸੇ ਜਿਹਦੇ ਚੰਨੀ ਨਾਲ ਮੁਲਾਕਾਤ ਹੋ ਰਹੀ ਹੈ, ਚੰਨੀ ਦੀ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਹੈ, ਉਹ ਮੁਲਾਕਾਤ ਦੀਆਂ ਫੋਟੋਆਂ ਜਨਤਕ ਹੁੰਦਿਆਂ ਹੀ ਸਰਦਾਰ ਪ੍ਰਗਟ ਸਿੰਘ, ਕਿਉਂਕਿ ਉਹ ਵੀ ਕੈਪਟਨ ਨਾਲ ਚੰਗਾ ਟਖੜਕਾ, ਉਹਨਾਂ ਦੀ ਵੀ ਬਹੁਤ ਬੇਪਤੀ ਕੀਤੀ ਗਈ ਆ। ਕੈਪਟਨ ਅਮਰਿੰਦਰ ਸਿੰਘ ਦੇ OSD ਦੁਆਰਾ ਸੁਨੇਹੇ ਜਿਵੇਂ ਲਾਏ ਗਏ ਨੇ ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਕੈਪਟਨ ਦੇ ਖਿਲਾਫ ਬੜਾ ਸਖਤ ਬਿਆਨ ਅੱਜ ਹੁਣੇ ਦਿੱਤਾ। ਉਹ ਕਹਿੰਦੇ ਕੈਪਟਨ ਭਾਜਪਾ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਘੜ ਰਿਹਾ ਤੇ ਇਹ ਕਿਉਂਕਿ ਚੰਨੀ ਹੁਣੇ ਮੁਲਾਕਾਤ ਕਰਕੇ ਆਏ ਨੇ, ਪਰ ਕੈਬਨਿਟ ਦੇ ਵਿੱਚ ਚੰਨੀ ਦੇ ਉੱਥੇ ਜਾਣ ਦਾ ਸਭ ਤੋਂ ਵੱਡਾ ਰਿਐਕਸ਼ਨ ਜੇ ਹੈਗਾ ਉਹ ਪ੍ਰਗਟ ਸਿੰਘ ਨੇ ਕੀਤਾ। ਜਿਹੜਾ ਉਹਨਾਂ ਨੇ ਚੰਨੀ ਨੂੰ ਤਾਂ ਚਲੋ ਕੀ ਕਹਿਣਾ ਸੀ, ਉਹਨਾਂ ਦੇ CM ਨੇ, ਪਰ ਉਹਨਾਂ ਨੇ ਕੈਪਟਨ ਦੀ ਮੰਜੀ ਠੋਕ ਦਿੱਤੀ ਕਿ ਭਾਜਪਾ ਨਾਲ ਮਿਲ ਕੇ ਇਹ ਪੰਜਾਬ ਦੇ ਵਿੱਚ ਘਟੀਆ ਖੇਡ ਰਿਹਾ। ਉਹ ਵੀ ਇੱਕ ਚੰਨੀ ਨੂੰ ਚੇਤਾਵਨੀ ਹੈ ਕਿ ਭਾਈ ਇਹ ਜਿਹੜੀਆਂ ਮੁਲਾਕਾਤਾਂ ਕਰਦਾ ਫਿਰਦਾ ਟੱਬਰ ਨੂੰ ਲੈ ਕੇ ਇਹ ਪੰਜਾਬ ਦੇ ਲਈ ਜਾਇਜ਼ ਨਹੀਂ ਹੈ। ਇਸ ਦੌਰਾਨ ਜਿਹੜਾ ਵਿਜੇਂਦਰ ਸਿੰਗਲਾ ਸੀ, ਸਿੱਧੂ ਖੇਮੇ ਦਾ ਕਹਿ ਲਈ ਜਾਂ ਕਿਸੇ ਵੀ ਖੇਮੇ ਦਾ, ਉਹ ਵੀ ਪ੍ਰਗਟ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸੀਗਾ। ਤੇ ਜਦੋਂ ਇਹ ਕਿਤੇ ਨਾ ਕਿਤੇ ਜਿਹੜੇ ਵਰਤਾਰੇ ਹੁੰਦੇ ਨੇ ਤੇ ਇਸ ਮਾਮਲੇ 'ਚ ਚੰਨੀ ਸਾਹਿਬ ਦਾ ਸਿਸਵਾ ਮਹਿਲ ਜਾਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਤੇ ਇਹਦੇ ਤੇ ਥੋੜੀ ਜਿਹੀ ਦਿਓ ਇਨਪੁਟ ਕਿ ਅਸਤੀਫੇ ਦਾ ਜੀ ਕੱਟੀ ਫਾਈਨਲ ਹੈ ਤੇ ਉਸ ਤੋਂ ਬਾਅਦ ਕਿਹਦਾ ਗੁਣਾ ਪੈ ਸਕਦਾ ਹੈ ਪ੍ਰਧਾਨਗੀ ਦੇ ਤੌਰ ਤੇ, ਕਿਉਂਕਿ ਜਾਖੜ ਵੀ ਚੰਨੀ ਤੋਂ ਨਾਰਾਜ਼ ਹੈ ਜਾਂ ਜਾਖੜ ਨੂੰ ਮਨਾ ਕੇ ਫਿਰ ਪ੍ਰਧਾਨ ਲਾਉਣਗੇ ਤੇ ਇਸ ਦੇ ਵਿੱਚ ਸਿੱਧੂ ਦਾ ਚੰਨੀ ਨਾਲ ਮੁੜ ਕੇ ਮੇਲ ਹੁੰਦਾ ਵੀ ਨਜ਼ਰ ਨਹੀਂ ਆਉਂਦਾ। ਪੰਜਾਬ ਦੀ ਸਿਆਸਤ ਤੇ ਇਹ ਕਾਂਗਰਸ ਲਈ ਮਾੜਾ ਅਸਰ ਰਹੇਗਾ। ਥੋੜਾ ਬਹੁਤਾ ਤਾਂ ਗ੍ਰਾਫ ਹੈਗਾ, ਠੀਕ ਹੈ, ਸਿੱਧੂ ਦਾ ਗ੍ਰਾਫ ਪਹਿਲਾਂ ਨਾਲੋਂ ਘਟਿਆ, ਪਰ ਦੂਸਰਾ ਜਿਹੜਾ ਕੀ ਇਸ ਤੇ ਹੈ ਇਹਨੂੰ ਕੰਪਲੀਟ ਕਰੋ, ਫਿਰ ਆਪਾਂ ਉਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਹੋਰਾਂ ਨੇ ਜਿਹੜਾ BSF ਨੂੰ ਘੇਰਦਿਆਂ ਚੰਨੀ ਨੂੰ ਘੇਰਦਿਆਂ ਗ੍ਰਿਫਤਾਰੀਆਂ ਦਿੱਤੀਆਂ ਨੇ ਉਹਦੇ ਤੇ ਅਪਡੇਟ ਦਿਓ ਜੀ ਬਰਿਆਣਾ ਸਾਹਿਬ। ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਇਹ ਕਾਂਗਰਸ ਹਾਈ ਕਮਾਂਡ ਦੀ ਮਨਾਉਣ ਦੀ ਇਹ ਲਾਸਟ ਕੋਸ਼ਿਸ਼ ਇਹ ਦੱਸੀ ਜਾ ਰਹੀ ਆ ਕਿ ਕਿਉਂਕਿ ਇਸ ਲਈ ਜਿਹੜੀ ਆ ਗੇਂਦ ਜਿਹੜੀ ਆ ਉਹ ਇਹਨਾਂ ਦੇ ਜਿਹੜੀ ਆ ਪਾਲੇ ਦੇ ਵਿੱਚ ਹੈਗੀ ਆ ਇਹਨਾਂ ਦੀ ਹਾਈ ਕਮਾਂਡ ਦੇ ਕੋਲ, ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਜਿਹੜਾ ਆ ਉਹ ਅਸਤੀਫਾ ਜਿਹੜਾ ਆ ਹਾਈ ਕਮਾਂਡ ਨੂੰ ਸੌਂਪ ਚੁੱਕੇ ਨੇ। ਸੋ ਹੁਣ ਉਹ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਜਿਹੜੀ ਆ ਕਰ ਰਹੇ ਨੇ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਤਾਂ ਜੋ ਜਿਹੜਾ ਹੋਰ ਰੇੜਕਾ ਜਿਹੜਾ ਆ ਉਹ ਨਾ ਵਧੇ, ਕਿਉਂਕਿ ਕਾਂਗਰਸ ਹਾਈ ਕਮਾਂਡ ਕਿਤੇ ਨਾ ਕਿਤੇ ਇਹ ਵੀ ਉਹਨੂੰ ਇਹ ਵੀ ਡਰ ਸਤਾ ਰਿਹਾ ਨਾ ਕਿ ਜੇ ਨਵਜੋਤ ਸਿੰਘ ਸਿੱਧੂ ਜਿਹੜਾ ਆ ਅਸਤੀਫਾ ਉਹਨਾਂ ਦਾ ਮਨਜ਼ੂਰ ਹੋ ਜਾਂਦਾ ਤੇ ਉਹ ਇੱਕ ਬਾਗੀ ਤੇਵਰ ਲੈ ਕੇ ਉਹ ਕਾਂਗਰਸ ਦੇ ਉੱਤੇ ਵਰਨਗੇ, ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਵਰਨਗੇ ਤੇ ਉਹਨਾਂ ਦਾ ਧੜਾ ਜਿਹੜਾ ਆ ਉਹ ਅਲੱਗ ਹੋ ਸਕਦਾ ਸਰਕਾਰ ਦੇ, ਕਿਉਂਕਿ ਹਾਲਾਂਕਿ ਬੜਾ ਵੱਡਾ ਅੰਕੜਾ ਜਿਹੜਾ ਕਾਂਗਰਸ ਦੇ ਕੋਲ ਜਿਹੜਾ ਹੈਗਾ ਆ ਤੇ ਜੇ ਨਵਜੋਤ ਸਿੰਘ ਸਿੱਧੂ 18-19 MLA ਲੈ ਕੇ ਅਲੱਗ ਹੁੰਦੇ ਆ ਜਾਂ ਫਲੋਰ ਟੈਸਟ ਤੇ ਗੱਲ ਪਹੁੰਚਦੀ ਆ
ਸੋ ਕਾਂਗਰਸ ਹਾਈ ਕਮਾਂਡ ਇਸ ਗੱਲ ਤੋਂ ਵੀ ਡਰ ਰਹੀ ਆ ਕਿ ਕਿਤੇ ਹੋਰ ਵੱਡਾ ਜਿਹੜਾ ਆ ਪੁਆੜਾ ਜਿਹੜਾ ਕਾਂਗਰਸ ਦੇ ਵਿੱਚ ਨਾ ਪੈ ਜਾਏ। ਉਹ ਵੱਧ ਤੋਂ ਵੱਧ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਇੱਧਰ ਚੰਨੀ ਧੜੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਨਾ ਤਾਂ ਡੀਜੀਪੀ ਬਦਲਿਆ ਜਾਏਗਾ ਨਾ ਹੀ ਏਜੀ ਬਦਲਿਆ ਜਾਏਗਾ, ਕਿਉਂਕਿ ਉਹ ਚਾਹੁੰਦੇ ਨੇ ਕਿ ਹੁਣ ਸਾਡੇ ਇਸ ਲਈ ਜੇ ਉਹ ਬਰਗਾੜੀ ਦੀ ਜਿੰਨੀ ਗੱਲ ਬਰਗਾੜੀ ਤੇ ਬਹਿਬਲ ਕਲਾਂ ਕੋਟਕਪੂਰੇ ਦੀ ਗੱਲ ਕਾਂਗਰਸ ਕਰਦੀ ਆ ਤੇ ਉਹ ਉਹਨਾਂ ਹੀ ਕਾਂਗਰਸ ਨੂੰ ਨੁਕਸਾਨ ਹੁੰਦਾ ਹੈ। ਉਹਨਾਂ ਹੀ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਸੀਂ 4.5 ਸਾਲ ਤੁਹਾਨੂੰ ਇੱਕ ਜਿਹੜਾ IPS ਅਧਿਕਾਰੀ ਆ ਜਿਹੜਾ ਬੇਵਕੂਫ ਬਣਾ ਕੇ ਤੁਹਾਨੂੰ ਚਲਾ ਗਿਆ, ਕਾਂਗਰਸ ਦੀ ਹਾਲਤ ਪਤਲੀ ਕਰ ਗਿਆ ਇਸ ਮਾਮਲੇ ਦੇ ਵਿੱਚ। ਤੇ ਜੇ ਹੁਣ ਇਸ ਲਈ ਬਰਗਾੜੀ ਤੇ ਬਹਿਬਲ ਕਲਾਂ ਤੇ ਕੋਟਕਪੂਰੇ ਦਾ ਮੁੱਦਾ ਚੁੱਕਿਆ ਜਾਂਦਾ ਤੇ ਕਾਂਗਰਸ ਲਈ ਇਹ ਬੜਾ ਨੁਕਸਾਨਦੇਹ ਆ। ਤੇ ਇਹ ਵੀ ਗੱਲ ਜਿਹੜੀ ਆ ਇਹਨਾਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਕੁਝ ਪੁਲਿਸ ਆਫੀਸਰਸ ਨੇ ਹੋਰ ਵੀ ਜਿਹੜੇ ਜਾਣਕਾਰ ਨੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਟੈਕਨੀਕਲੀ ਤੌਰ ਦੇ ਉੱਤੇ ਕਾਨੂੰਨਨ ਤੌਰ ਦੇ ਉੱਤੇ ਇਹ ਕੇਸ ਦੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਮਲਾ ਬਹੁਤ ਸਾਰਾ ਜਿਹੜਾ ਹਾਈ ਕੋਰਟ ਦੇ ਵਿੱਚ ਆ ਤੇ ਕਿਤੇ ਨਾ ਕਿਤੇ ਇਹਨਾਂ ਦੇ ਕੋਲ ਐਡੇ ਵੱਡੇ ਸਬੂਤ ਵੀ ਨਹੀਂ ਹੈ ਜਿੱਡੇ ਵੱਡੇ ਵੱਡੇ ਦਾਅਵੇ ਕਰਦੇ ਨੇ। ਕੇਸ ਟੈਕਨੀਕਲੀ ਤੌਰ ਦੇ ਉੱਤੇ ਬਹੁਤ ਕਮਜ਼ੋਰ ਆ। ਸੋ ਇਸ ਗੱਲ ਕਰਕੇ ਚੰਨੀ ਜਿਹੜਾ ਆ ਉਹ ਆਪਣਾ ਰੁਖ ਇੱਧਰ ਨੂੰ ਕਰ ਰਹੇ ਨੇ ਕਿ ਮੈਂ ਕੁਝ ਜਿਹੜੇ ਇਦਾਂ ਦੀਆਂ ਅਨਾਉਂਸਮੈਂਟ ਕਰ ਸਕਾਂ, ਖਾਸ ਕਰਕੇ ਦਲਿਤ ਭਾਈਚਾਰੇ ਲਈ, ਜਿਵੇਂ ਕਿ ਉਹਨਾਂ ਨੇ ਬਿਜਲੀ ਮਾਫ ਕਰਨ ਦੀ ਗੱਲ ਕਹੀ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਲਾਲ ਲਕੀਰ ਦੇ ਅੰਦਰ ਜਿਹੜੇ ਫੈਸਲੇ ਨੇ ਉਹ ਇਦਾਂ ਦੇ ਫੈਸਲੇ ਵੱਲ ਨੂੰ ਤੁਰੇ ਹੋਏ ਸੀਗੇ। ਉਹ ਇਸ ਜਿਹੜੇ ਕੰਟਰੋਵਰਸ਼ੀਅਲ ਮੁੱਦੇ ਸੀ ਉਹਨੂੰ ਛੇੜ ਨਹੀਂ ਸੀ ਰਹੇ। ਉਹਨਾਂ ਨੂੰ ਕਿਸੇ ਨੇ ਇਸ ਗੱਲ ਦੀ ਸਲਾਹ ਦਿੱਤੀ ਹੋਈ ਸੀ ਕਿ ਤੁਸੀਂ ਵੀ ਹੌਲੀ ਹੌਲੀ ਲੋਕਾਂ ਦਾ ਦਿਲ ਜਿੱਤਣ ਦੀ ਤੁਸੀਂ ਕਰੋ, ਨਾ ਕਿ ਇਸ ਕੰਟਰੋਵਰਸੀ ਵਾਲੇ ਮੁੱਦੇ ਦੇ ਵਿੱਚ ਤੁਸੀਂ ਫਸੋ। ਇਹੀ ਕਾਰਨ ਹੋਇਆ ਕਿ ਉਹਨਾਂ ਨੇ ਗ੍ਰਹਿ ਵਿਭਾਗ ਜਿਹੜਾ ਸੁਖਜਿੰਦਰ ਸਿੰਘ ਰੰਧਾਵੇ ਉਹਨਾਂ ਨੂੰ ਦੇ ਦਿੱਤਾ ਵੀ ਕੱਲ ਨੂੰ ਜੇ ਕੋਈ ਗੱਲ ਹੁੰਦੀ ਆ ਤੇ ਉਸ ਦਾ ਜਵਾਬ ਦੇ ਸੁਖਜਿੰਦਰ ਰੰਧਾਵਾ ਹੀ ਹੋਏਗਾ, ਕਿਉਂਕਿ ਸੁਖਜਿੰਦਰ ਰੰਧਾਵਾ ਹੀ ਤੇ ਤ੍ਰਿਪਤ ਰਜਿੰਦਰ ਬਾਜਵਾ ਹੀ ਵੱਡੇ ਲੈਵਲ ਤੇ ਇਸ ਗੱਲ ਦਾ ਜਿਹੜਾ ਰੌਲਾ ਪਾ ਰਹੇ ਸੀ ਕਿ ਅਸੀਂ ਸਮੇਤ ਸਿੰਘ ਸੈਣੀ ਨੂੰ ਅੰਦਰ ਕਰ ਦੇਣਾ, ਅਸੀਂ ਅਸੀਂ ਇਨਸਾਫ ਦਿਵਾਵਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਤੇ ਉਹਨਾਂ ਨੇ ਚੱਕ ਕੇ ਹੋਮ ਡਿਪਾਰਟਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇਤਾ ਵੀ ਲੈ ਤੇਰੇ ਕੋਲ ਆ, ਤੂੰ ਹੁਣ ਜੋ ਕਰਨਾ ਤੂੰ ਕਰ, ਤੇ ਮੈਂ ਬਿਲਕੁਲ ਅਲੱਗ ਆ। ਤੇ ਕਾਂਗਰਸ ਪੂਰੇ ਤੌਰ ਤੇ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਇਹਨਾਂ ਸਾਰਿਆਂ ਮਸਲਿਆਂ ਦੇ ਵਿੱਚ ਉਲਝੀ ਪਈ ਆ। ਤੇ ਦੂਸਰੇ ਪਾਸੇ ਅਕਾਲੀ ਨੇ ਜਿਹੜੇ ਉਹਨਾਂ ਨੂੰ BSF ਤੋਂ ਆਪਣੀਆਂ ਵੀ ਚਿੰਤਾਵਾਂ ਨੇ। ਤੇ ਅਕਾਲੀ ਦਲ ਬਾਦਲ ਵੱਲੋਂ ਅੱਜ ਬਰਿਆਣਾ ਸਾਹਿਬ ਥੋੜਾ ਸਮਾਪਤੀ ਵੱਲ ਨੂੰ ਜਾਵਾਂਗੇ। ਅਕਾਲੀ ਦਲ ਬਾਦਲ ਵੱਲੋਂ ਜਿਸ ਤਰ੍ਹਾਂ ਅੱਜ ਧਰਨਾ ਦਿੱਤਾ ਗਿਆ, ਸੁਖਬੀਰ ਬਾਦਲ ਹੋਰ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ BSF ਦੀ ਪੰਜਾਬ ਦੇ ਵਿੱਚ ਤੈਨਾਤੀ ਦੇ ਮੁਤਲਕ, ਕਿਵੇਂ ਵੇਖਦੇ ਹੋ? ਚਲੋ ਉਹਨਾਂ ਦਾ ਆਪਣਾ ਕਾਰਵਾਈ ਦਿਖਾਉਣੀ ਹੈ ਤੇ ਆਮ ਆਦਮੀ ਪਾਰਟੀ ਦੀ ਇਸ ਤੇ ਕੀ ਰਿਐਕਸ਼ਨ ਹੈ, ਹੋਰ ਪਾਰਟੀਆਂ ਦਾ ਕੀ ਇਸ ਤੇ ਰੁਝਾਨ ਹੈ, ਇਸ ਤੇ ਕਰੋ ਬਾਈਂਡ ਅਪ ਸਮਾਪਤੀ। ਜੇ ਕੋਈ ਹੋਰ ਖਬਰ ਹੈ ਪਲੀਜ਼ ਉਹ ਵੀ ਇਨਪੁਟ ਕਰ ਦਿਓ। ਕਿਸਾਨ ਅੰਦੋਲਨ ਤੇ ਵੀ ਥੋੜੀ ਜਿਹੀ ਕਰਨੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਅੰਕਿਤ ਦਾਸ ਤੇ ਜਿਹੜਾ ਆਸ਼ੀਸ਼ ਮਿਸ਼ਰਾ, ਇਹਨਾਂ ਨੂੰ ਦੋਨਾਂ ਨੂੰ ਉੱਥੇ ਲਿਜਾ ਕੇ ਫੋਰੈਂਸਿਕ ਟੀਮ ਨੇ ਮੌਕਾ ਵਾਰਦਾਤ ਵਾਲੀ ਜਗ੍ਹਾ ਤੇ ਜਾ ਕੇ ਮੁਆਇਨਾ ਕੀਤਾ। 4 ਮੁਲਜ਼ਮ ਹੋਰ ਸੀ, 2 ਇਹ ਸੀ ਅੰਕਿਤ ਤੇ ਆਪਣਾ ਜਿਹੜਾ ਮੋਨੂ ਮਿਸ਼ਰਾ। ਉਹਦੇ ਤੇ ਫਿਰ ਆਪਾਂ ਕੰਪਲੀਟ ਕਰਾਂਗੇ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਵਾਲੇ ਸਿਲਸਿਲੇ ਤੇ ਕਿ ਕੀ ਇਸ ਦਾ ਤੁਸੀਂ ਰਣਨੀਤਿਕ ਪੱਖ ਵੇਖਦੇ ਹੋ? ਜੀ ਬਰਿਆਣਾ ਸਾਹਿਬ। ਦੇਖੋ, ਸੁਖਬੀਰ ਸਿੰਘ ਬਾਦਲ ਨੇ 100 ਰੈਲੀਆਂ ਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਆਰੰਭਿਆ ਸੀ ਤੇ ਬਲਵੀਰ ਸਿੰਘ ਰਾਜੇਵਾਲ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧ ਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਪੋਲੀਟੀਕਲ ਨੇਤਾ ਦੇ ਤੌਰ ਦੇ ਉੱਤੇ ਪੇਸ਼ ਕਰਦਿਆਂ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਟਿੱਪਣੀਆਂ ਕੀਤੀਆਂ ਤੇ ਲੋਕਾਂ ਨੂੰ ਇਸ ਗੱਲ ਲਈ ਕਹਿ ਦਿੱਤਾ ਕਿ ਤੁਸੀਂ ਇਹਨਾਂ ਦਾ ਵਿਰੋਧ ਕਰੋ। ਨਤੀਜਾ ਇਹ ਹੋਇਆ ਕਿ ਮੋਗੇ ਜਿਹੜਾ ਆ ਵਿਰੋਧ ਕੀਤਾ ਗਿਆ ਤੇ ਬਾਅਦ ਵਿੱਚ ਦੂਸਰੇ ਦਿਨ ਸੁਖਬੀਰ ਸਿੰਘ ਬਾਦਲ ਨੇ ਤਸਵੀਰਾਂ ਸਹਿਤ ਜਿਹੜਾ ਆ ਉਹ ਜਾਰੀ ਕਰ ਦਿੱਤੀਆਂ ਵੀ ਆਹ ਜਿੰਨੇ ਕਿਸਾਨੀ ਦੇ ਭੇਸ ਦੇ ਵਿੱਚ ਝੰਡੇ ਲੈ ਕੇ ਜਿਹੜੇ ਆ ਉਹ ਜਿਹੜੇ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਬਲਕਿ ਕਾਂਗਰਸ ਦੇ ਵਰਕਰ ਜਿਹੜੇ ਸੀਗੇ। ਇਹਦੀ ਜੇ ਮੌਜੂਦਾ ਆਪਾਂ ਸਥਿਤੀ ਵੇਖਦੇ ਹਾਂ ਬਰਿਆਣਾ ਸਾਹਿਬ ਕਿ ਅਕਾਲੀ ਦਲ ਵੱਲੋਂ BSF ਦੇ ਵਿਰੋਧ ਕਰਨ ਨੂੰ ਕੀ ਜਿਹੜੀ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਹੈ BSF ਦੀ ਆਮਦ ਤੇ ਉਹ ਕੈਸ਼ ਕਰਨ ਤੇ ਕੇਂਦਰ ਜਿਹੜਾ ਚੰਨੀ ਸਰਕਾਰ ਨੂੰ
ਜਿਹੜਾ ਨੁਕਸਾਨ ਪਹੁੰਚਾਉਣ ਦੇ ਵਿੱਚ ਸਿਆਸੀ ਤੌਰ ਤੇ ਕਾਮਯਾਬ ਰਹਿਣਗੇ ਇਹ BSF ਦੇ ਖਿਲਾਫ ਜੋ ਧਰਨਾ ਬਾਦਲਾਂ ਨੇ ਲਾਇਆ ਚੰਡੀ? ਮੈਂ ਉਸੇ ਗੱਲ ਤੇ ਟਵਾਣਾ ਜੀ ਆਉਣ ਲੱਗਾ ਸੀ ਕਿ ਅਕਾਲੀ ਦਲ ਕੋਲ ਵਿਚਰ ਨਹੀਂ ਜਿਹੜਾ ਆ ਇਹਨਾਂ ਦਾ ਰਸਤਾ ਰੋਕ ਦਿੱਤਾ ਸੀਗਾ, ਕਿਉਂਕਿ ਆਲਰੇਡੀ ਅਕਾਲੀ ਦਲ ਬਾਕੀ ਪਾਰਟੀਆਂ ਦੇ ਮੁਕਾਬਲੇ ਕਾਫੀ ਜਿਹੜੇ ਆ 60-70% ਜਿਹੜੇ ਆਪਣੇ ਕੈਂਡੀਡੇਟ ਅਨਾਉਂਸ ਕਰ ਚੁੱਕਾ ਆ। ਉਹ ਆਪਣੇ ਇਲੈਕਸ਼ਨ ਕੈਂਪੇਨ ਦੇ ਵਿੱਚ ਕੁੱਦ ਚੁੱਕਾ ਆ ਪੂਰੀ ਤਰ੍ਹਾਂ ਨਾਲ, ਤੇ ਹਾਲਾਂਕਿ ਰਾਜੇਵਾਲ ਜਿੱਥੇ ਵੀ ਜਾ ਰਹੇ ਨੇ ਉਹ ਅਕਾਲੀਆਂ ਦਾ ਵਿਰੋਧ ਕਰ ਰਹੇ ਨੇ, ਅਕਾਲੀਆਂ ਨੂੰ ਚੰਗਾ ਢਿੰਡ ਰਹੇ ਨੇ। ਤੇ ਇਹਦੇ ਵਿੱਚ ਹੀ ਜਦੋਂ ਆਹ ਵੱਡਾ ਮੁੱਦਾ ਆ ਗਿਆ ਅਕਾਲੀ ਦਲ ਵਾਸਤੇ, ਇੱਕ ਬਹੁਤ ਵੱਡੀ ਜਿਹਨੂੰ ਕਹਿ ਸਕਦੇ ਆ ਇਹਨਾਂ ਦੇ ਹੱਥ ਜਿਹੜਾ ਰਾਜਨੀਤਿਕ ਮੁੱਦਾ ਆ ਗਿਆ, ਜਿਹਦੇ ਵਿੱਚ ਉਹ BJP ਨੂੰ ਵੀ ਜਿਹੜਾ ਭੰਡ ਰਹੇ ਨੇ। ਕਿਤੇ ਨਾ ਕਿਤੇ ਜਿਹੜਾ ਇਹਨਾਂ ਤੇ ਆਰੋਪ ਲੱਗਦਾ ਕਿ BJP ਨਾਲ ਸਾਂਝ ਗਾਂਢ ਦੀ ਜਿਹੜੀ ਆ ਕਾਂਗਰਸੀ ਤੇ ਆਮ ਆਦਮੀ ਪਾਰਟੀ ਜਿਹੜਾ ਆਰੋਪ ਲਾਉਂਦੇ ਕਿ ਅਕਾਲੀ ਦਲ ਤੇ BJP ਦੇ ਆਪਸ ਹੱਲੇ ਵੀ ਸਾਂਝ ਗਾਂਢ ਹੈਗੀ ਆ। ਤੇ ਅੱਜ ਉਹਨਾਂ ਨੇ ਗਵਰਨਰ ਹਾਊਸ ਦਾ ਘਿਰਾਓ ਕਰਕੇ ਇੱਕ ਪਾਸੇ ਤਾਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ BJP ਦੇ ਇਸ ਫੈਸਲੇ ਦਾ ਵਿਰੋਧ ਕਰਦੇ ਆ, ਇਹ ਫੈਡਰਲ ਢਾਂਚੇ ਦੇ ਉੱਤੇ ਵੱਡਾ ਜਿਹੜਾ ਆ ਉਹ ਅਟੈਕ ਆ। ਤੇ ਦੂਸਰਾ ਉਹਨਾਂ ਨੇ ਇੱਕ ਵੱਡਾ ਰਾਜਨੀਤਿਕ ਮੁੱਦਾ ਜਿਹੜਾ ਇਹ ਬਣਾ ਦਿੱਤਾ ਕਿ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਆ ਕੀਤੀ ਜਾ ਰਹੀ ਆ, ਇਸ ਪਾਸੇ ਨੂੰ ਲੋਕਾਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹ ਬਹੁਤ ਵੱਡਾ ਜਿਹੜਾ ਹਿੱਸਾ ਜਿਹੜਾ ਆ ਪੰਜਾਬ ਦਾ ਤਕਰੀਬਨ ਅੱਧਾ ਹਿੱਸਾ ਇਹਦਾ ਜਿਹੜਾ ਦੂਸਰਾ ਪੱਖ ਹੈ, ਜੇ ਭਾਰਤ ਦੇ ਬਾਰਡਰਾਂ ਤੇ ਨਜ਼ਰ ਮਾਰੀ ਜਾਵੇ 10 ਸੂਬੇ ਤੇ 2 UT ਇਹ ਸਾਰੇ BSF ਦੇ ਅਧੀਨ ਨੇ। ਗੁਜਰਾਤ ਦੇ ਵਿੱਚ 80 ਕਿਲੋਮੀਟਰ ਇਲਾਕਾ BSF ਦੇ ਅਧੀਨ ਸੀਗਾ ਪਿਛਲੇ ਸਮੇਂ ਤੋਂ, ਜਿਹੜਾ ਹੁਣ ਘਟਾ ਕੇ 30 ਕਿਲੋਮੀਟਰ ਘਟਾ ਕੇ 50 ਕਰ ਦਿੱਤਾ। ਰਾਜਸਥਾਨ ਦਾ 50 ਕਿਲੋਮੀਟਰ ਇਲਾਕਾ BSF ਦੇ ਅਧੀਨ ਹੈ। ਉੱਥੋਂ ਸਰੋਤੇ ਜੁੜਦੇ ਨੇ, ਉਹ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ। ਰਾਜਸਥਾਨ ਦੇ ਵੀ ਕਾਂਗਰਸ ਦੀ ਸਰਕਾਰ ਹੈ, ਉੱਥੇ ਸਭ ਅਮਨ ਅਮਾਨ ਹੈ। ਬੰਗਾਲ ਵਿਰੋਧ ਕਰ ਰਿਹਾ, ਪੰਜਾਬ ਵਿਰੋਧ ਕਰ ਰਿਹਾ। ਗੁਜਰਾਤ ਦੇ ਵਿੱਚ ਭਾਜਪਾ ਦੀ ਆਪਣੀ ਸਰਕਾਰ ਹੈ, ਹਾਲਾਂਕਿ ਉੱਥੇ ਲਗਾਤਾਰ ਇਹਨਾਂ ਦੀ ਸਰਕਾਰ ਹੈ, ਉੱਥੇ BSF ਇਹਨਾਂ ਦੇ ਅੰਡਰ ਹੈ, ਪਰ ਗੁਜਰਾਤ ਦੇ ਵਿੱਚ ਵਿਰੋਧ ਨਹੀਂ ਹੋ ਰਿਹਾ BSF ਦਾ, ਤੇ ਰਾਜਸਥਾਨ 'ਚ ਵਿਰੋਧ ਨਹੀਂ ਹੋ ਰਿਹਾ। ਬੰਗਾਲ 'ਚ ਆਪੋਜੀਸ਼ਨ ਦੀ ਸਰਕਾਰ ਹੈ, ਪੰਜਾਬ 'ਚ ਆਪੋਜੀਸ਼ਨ ਦੀ ਸਰਕਾਰ ਹੈ, ਇਹ ਸੂਬੇ ਵਿਰੋਧ ਕਰ ਰਹੇ ਨੇ। ਇਹ ਕਾਰਨ ਕੀ ਸਮਝਦੇ ਹੋ? ਜੇ ਗੁਜਰਾਤੀ ਸੈਟੀਸਫਾਈ ਨੇ, ਸੈਂਟਰ 'ਚ ਕੇਂਦਰ ਦੀ ਸਰਕਾਰ ਰਹੀ, ਹੁਣ ਉਹਨਾਂ ਦੀ ਸੈਂਟਰ 'ਚ ਵੀ ਆਪਣੀ ਹੈ, ਗੁਜਰਾਤ 'ਚ ਵੀ ਆਪਣੀ ਹੈ, ਪਰ ਗੁਜਰਾਤ ਦੇ ਵਿੱਚ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਵੀ ਕੋਈ ਬਹੁਤਾ ਉਜ਼ਰ ਨਹੀਂ ਕਰ ਰਹੀਆਂ BSF ਦੀ ਤੈਨਾਤੀ ਬਾਰੇ। ਉਹ ਕੀ ਕਾਰਨ ਹੈ? ਜਾਂ ਰਾਜਸਥਾਨ 'ਚ ਵਿਰੋਧ ਨਹੀਂ ਹੈ, ਉਹ ਕੀ ਕਾਰਨ ਹੈ? ਤੇ ਪੰਜਾਬ ਜਾਂ ਇਹਦੇ 'ਚ ਕਿਉਂ ਵਿਰੋਧ ਹੁੰਦਾ? ਇਹਦੇ ਤੇ ਥੋੜਾ ਜਿਹਾ ਸੰਖੇਪ ਦਿਓ, ਤੇ ਫਿਰ ਆਪਾਂ ਜਿਹੜਾ ਫੋਰੈਂਸਿਕ ਜਾਂਚ ਟੀਮ ਜੋ ਉੱਥੇ ਕਰ ਰਹੀ ਹੈ ਲਖੀਮਪੁਰ ਖੀਰੀ, ਉਸ ਤੇ ਸਮਾਪਤ ਕਰਾਂਗੇ। ਜੀ ਬਰਿਆਣਾ ਸਾਹਿਬ, ਦੇਖੋ ਜਿੱਥੇ ਤੱਕ ਰਹੀ ਗੱਲ ਗੁਜਰਾਤ ਤੇ ਰਾਜਸਥਾਨ ਦੀ, ਦੋਨਾਂ ਥਾਵਾਂ ਤੇ ਗੁਜਰਾਤ ਦੇ ਵਿੱਚ BJP ਆ ਤੇ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਆ। ਲੇਕਿਨ ਇਸ ਦੇ ਉਲਟ ਜਿਹੜੀਆਂ ਰੀਜਨਲ ਪਾਰਟੀਆਂ ਨੇ, ਜਿਹੜੀਆਂ ਖੇਤਰੀ ਪਾਰਟੀਆਂ ਨੇ, ਉਹ ਹਮੇਸ਼ਾ ਹੀ ਜਿਹੜੀਆਂ ਇਹ ਸਟੇਟਾਂ ਦੇ ਵੱਧ ਅਧਿਕਾਰ ਦੀ ਮੰਗ ਕਰਦੀਆਂ ਰਹੀਆਂ। ਜਿੱਦਾਂ ਕੱਲ ਵੀ ਮੈਂ ਸਮਾਗਮ ਦੇ ਵਿੱਚ ਕਿਹਾ ਸੀਗਾ ਕਿ ਇਸ ਤੋਂ ਪਹਿਲਾਂ ਹੀ ਅਕਾਲੀ ਦਲ ਜਿਹੜਾ ਆ ਖੇਤਰੀ ਪਾਰਟੀ ਆ, ਤੇ ਇਹ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਇਹ ਮੰਗ ਕਰਦੇ ਰਹੇ ਸਟੇਟਾਂ ਦੇ ਵੱਧ ਅਧਿਕਾਰ ਦੀ। ਇਹ ਕਿਤੇ ਨਾ ਕਿਤੇ ਉਹ ਫੈਡਰਲ ਢਾਂਚੇ ਦੇ ਉੱਤੇ ਵੱਡੇ ਅਟੈਕ ਦਾ ਮੁੱਦਾ ਜਿਹੜਾ ਉਹ ਬਣਾ ਰਿਹਾ ਆ। ਲੇਕਿਨ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਯਾਦ ਕਰੀਏ ਤੇ ਪੰਜਾਬ ਦੇ ਵਿੱਚ ਖੜਕੂਵਾਦ ਦੇ ਵੇਲੇ ਵੀ BSF ਦੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਲੱਗੀ ਹੋਈ ਸੀਗੀ, ਤੇ ਉਦੋਂ ਉਹ ਪੰਜਾਬ ਪੁਲਿਸ ਨਾਲ ਮਿਲ ਕੇ ਵੱਡੇ ਆਪਰੇਸ਼ਨ ਵੀ BSF ਕਰਦੀ ਰਹੀ ਆ, ਖਾਸ ਕਰਕੇ ਖੜਕੂਵਾਦ ਦੇ ਵੇਲੇ। ਹੁਣ ਕਿਉਂਕਿ ਇਹ ਸਭ ਤੋਂ ਅਕਾਲੀ ਦਲ ਰਾਜਨੀਤਿਕ ਮੁੱਦਾ ਬਣਾ ਰਿਹਾ, ਲੇਕਿਨ ਜੇ ਆਪਾਂ ਟਵਾਣਾ ਸਾਹਿਬ ਆਪਣੀ ਗੱਲ ਕਰੀਏ, ਜੇ ਅਸੀਂ ਰੋਜ਼ ਵਿਚਰਦੇ ਹਾਂ, ਜੇ ਅਸੀਂ ਕੋਈ ਨਾ ਡਰੱਗ ਵੇਚਦੇ ਹਾਂ, ਨਾ ਕਿਸੇ ਨਾਲ ਝਗੜਦੇ ਹਾਂ, ਸਾਨੂੰ ਕਿੰਨਾ ਕੁ ਜਿਹੜਾ ਆ ਪੁਲਿਸ ਫੜਦੀ ਆ, ਜਾਂ ਸਾਨੂੰ ਆਮ ਤੌਰ ਦੇ ਉੱਤੇ ਅਸੀਂ ਜਦੋਂ ਵੀ 20-25 ਸਾਲ ਦੀ ਪੱਤਰਕਾਰੀ ਦੇ ਵਿੱਚ ਦੇਖਦੇ ਹਾਂ ਕਿ ਜੇ ਕਿਸੇ ਨਾਲ ਧੱਕਾ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਨਿਕਲਦਾ ਆ, ਤੇ ਕਈ ਵਾਰੀ ਇਦਾਂ ਦਾ ਮੁੱਦਾ ਬਣਾਉਂਦੇ ਵੀ ਕਿ ਪੁਲਿਸ ਜਿਹੜੀ ਆ ਧੱਕਾ ਕਰਦੀ ਆ, ਤੇ ਕਰਦੀ ਵੀ ਰਹੀ ਆ ਕਈ ਮੁੱਦਿਆਂ ਦੇ ਉੱਤੇ। ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਅੱਜ ਤੋਂ UNO ਨੇ ਬਹੁਤ ਸਾਲ ਪਹਿਲਾਂ, ਘੱਟੋ ਘੱਟ 10-15 ਸਾਲ ਪਹਿਲਾਂ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਕਿਹਾ ਸੀ ਕਿ ਪੰਜਾਬ ਜਿਹੜਾ ਆ
ਜਿਹੜੀ ਅਫਗਾਨਿਸਤਾਨ ਤੋਂ ਜਿਹੜੀ ਹਿਰਨ ਆਉਂਦੀ ਆ ਉਹਦੀ ਟ੍ਰਾਂਜ਼ਿਟ ਹੱਬ ਜਿਹੜਾ ਪੰਜਾਬ ਜਿਹੜਾ ਬਣ ਚੁੱਕਿਆ ਆ। ਇੰਨੇ ਵਰਸ ਹਾਲਾਤ ਜਿਹੜੇ ਹੋਏ ਨੇ, ਇਹੀ ਕਾਰਨ ਹੋਇਆ ਕਿ ਜਿਹੜੀ ਪਹਿਲਾਂ ਹਿਰਨ ਜਿਹੜੀ ਪਹਿਲਾਂ ਪੰਜਾਬ ਦੇ ਵਿੱਚ ਦਾਖਲ ਹੋ ਕੇ ਦਿੱਲੀ ਰਾਹੀਂ ਜਾਂ ਬੰਬੇ ਰਾਹੀਂ ਜਾਂ ਹੋਰ ਪੋਰਟ ਰਾਹੀਂ ਬਾਹਰ ਨੂੰ ਜਿਹੜੀ ਆ ਉਹ ਸਮਗਲ ਹੋ ਜਾਂਦੀ ਸੀਗੀ, ਲੇਕਿਨ ਪੰਜਾਬ ਦੇ ਵਿੱਚ ਉਹ ਡਰੱਗ ਦਾ ਵਰਤਾਰਾ ਨਹੀਂ ਸੀਗਾ। ਤੇ ਇਹੀ ਨਤੀਜਾ ਹੋਇਆ ਕਿ ਜਿਹੜੇ ਅੰਮ੍ਰਿਤਸਰ ਬਾਰਡਰ ਦੇ ਜਿਹੜੇ ਲੋਕਲ ਜਿਹੜੇ ਸਮਗਲਰ ਸੀਗੇ, ਜਿਹੜੇ ਸਿਰਫ ਇੱਕ ਕਹਿ ਸਕਦੇ ਕਿ ਡਰੱਗ ਪਾਂਡੀ ਸੀਗੇ, ਜਿਹੜੇ ਉੱਥੋਂ ਡਰੱਗ ਚੱਕ ਕੇ ਅੱਗੇ ਫੜਾਉਂਦੇ ਸੀਗੇ, ਉਹਨਾਂ ਨੇ ਉਹਨਾਂ ਦੇ ਵਿੱਚੋਂ ਪੈਕਟ ਜਿਹੜੇ ਵਾਧੂ ਮੰਗਾ ਕੇ ਜਾਂ ਚੋਰੀ ਕਰਕੇ ਤੇ ਉਹਨਾਂ ਨੇ ਲੋਕਲ ਲੈਵਲ ਤੇ ਜਦੋਂ ਵੇਚਣੀ ਉਹ ਡਰੱਗ ਸ਼ੁਰੂ ਕੀਤੀ ਤੇ ਉਹਦੇ ਵਿੱਚ ਵੱਡਾ ਪ੍ਰੋਫਿਟ ਡਰੱਗ ਸਮਗਲਰਸ ਨੂੰ ਇਹਦੇ ਵਿੱਚੋਂ ਸਾਹਮਣੇ ਆਇਆ ਕਿ ਕਿੱਥੇ ਉਹਨਾਂ ਨੂੰ ਇੱਕ ਪੈਕਟ ਦੇ ਕੇ 50,000 ਰੁਪਇਆ ਮਿਲ ਰਿਹਾ ਸੀ ਤੇ ਕਿੱਥੇ ਇੱਕ ਪੈਕਟ ਲੈ ਕੇ ਉਹਨਾਂ ਨੂੰ 10-10 ਲੱਖ ਰੁਪਇਆ ਜਦੋਂ ਬਚਣ ਲੱਗਾ। ਤਾਂ ਕਰਕੇ ਪੰਜਾਬ ਦੇ ਵਿੱਚ ਇਹ ਚਿੱਟੇ ਜਿਹਨੂੰ ਇਹ ਹਿਰਨ ਅਸਲ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਹਿਰਨ ਸੀਗੀ ਤੇ ਫਿਰ ਜਦੋਂ ਉਹਦੇ ਵਿੱਚ ਜਿਹੜੀ ਆ 1 ਕਿਲੋ ਤੋਂ ਜਦੋਂ ਉਹਨੂੰ 10-10 ਕਿਲੋ ਬਣਾਇਆ ਗਿਆ, ਜਦੋਂ ਉਹਦੇ ਵਿੱਚ ਕੈਮੀਕਲ ਮਿਲਾਇਆ ਗਿਆ ਤੇ ਉਹ ਜਾ ਕੇ ਚਿੱਟੇ ਦਾ ਰੂਪ ਧਾਰਨ ਕੀਤਾ ਤੇ ਜਿਹਦੇ ਨਾਲ ਲੋਕਾਂ ਦੀਆਂ ਕੈਮੀਕਲ ਕਰਕੇ ਜਾਨਾਂ ਜਿਹੜੀਆਂ ਗਈਆਂ ਨੇ ਤੇ ਵੱਡਾ ਡਰੱਗ ਦਾ ਮੁੱਦਾ, ਚਿੱਟੇ ਦਾ ਮੁੱਦਾ ਜਿਹੜਾ ਬਣ ਕੇ ਸਾਹਮਣੇ ਆਇਆ। ਸੋ ਮੈਂ ਜੇ ਇਹ ਗੱਲ ਸਮਝਦਾ ਕਿ ਜੇ ਇਕੱਲੇ ਡਰੱਗ ਦੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਤੇ ਬਹੁਤ ਵੱਡਾ ਤੇ ਵਧੀਆ ਫੈਸਲਾ ਇਹਨੂੰ ਮੈਂ ਆਪਣੇ ਜਾਤੀ ਤੌਰ ਦੇ ਉੱਤੇ ਮੈਂ ਇਹ ਗੱਲ ਮੰਨਾਂਗਾ ਕਿ ਇਸ ਅਧਿਕਾਰ ਨਾਲ BSF ਕਾਫੀ ਹੱਦ ਤੱਕ ਜਿਹੜਾ ਆ ਉਹ ਕੰਟਰੋਲ ਕਰ ਪਾਏਗੀ। ਉਹਨਾਂ ਸਮਗਲਰਸ ਨੂੰ ਆਣ ਕੇ ਪੰਜਾਬ ਦੇ ਅੰਦਰ ਆਣ ਕੇ ਉਹ ਫੜ ਸਕੇਗੀ ਤੇ ਬੈਠ ਕੇ ਕੇਸ ਰਜਿਸਟਰਡ ਕਰਵਾ ਸਕੇਗੀ। ਅੱਗੇ ਸਿਰਫ BSF ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੀ ਸੀ ਤੇ ਪੰਜਾਬ ਪੁਲਿਸ ਅੱਗੇ ਜਿਹੜੀ ਆ ਇਨਫੋਰਮੇਸ਼ਨ ਉਹਨਾਂ ਸਮਗਲਰਸ ਨੂੰ ਦੇ ਕੇ ਉਹ ਪਹਿਲਾਂ ਹੀ ਜਿਹੜੀ ਆ ਪਹਿਲਾਂ ਹੀ ਭਜਾ ਦਿੰਦੇ ਸੀ। ਤੇ ਬਹੁਤ ਸਾਰੇ ਜਿਹੜੇ ਆ ਉੱਥੇ ਦੇ ਅੰਮ੍ਰਿਤਸਰ ਤਰਨਤਾਰਨ ਦੇ ਜਿਹੜੇ ਪੁਲਿਸ ਅਫਸਰਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਇਹਨਾਂ ਨੇ ਡਰੱਗ ਤਸਕਰੀ ਕਰਾਈ ਆ। ਏਦਾਂ ਦੇ ਵੀ ਮਾਮਲੇ ਸਾਹਮਣੇ ਆਏ ਸੀਗੇ ਜਿਹਦੇ ਵਿੱਚ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਜਿਹੜੀ ਆ ਡਰੱਗ ਜਿਹੜੀ ਆ ਉਹ ਉੱਥੋਂ ਬਾਰਡਰ ਦੇ ਪਿੰਡਾਂ ਚੋਂ ਨਿਕਲ ਕੇ ਬਾਹਰ ਜਾਂਦੀ ਰਹੀ ਆ। ਤੋ ਜੇ ਕਿਤੇ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੇ ਤੁਸੀਂ ਘਰ ਦੇਖੋ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨੇ ਆਲੀਸ਼ਾਨ ਜਿਹੜੇ ਘਰ ਉਹਨਾਂ ਨੇ ਉੱਥੇ ਬਣਾਏ ਨੇ ਡਰੱਗ ਦੇ ਪੈਸੇ ਤੋਂ। ਸੋ ਡਰੱਗ ਦੇ ਮੁੱਦੇ ਦੇ ਤੇ ਹਥਿਆਰਾਂ ਦੇ ਮੁੱਦੇ ਤੇ ਜੇ ਗੱਲ ਕੀਤੀ ਜਾਵੇ ਤੇ ਇਹ ਇੱਕ ਵਧੀਆ ਫੈਸਲਾ ਆ। ਇਹਦੇ ਨਤੀਜੇ ਜਿਹੜੇ ਆ ਉਹ ਵਧੀਆ ਆਉਣਗੇ ਕਿਉਂਕਿ ਇਹ ਇਲੈਕਸ਼ਨ ਦੇ ਟਾਈਮ ਤੇ ਉੱਤੇ ਹੋਇਆ ਤੇ ਰਾਜਨੀਤਿਕ ਮੁੱਦਾ ਇਹ ਬਣਨਾ ਹੀ ਸੀਗਾ ਤੇ ਰਾਜਨੀਤਿਕ ਤੌਰ ਦੇ ਉੱਤੇ ਅਕਾਲੀ ਦਲ ਨੂੰ ਇਹਦਾ ਵੱਡਾ ਜਿਹੜਾ ਫਾਇਦਾ ਹੋਏਗਾ ਤੇ ਚੰਨੀ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਭੁਗਤਣਾ ਪਏਗਾ। ਜੀ ਜਿਹੜਾ ਲਖੀਮਪੁਰ ਦੇ ਵਿੱਚ ਉਸ ਦਿਨ ਕਾਂਡ ਵਾਪਰਿਆ ਸੀ ਉਹਨੂੰ ਫੋਰੈਂਸਿਕ ਜਾਂਚ ਟੀਮ ਨੇ ਮੁੜ ਰੀਕ੍ਰੀਏਟ ਕੀਤਾ, ਜਾਣੀ ਕਿ ਉਹਦਾ ਇੱਕ ਤਰੀਕੇ ਦੇ ਨਾਲ ਮੌਕ ਡਰਿਲ ਕਹਿ ਲਈਏ, ਫਿਲਮਾਂਕਣ ਕਹਿ ਲਈਏ। ਪੁਲਿਸ ਦੀ ਟੀਮ ਉਦਾਂ ਹੀ 1-2 ਕਾਲਜ ਜੁੜੇ ਨੇ, ਚਲੋ ਆਪਾਂ ਉਹਨਾਂ ਦੇ ਵਿਚਾਰ ਵੀ ਲੈ ਲਈਏ। ਪੁਲਿਸ ਦੀ ਟੀਮ ਨੇ ਬਰਿਆਣਾ ਸਾਹਿਬ ਉਸੇ ਤਰ੍ਹਾਂ ਸੀਨ ਰੀਕ੍ਰੀਏਟ ਕੀਤਾ, ਉਦਾਂ ਹੀ ਤੇਜ਼ ਰਫ਼ਤਾਰ ਨਾਲ ਗੱਡੀਆਂ ਦੌੜਾਈਆਂ ਗਈਆਂ, ਉਸੇ ਰੋਡ ਤੇ ਕਿਸਾਨਾਂ ਦੇ ਪੁਤਲੇ, ਕਾਲੇ ਝੰਡੇ, ਸਾਰਾ ਕੁਝ ਰੀਕ੍ਰੀਏਟ ਕੀਤਾ ਗਿਆ। ਜਿਹੜੇ ਆਸ਼ੀਸ਼ ਤੇ ਦੂਜਾ ਦੋਸ਼ੀ ਸੀਗਾ ਅੰਕਿਤ, ਉਹਨਾਂ ਸਮੇਤ 4 ਮੁੱਖ ਮੁਲਜ਼ਮ ਉੱਥੇ ਲਿਆਂਦੇ ਗਏ। ਪੁਲਿਸ ਦੇ ਫੋਰੈਂਸਿਕ ਮਾਹਰ ਉੱਥੇ ਸੀ। ਇਸ ਰੀਕ੍ਰੀਏਸ਼ਨ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ ਉਹਦੇ ਤੇ ਆਪਾਂ ਗੱਲ ਕਰਾਂਗੇ। ਇੱਕ ਕਾਲਰ ਲੈ ਲਈਏ। 34 ਨੰਬਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੀਦਾਰ ਸਿੰਘ ਬੋਲ ਰਿਹਾ ਜੀ, ਦੀਦਾਰ ਸਿੰਘ ਡੇਰਾਬੱਸੀ ਤੋਂ ਕੀ ਕਹਿਣਾ ਚਾਹੁੰਦੇ ਹੋ? ਭਾਜੀ ਇੱਕ ਸਵਾਲ ਸੀਗਾ ਤੁਹਾਡਾ, ਸਵੇਰ ਦਾ ਪ੍ਰੋਗਰਾਮ ਸੁਣਿਆ ਨਹੀਂ ਮੈਂ ਤੇ ਮੈਂ ਸ਼ਾਮ ਨੂੰ ਸੁਣਦਾ ਹੁੰਦਾ ਤੇ ਜਿਹੜੇ ਇਹ BSF ਲਗਾ ਰਹੇ ਨੇ ਜੀ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਾਰੀ ਬੀਜ ਨਿਗਰਾਨੀ ਹੋਏਗੀ ਤੇ ਰੰਧਾਵਾ ਸਾਹਿਬ ਕਹਿ ਰਹੇ ਨੇ ਵੀ BSF ਨੇ ਭਾਲ ਨਹੀਂ ਦੇਣਾ ਤੇ ਜਿਹੜੀ ਜਦੋਂ ਜਿਨ੍ਹਾਂ ਦੇ ਵਿੱਚ ਇਹ ਮੰਗ ਸੀਗੇ ਸੀ ਕਹਿੰਦੇ ਸਾਨੂੰ CRPF CSF ਦੇ ਦਿਓ ਤੇ ਸਾਨੂੰ BSF ਦੇ ਦਿਓ ਕਿਉਂਕਿ ਸਾਹਿਬ ਨੇ ਕੱਲ ਵੀ ਕਿ ਇਹਨਾਂ ਨੇ ਸੁਪਰਡੈਂਟ ਵਗੈਰਾ ਕਿੱਥੋਂ, ਕਮਾਂਡੈਂਟ ਵਗੈਰਾ ਕਿੱਥੋਂ ਇਹਨਾਂ ਨੇ ਆਪ ਲਾਏ ਸੀ, ਜੇਲ੍ਹਾਂ ਲਈ ਤਾਂ ਆਪ ਸੈਂਟਰ ਫੋਰਸ ਮੰਗਦੇ ਸੀਗੇ ਜੀ। ਹਾਂਜੀ ਤੇ ਜਿਹੜਾ ਕੋਲ ਜੇਲ੍ਹ ਸਮਝ ਰਹੇ, ਚਲੋ ਮੰਨਿਆ ਕਿ ਇਹ ਗਲਤ ਹੈ, ਇਹ ਆਪਣਾ ਸਾਈਡ ਲੈਵਲ ਤੇ ਪੱਕਾ ਹੈ, ਪਰ ਫਿਰ ਵੀ ਜਿਹਨਾਂ ਨੂੰ ਜੇਲ੍ਹ ਸਮਝ ਰਹੇ ਉਹ ਬਾਰਡਰ ਕਿਉਂ ਸੰਭਾਲਣਗੇ ਜੀ? ਕੋਈ ਨਹੀਂ, ਗੱਲ ਕਰਦੇ ਆਪਾਂ। ਥੈਂਕ ਯੂ। ਇਹ ਮੁੱਦਾ ਆਪਾਂ ਕੱਲ ਕਲੀਅਰ ਕਰਤਾ ਸੀ, ਵੈਸੇ ਤੁਸੀਂ ਵੀ ਇਨਪੁਟ ਪਾਈ ਹੈ, ਥੈਂਕ ਯੂ। ਬਰਿਆਣਾ ਸਾਹਿਬ ਇਹ ਦੀਦਾਰ ਸਿੰਘ ਸੀਗੇ ਬੱਸੀ ਤੋਂ, ਇਹਨਾਂ ਦਾ ਸਵਾਲ ਸੀਗਾ ਕਿ ਜਿਸ ਤਰ੍ਹਾਂ ਹੁਣ ਸੁਖੀ ਰੰਧਾਵਾ ਕਿਉਂਕਿ ਜੇਲ੍ਹ 'ਚ ਬੜਾ ਕੁਝ ਹੁੰਦਾ ਰਿਹਾ
ਤੇ ਉਹ ਖਾਸ ਕਰਕੇ ਸੈਂਟਰਲ ਫੋਰਸ ਦੀ ਤੈਨਾਤੀ ਮੰਗਦੇ ਰਹੇ ਨੇ, ਹੈ ਨਾ। ਤੇ ਸੁਪਰਡੈਂਟ ਕਈ ਬਾਹਰੋਂ ਦੂਸਰੀਆਂ ਫੋਰਸ ਜੋ ਲਿਆ ਕੇ ਜਿਹੜੇ ਨੇ ਲਗਾਏ ਗਏ ਨੇ, ਤੁਸੀਂ ਕੱਲ ਜ਼ਿਕਰ ਵੀ ਕੀਤਾ ਸੀ, ਪਰ ਹੁਣ BSF ਦਾ ਵਿਰੋਧ ਇਹ ਕਿਉਂ ਕਰ ਰਹੇ ਨੇ, ਉਹਦੇ ਤੇ ਥੋੜੀ ਇਨਪੁਟ ਹੋਰ ਦੇਣਾ ਚਾਹੋ ਤਾਂ ਦੇ ਦਿਓ। ਆਪਾਂ ਜ਼ਿਕਰ ਕਰ ਰਹੇ ਸੀ ਕਿ ਲਖੀਮਪੁਰ ਕਾਂਡ ਦੇ ਵਿੱਚ ਉਹ ਸਾਰਾ ਮੌਕ ਡਰਿਲ ਹੋਈ, ਉਵੇਂ ਤੇਜ਼ ਰਫ਼ਤਾਰ SUV ਦੜਾਏ ਪੁਲਿਸ ਨੇ, ਕਿਸਾਨਾਂ ਦੇ ਪੁਤਲੇ ਸੀ ਨਾਲ, ਉਹ ਪੁਤਲੇ ਹਿੱਟ ਕਰਾਏ। ਉਹ ਦੇਖਿਆ ਜਾਂਦਾ ਜਿਵੇਂ ਕਾਰਾਂ ਵਾਲੇ ਟ੍ਰਾਇਲ ਕਰਦੇ ਹੁੰਦੇ ਨੇ ਕਿ ਕਾਰ ਕਿੰਨੀ ਕੁ ਫੁੱਟ ਦੀ ਹੈ, ਕਿ ਉਹ ਹਿੱਟ ਹੋਣ ਨਾਲ ਸੱਟ ਵੱਜੀ ਹੈ ਜਾਂ ਗੱਡੀ ਪਲਟੀ ਹੈ, ਕੀ ਨੁਕਸਾਨ ਹੋਇਆ। ਇਸ ਫੋਰੈਂਸਿਕ ਰਿਪੋਰਟ ਤੇ ਜਾ ਕੇ ਅੱਗੇ ਅਦਾਲਤ ਕਿੰਨਾ ਕੁ ਕੰਮ ਕਰਦੀ ਹੈ। ਇੱਕ ਤਾਂ ਇਹ ਪੱਖ, ਕਿਉਂਕਿ ਤੁਸੀਂ ਅਦਾਲਤੀ ਕੇਸ ਕਈ ਟ੍ਰਾਇਲ ਜਿਹੜੇ ਕੀਤੇ ਨੇ, ਐਗਜ਼ਾਮਨ ਕੀਤੇ ਨੇ, ਰਿਪੋਰਟਿੰਗ ਕੀਤੀ ਹੈ, ਪਰ ਜਦੋਂ ਪੁਲਿਸ ਦਾ ਕਾਫਲਾ ਬਨਬੀਰਪੁਰ ਤੋਂ ਲੰਘਿਆ ਤਾਂ ਪਿੰਡ ਵਾਲਿਆਂ ਦੀ ਭੀੜ ਇਕੱਠੀ ਹੋ ਗਈ ਤੇ ਉਸ ਤੋਂ ਬਾਅਦ ਇਹ ਆਸ਼ੀਸ਼ ਮਿਸ਼ਰਾ ਨੇ ਜਦੋਂ ਪਿੰਡ ਵਾਲਿਆਂ ਨੂੰ ਦੇਖਿਆ ਤੇ ਆਸ਼ੀਸ਼ ਮਿਸ਼ਰਾ ਫਿਰ ਉਹਨਾਂ ਨੂੰ ਹੱਥ ਹਿਲਾਉਂਦਾ, ਉਹਨਾਂ ਦਾ ਸਵਾਗਤ ਕਰਦਾ ਨਿਕਲ ਰਿਹਾ ਸੀ, ਕਿਉਂਕਿ ਉਸ ਇਲਾਕੇ 'ਚ ਆਸ਼ੀਸ਼ ਮਿਸ਼ਰਾ ਮੋਨੂ ਮਹਾਰਾਜ ਪੰਡਤ ਨੇ, ਉਸ ਇਲਾਕੇ ਦੇ ਇਹ ਦਾਦੇ ਨੇ। ਇਸ ਤਰ੍ਹਾਂ ਕੀ ਵੇਖਦੇ ਹੋ ਕਿ ਇਹ ਜਿਹੜਾ ਰੀਕ੍ਰੀਏਟ ਕੀਤਾ ਗਿਆ ਮੁੜ ਕੇ ਸਾਰਾ ਕੁਝ, ਇਹਦਾ ਕੀ ਪੱਖ ਵੇਖਦੇ ਹੋ? ਇੱਕ ਕਾਲ ਮੈਂ ਲੈ ਲਾਂ, ਉਸ ਤੋਂ ਬਾਅਦ ਲਗਾਤਾਰ ਸਵਾਗਤ ਰਹੇਗਾ। ਜੋਗਿੰਦਰ ਜੀ ਸਵਾਗਤ ਹੈ ਤੁਹਾਡਾ, ਵੈਲਕਮ। ਕੀ ਕਹਿਣਾ ਚਾਹੁੰਦੇ ਹੋ? ਸਵਾਲ ਸਾਹਿਬ, ਜਿਹੜੀ ਆਰਮੀ ਲਾਤੀ ਇਹਨਾਂ ਨੇ 50 ਕਿਲੋਮੀਟਰ ਤੱਕ, ਕਿਸਾਨ ਅੰਦੋਲਨ ਨੂੰ ਫਰਕ ਪਏਗਾ ਇਸ 'ਚ? ਕੋਈ ਘਾਟਾ ਹੋਏਗਾ ਕੋਈ? ਥੈਂਕ ਯੂ ਮਿਹਰਬਾਨੀ, ਗੱਲ ਕਰ ਲੈਂਦੇ ਹਾਂ। ਤੇ ਇਹਦੇ ਤੇ BSF ਵਾਲੇ ਮਸਲੇ ਤੇ ਦੇ ਦਿਓ ਬਰਿਆਣਾ ਸਾਹਿਬ, ਇੱਕ ਕਿ ਕਿਸਾਨ ਅੰਦੋਲਨ ਤੇ ਇਹਦਾ ਕੋਈ BSF ਦੀ ਤੈਨਾਤੀ ਦਾ ਕੋਈ ਅਸਰ ਬਾਰਡਰ ਸਟੇਟ ਤੇ, ਕਿਉਂਕਿ ਤੁਸੀਂ ਰਿਪੋਰਟਿੰਗ ਕੀਤੀ ਇਧਰ ਕਾਫੀ, ਕਿ ਉਹ ਕਿਸਾਨਾਂ ਨੂੰ ਕੋਈ ਖਾਸ ਦਿੱਕਤਾਂ ਇਹਦੇ ਨਾਲ ਆਉਣਗੀਆਂ BSF ਦੀ ਤੈਨਾਤੀ ਨਾਲ, ਤੇ ਕਿਉਂਕਿ ਕੰਡਿਆਲੀ ਤਾਰ ਤੋਂ ਪਾਰ ਵੀ ਹੋ ਕਰਦੇ ਖੇਤੀ। ਦੂਸਰਾ ਲਖੀਮਪੁਰ ਖੀਰੀ ਕੇਸ ਤੇ ਕਰੋ ਕਰਾਂ ਕੰਪਲੀਟ, ਆਪਾਂ ਫਿਰ ਲਈਏ ਆ ਗਿਆ ਫਤਿਹ ਬੁਲਾਈਏ ਜੀ। ਬਰਿਆਣਾ ਸਾਹਿਬ ਹੋਰ ਕਾਲ ਨਹੀਂ ਲਵਾਂਗੇ ਜੀ। ਦੇਖੋ, ਜਿੱਥੇ ਤੱਕ ਰਹੀ ਕਿਸਾਨੀ ਨਾਲ ਸੰਬੰਧਿਤ ਕਿ BSF ਦਾ ਕੋਈ ਉਹ ਨੁਕਸਾਨ ਹੋਏਗਾ, ਕੋਈ ਨੁਕਸਾਨ ਨਹੀਂ ਹੋਏਗਾ। ਉਹ ਬਕਾਇਦਾ ਤੌਰ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਹੋਇਆ ਆ ਉਹਦੇ ਵਿੱਚ BSF ਦੇ ਜਿਹੜੇ ਆ ਉਹ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਬਕਾਇਦਾ ਤੌਰ ਦੇ ਉੱਤੇ ਨੋਟੀਫਾਈ ਕਰ ਦਿੱਤੀਆਂ ਗਈਆਂ। ਖਾਸ ਕਰਕੇ ਉਹਨਾਂ ਦਾ ਸਭ ਤੋਂ ਵੱਡਾ ਕੰਮ ਹੈ NDPS ਨਸ਼ੇ ਦੇ ਉੱਤੇ ਜਿਹੜਾ ਹੈਗਾ, ਖਾਸ ਕਰਕੇ ਮਤਲਬ ਪਾਸਪੋਰਟ ਐਕਟ, NDPS ਐਕਟ ਤੇ ਕਸਟਮ, ਤਿੰਨਾਂ ਤੇ ਉਹ ਕਾਰਵਾਈ ਕੱਢ ਕੇ ਕਰਨੀ। ਹਾਂ, ਤਿੰਨਾਂ ਤੇ ਕਾਰਵਾਈ ਕਰ ਸਕਦੇ ਆ। ਨਾ ਕਿ ਕੋਈ ਰੋਡ ਤੇ ਕੋਈ ਜਾ ਰਿਹਾ ਉਹਨੂੰ ਰੋਕਣਾ ਆ, ਜਾਂ ਕਿਸੇ ਨੂੰ ਵੈਸੇ ਹੀ ਲੜਾਈ ਝਗੜੇ ਇਸ ਤਰੀਕੇ ਦਾ ਕੋਈ ਕੰਮ ਨਹੀਂ ਹੈ ਜਿੱਥੇ ਉਹਨਾਂ ਨੂੰ ਪਾਰਟੀਕੂਲਰ ਇਨਫੋਰਮੇਸ਼ਨ। ਜਿਵੇਂ 50 ਕਿਲੋਮੀਟਰ ਆਇਆ, ਇਹਨਾਂ ਨੂੰ ਬਹੁਤ ਸਾਰੀਆਂ ਪੋਸਟਾਂ, ਆਪਣੇ ਹੈੱਡ ਆਫਿਸ ਬਹੁਤ ਬਣਾਉਣੇ ਪੈਣਗੇ, ਉਹ ਖਰਚਾ ਵੀ ਪਵੇਗਾ, ਇਹਨਾਂ ਦੇ ਗੱਡੀਆਂ, ਕਾਫਲੇ, ਇਨਫਰਾਸਟ੍ਰਕਚਰ। ਨਹੀਂ, ਇਦਾਂ ਦਾ ਕੁਝ ਨਹੀਂ ਹੋਏਗਾ। ਉਹ ਸਿਰਫ ਇਹ ਅਧਿਕਾਰ ਦਿੱਤਾ ਗਿਆ ਕਿ BSF ਨੂੰ ਮੰਨ ਲਓ ਇਨਫੋਰਮੇਸ਼ਨ ਮਿਲਦੀ ਆ ਕਿ ਜਿਹੜਾ ਆ ਅੰਮ੍ਰਿਤਸਰ ਦੇ ਜਿਹੜਾ ਆ ਜਹਾਜ਼ ਬਾਜ਼ਾਰ ਦੇ ਵਿੱਚ ਕਿਤੇ ਇਸ ਜਗ੍ਹਾ ਤੇ ਡਰੱਗ ਪਈ ਆ, ਉਹ ਅੱਗੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ, ਉਹ ਸਿੱਧੇ ਉੱਥੇ ਉਹ ਆਪ ਖੁਦ ਰੇਡ ਕਰ ਸਕਣਗੇ। 50 ਕਿਲੋਮੀਟਰ ਏਰੀਆ 'ਚ ਸਿੱਧਾ ਬੰਦਾ ਚੱਕ ਸਕਦਾ ਤੇ ਸਿੱਧੀ FIR 50 ਕਿਲੋਮੀਟਰ ਏਰੀਆ ਦੇ ਬਸਿੰਦੇ ਤੇ ਕਰ ਸਕਦੇ ਆ। ਜੇ ਬਸਿੰਦਾ 50 ਤੋਂ ਬਾਹਰ ਦਾ ਫਿਰ ਪੁਲਿਸ ਦੀ ਸਹਾਇਤਾ ਲੈਣੀ ਹੋਏਗੀ। ਹਾਂ, ਉਹ ਫੜ ਕੇ, ਉਹ ਬਕਾਇਦਾ ਤੌਰ ਤੇ ਫੜ ਕੇ ਉੱਥੇ ਬੈਠ ਕੇ ਪੁਲਿਸ ਕੋਲ ਉਹਨੂੰ ਪਕੜਾ ਕੇ ਉਹਦੀ ਰਿਕਵਰੀ ਪਵਾ ਕੇ ਉਹਦੇ ਤੇ FIR ਦਰਜ ਕਰਾ ਕੇ ਜਿਹੜੀ BSF ਵੱਲੋਂ ਬਕਾਇਦਾ ਤੌਰ ਤੇ FIR ਦਰਜ ਹੋਏਗੀ। ਜਿਹੜਾ ਮਦਈ ਹੋਏਗਾ ਉਹ BSF ਦਾ ਅਧਿਕਾਰੀ ਹੋਏਗਾ ਤੇ ਉਹਦੇ ਵੱਲੋਂ ਇਹੋ ਕਾਰਵਾਈ ਹੋਏਗੀ। ਪਰਚਾ ਜਿਹੜਾ ਆ ਉਹ ਪੰਜਾਬ ਪੁਲਿਸ ਹੀ ਕੱਟੇਗੀ, ਉਹਨਾਂ ਦੇ ਥਾਣਿਆਂ ਦੇ ਵਿੱਚ ਹੀ ਕੱਟ ਹੋਏਗਾ। ਤੇ ਪਾਸਪੋਰਟ ਦੀ ਅਗਰ ਜੇ ਗੱਲ ਕਰੀਏ ਤੇ ਉਹਦੇ ਵਿੱਚ ਕੀ ਹੈ ਕਿ ਜਦੋਂ ਕੋਈ ਵਿਦੇਸ਼ੀ ਬੰਦਾ ਉਹਨਾਂ ਦੇ ਏਰੀਆ ਦੇ ਵਿੱਚ ਕਾਨੂੰਨ ਹੈ ਤਾਂ ਹਾਂ, ਤੇ ਜਦੋਂ ਉਹ ਉੱਥੇ ਜਦੋਂ ਕੋਈ ਵਿਦੇਸ਼ੀ ਬੰਦਾ ਆਏਗਾ ਤੇ ਉਹਦੇ ਕੋਲ ਪਾਸਪੋਰਟ ਨਹੀਂ ਹੋਏਗਾ, ਉਹਨੂੰ ਫੜ ਸਕੇਗੀ BSF। ਤੀਸਰਾ ਕਿ ਕੋਈ ਕਸਟਮ ਦੀ ਚੋਰੀ ਕਰਕੇ ਜੇ ਬੰਦਾ ਕੋਈ ਸਮਾਨ ਮੰਨ ਲਓ ਉੱਥੋਂ ਕੋਈ ਕਸਟਮ ਦੇ ਵਿੱਚੋਂ ਡਿਸਕਲੋਜ਼ ਨਹੀਂ ਕੀਤਾ ਗਿਆ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਇਹ ਜਿਹੜਾ ਸਮਾਨ ਜਿਹੜਾ ਆ ਕਸਟਮ ਚੋਰੀ ਕਰਕੇ ਅੰਮ੍ਰਿਤਸਰ ਪਹੁੰਚਿਆ, ਤੇ ਉਹਨੂੰ BSF ਜਿਹੜਾ ਹੈ ਸੀਜ਼ ਕਰ ਸਕਦੀ ਆ। ਇਹ ਅਧਿਕਾਰ ਦਿੱਤੇ ਗਏ ਨੇ। ਕਿਸਾਨਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਆ। ਤੇ ਜਿੱਥੇ ਤੱਕ ਰਹੀ ਲਖੀਮਪੁਰ ਵਾਲੀ ਘਟਨਾ ਦੇ ਵਿੱਚ ਰੀਕ੍ਰੀਏਸ਼ਨ ਦੀ, ਉਹਦੇ ਵਿੱਚ ਮੈਂ ਸਪਸ਼ਟ ਕਰ ਦਿਆਂ ਕਿ ਫਿਲਹਾਲ ਇਸ ਸਮੇਂ ਕੁਝ ਵੀ ਕਹਿਣਾ, ਸਿਰਫ ਇੰਨਾ ਹੀ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੀ ਆ ਫੋਰੈਂਸਿਕ ਸਬੂਤ ਜਟਾ ਰਹੀ ਆ UP ਪੁਲਿਸ ਇਸ ਮਾਮਲੇ ਦੇ ਵਿੱਚ। ਲੇਕਿਨ ਮੈਂ ਕੱਲ ਵੀ ਇਹ ਗੱਲ ਕਹੀ ਸੀ, ਇਹ ਬਾਅਦ ਵਿੱਚ ਪਤਾ ਲੱਗੇਗਾ ਜਦੋਂ
ਚਾਰਜਸ਼ੀਟ ਜਿਹੜੀ ਆ ਉਹ ਦਾਇਰ ਕਰੇਗੀ ਯੂਪੀ ਪੁਲਿਸ। ਉਹਦੇ ਵਿੱਚ ਫਿਰ ਚਾਰਜਸ਼ੀਟ ਦੇ ਵਿੱਚ ਕਿਹੜੇ ਉਹਨਾਂ ਨੇ ਫੋਰੈਂਸਿਕ ਸਬੂਤ ਦਿੱਤੇ ਨੇ, ਜਿਹੜੀ ਰੀਕ੍ਰੀਏਸ਼ਨ ਕੀਤੀ ਗਈ ਆ ਉਹਦਾ ਰਿਜ਼ਲਟ ਕੀ, ਜਿਹੜੇ ਫੋਰੈਂਸਿਕ ਮਾਹਿਰ ਨੇ ਜਿਹੜੇ ਆ ਉਹ ਕੀ ਸਬੂਤ ਕੱਢ ਕੇ ਜਿਹੜਾ ਦਿੰਦੇ ਨੇ, ਕਿਉਂਕਿ ਉਹਦੇ ਵਿੱਚ ਇਹ ਦੱਸਣਾ ਹੁੰਦਾ ਕਿ ਕਿਸ ਫੋਰਸ ਨਾਲ ਜਿਹੜੀ ਆ ਗੱਡੀ ਜਿਹੜੀ ਕਿੰਨੀ ਸਪੀਡ ਸੀ ਤੋਂ ਕਿੰਨੀ ਫੋਰਸ ਨਾਲ ਜਿਹੜੀ ਫੋਰਸ ਯੂਜ਼ ਹੋਈ ਆ ਬੰਦੇ ਨੂੰ ਹਿੱਟ ਕਰਨ ਲਈ, ਉਹ ਕਿੰਨੀ ਫੋਰਸ ਦਾ ਇਸਤੇਮਾਲ ਹੋਇਆ, ਕੀ ਉਸ ਗੱਡੀ ਨਾਲ ਇੰਨੀ ਫੋਰਸ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ। ਤੇ ਇਦਾਂ ਦੀਆਂ ਫੋਰੈਂਸਿਕ ਜਿਹੜੀਆਂ ਜਾਂਚ ਹੁੰਦੀ ਆ। ਪਰ ਹਲੇ ਤੱਕ ਇਹ ਕਿਉਂਕਿ ਮੈਂ ਇਹ ਵੀ ਕਹਿ ਸਕਦਾ ਕਿ ਇਹ ਲੋਕਾਂ ਦੇ ਅੱਖੀ ਘੱਟਾ ਹੋਵੇ ਕਿ ਜੀ ਅਸੀਂ ਬਹੁਤ ਵੱਡੀ ਜਾਂਚ ਕਰ ਰਹੇ ਨੇ, ਲੇਕਿਨ ਸਾਰਾ ਕੁਝ ਚਾਰਜਸ਼ੀਟ ਦੇ ਉੱਤੇ ਹੀ ਮਨਸਰ ਕਰੇਗਾ। ਕਿਉਂ ਜੋ ਡੈਥ ਦਾ ਕਾਰਨ ਦਿਖਾਇਆ ਗਿਆ ਕਿ ਘਬਰਾਹਟ ਹੈ, ਹਾਰਟ ਫੇਲੀਅਰ ਹੈ, ਉਹ ਮਤਲਬ ਹਿੱਟ ਦੀ ਬਜਾਏ ਮਤਲਬ ਮੇਜਰ ਇੰਜਰੀ ਦੀ ਬਜਾਏ ਡੈਥ ਦਾ ਕਾਰਨ ਉਹ ਮਤਲਬ ਦੂਸਰਾ ਦਿਖਾਇਆ ਜਾ ਸਕਦਾ ਹੈ ਨਾ। ਜੀ ਟੈਕਨੀਕਲ ਪੁਆਇੰਟਸ ਨੇ ਜਿਸ ਆਧਾਰ ਤੇ ਕਿਤੇ ਇਹ ਜਿਹੜੇ ਕਿਤੇ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਦੀ ਕਵਾਇਦ ਹੋ ਸਕਦੀ ਹੈ ਕਿ ਇੰਨੀ ਸਪੀਡ ਨਾਲ ਹਿੱਟ ਨਹੀਂ ਹੋਇਆ, ਇੰਨੀ ਭੀੜ ਸੀ, ਇੰਨੀ ਭੀੜ ਚ ਇੰਨੀ ਸਪੀਡ ਨਾਲ ਗੱਡੀ ਜੇ ਹਿੱਟ ਕਰਦੀ ਹੈ ਤਾਂ ਉਹਦੇ ਤੇ, ਕਿਉਂਕਿ ਸਿੰਗਲ ਰੋਡ ਸੀ, ਉਹ ਜੇ ਡਿੱਗਦਾ ਮਿੱਟੀ 'ਚ ਹਿੱਟ ਕਰਦੇ ਨੇ ਫਿਰ ਉਹਦੀ ਡੈਪਥ ਦੇਖਦੇ ਨੇ ਕਿ ਕਿੰਨੀ ਹਿੱਟ ਹੋਇਆ, ਵੀ ਇਹਦੇ ਨਾਲ ਹੈਡ ਇੰਜਰੀ ਜੇ ਹੁੰਦੀ ਹੈ ਤਾਂ ਉਹਦੀ ਡੈਥ ਨਹੀਂ ਹੋ ਸਕਦੀ, ਉਹ ਹਾਰਟ ਅਟੈਕ ਜਾਂ ਮਤਲਬ ਸੌਫਟ ਕਰਨਗੇ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਜਿਹੜੇ ਕਾਰਾਂ ਵਾਲੇ ਸੀ। ਇਹ ਵੀ ਇਹਦੇ 'ਚ ਰਹੇਗਾ ਫੋਰੈਂਸਿਕ ਉਹਦੇ 'ਚ। ਜੀ 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 ਔਰ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਕਈ ਵਾਰੀ ਕੀ ਆ ਕਿ ਤੁਸੀਂ ਸਾਡੇ ਵੱਲੋਂ ਕੋਈ ਗੱਡੀ ਵੱਧ ਰਹੀ ਆ, ਸਾਨੂੰ ਪਤਾ ਲੱਗ ਰਿਹਾ ਅਸੀਂ ਮਰ ਰਹੇ ਹਾਂ, ਸਾਡਾ ਉਸੇ ਵੇਲੇ ਹਾਰਟ ਫੇਲ ਹੋ ਗਿਆ, ਸਾਨੂੰ ਇੰਜਰੀ ਨਹੀਂ ਆਈ, ਕਿਉਂਕਿ ਬੀਜੇਪੀ ਅਸੀਂ ਇਸ ਗੱਲ ਕਰਕੇ ਸਵਾਲ ਚੱਕ ਰਹੇ ਹਾਂ, ਕਿਉਂ ਇਸ ਗੱਲ ਤੇ ਆਪਾਂ ਜ਼ੋਰ ਦੇ ਰਹੇ ਹਾਂ ਕਿ ਜਿਹੜਾ ਆ ਚਾਰਜਸ਼ੀਟ ਦੇ ਵਿੱਚ ਪਤਾ ਲੱਗੇਗਾ, ਚਲਾਨ ਦੇ ਵਿੱਚ ਪਤਾ ਲੱਗੇਗਾ। ਇਸ ਗੱਲ ਕਰਕੇ ਯੂਪੀ ਪੁਲਿਸ ਦੇ ਸਵਾਲ ਚੱਕ ਰਹੇ ਆ ਕਿਉਂਕਿ ਜਿਹੜੇ ਮੁਲਜ਼ਮ ਨੇ ਉਹ ਦੇਸ਼ ਦੇ ਹੋਮ ਮਿਨਿਸਟਰ ਦੇ ਜਿਹੜਾ ਕੇਂਦਰੀ ਰਾਜ ਹੈ ਹੋਮ ਮਿਨਿਸਟਰ ਜਿਹੜਾ ਆ ਉਹਦਾ ਬੇਟਾ ਇਨਵੋਲਵ ਆ, ਬੀਜੇਪੀ ਇਨਵੋਲਵ ਆ ਔਰ ਯੂਪੀ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਆ। ਇਸ ਗੱਲ ਕਰਕੇ ਅਸੀਂ ਸਵਾਲ ਜਿਹੜਾ ਆ ਚੱਕ ਰਹੇ ਹਾਂ ਕਿ ਜਾਂਚ ਕੀ ਇਹ ਜਾਂਚ ਠੀਕ ਹੋ ਰਹੀ ਆ ਕਿ ਗਲਤ ਹੋ ਰਹੀ ਆ, ਕੀ ਇਹ ਅੱਖੀ ਘੱਟਾ ਪਾਇਆ ਜਾ ਰਿਹਾ ਕਿ ਜਾਂ ਇਹ ਬਿਲਕੁਲ ਵਾਕਿਆ ਹੀ ਇਹ ਜਾਂਚ ਠੀਕ ਆ। ਜੀ ਥੈਂਕ ਯੂ ਬਰਿਆਣਾ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਤੁਹਾਡਾ ਵੀ ਜੀ, ਬਹੁਤ ਬਹੁਤ ਜਾਣਕਾਰੀਆਂ ਦਿੱਤੀਆਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸੋ ਦੋਸਤੋ ਇਹ ਸੀ ਉਗੇ ਜਰਨਲਿਸਟ ਪਰਮਿੰਦਰ ਸਿੰਘ ਬਰਿਆਣਾ ਆਪਣੇ ਨਾਲ ਜੁੜੇ ਸਨ, ਵੱਖ-ਵੱਖ ਮਸਲਿਆਂ ਤੇ ਗੱਲਬਾਤ ਹੋਈ ਹੈ। ਤੇ ਦੂਸਰਾ, ਜਿਸ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਹੈ ਤੇ ਉਸ ਤਰ੍ਹਾਂ ਉਹ ਜਿਹੜੀਆਂ ਪਹਿਲੀਆਂ ਸਮਾਜ ਦੀਆਂ ਵੰਡੀਆਂ ਨੇ, ਤੁਸੀਂ ਵੇਖੋ ਕਿ ਹਰਿਆਣਾ ਸਰਕਾਰ ਗੱਲਾਂ ਬਹੁਤ-ਬਹੁਤ ਕਰਦੀ ਹੈ, ਪਰ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੇ ਆਪਣੇ ਉਚਾਣਾ ਇਲਾਕੇ ਦਾ ਪਿੰਡ ਛਾਤਰ ਹੈ ਜੀਂਦ ਜ਼ਿਲ੍ਹੇ ਦੇ ਵਿੱਚ 15 ਦਿਨਾਂ ਤੋਂ ਉੱਥੋਂ ਦਾ ਜਿਹੜਾ SC/ST ਵਰਗ ਹੈ, ਉਹ ਪੀੜਤ ਵਰਗ ਹੈ, ਜਿਹੜਾ ਦਲਿਤ ਵਰਗ ਜਿਹਨੂੰ ਕਹਿ ਲਿਆ ਜਾਂਦਾ ਸੀ, ਮਾਫ ਕਰਨਾ, ਉਸ ਦਾ ਪੂਰਨ ਬਾਈਕਾਟ ਕੀਤਾ ਹੋਇਆ ਇਹ ਸੀ ਕਿ ਉਸ ਇਲਾਕੇ 'ਚ ਕੋਈ ਖੇਡ ਟੂਰਨਾਮੈਂਟ ਸੀ, ਜਿਸ ਤਰ੍ਹਾਂ ਗੁਰਮੀਤ ਨਾਂ ਦਾ ਇੱਕ ਵਿਅਕਤੀ ਖੇਡ ਦੇਖਣ ਗਿਆ ਤਾਂ ਉੱਥੇ ਉੱਚ ਜਾਤੀ ਦੇ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਤੇ 12000 ਪਿੰਡ ਹੈ ਦੀ ਵੋਟ ਹੈ ਇਸ ਦੀ ਛਾਤਰ ਪਿੰਡ ਦੀ ਤੇ ਕੁੱਲ ਆਬਾਦੀ 'ਚ 80% ਜਾਟ ਭਾਈਚਾਰੇ ਦੇ ਲੋਕ ਨੇ, ਜਿਸ ਨੂੰ ਲੈ ਕੇ ਕਿਸੇ ਗੱਲੋਂ ਤਕਰਾਰ ਹੋਇਆ ਤੇ ਉਸ ਨੇ ਫਿਰ ਜਿਹੜਾ ਪੀੜਤ ਵਰਗ SC ਵਰਗ ਦਾ ਵਿਅਕਤੀ ਸੀ ਗੁਰਮੀਤ ਉਹਦੀ ਕੁੱਟਮਾਰ ਕੀਤੀ ਤੇ ਉਹਨੇ ਉੱਚ ਵਰਗ ਵਾਲੇ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਾਇਆ। ਇਸ ਤੋਂ ਬਾਅਦ ਹੌਲੀ-ਹੌਲੀ ਉਹ ਵਿਅਕਤੀ ਥਾਣੇ ਗਏ ਤੇ ਇਸ ਸਿਲਸਿਲੇ ਵਿੱਚ ਜਿਹੜੇ ਉਹਨਾਂ ਦਾ ਪੂਰਨ ਤੌਰ ਤੇ ਹੁੱਕਾ ਪਾਣੀ ਬੰਦ, ਸਭ ਕੁਝ ਬੰਦ, ਜਿਸ ਕਰਕੇ ਇਹ ਜਿਹੜੇ ਉੱਥੋਂ ਦੇ ਸੈਂਕੜੇ ਪਰਿਵਾਰ ਨੇ ਉਹ ਕਾਫੀ ਸਮੱਸਿਆ ਵਿੱਚ ਨੇ। ਮੰਗੂ ਬੰਗੜ ਮੁਹੱਲੇ ਦੇ ਵਿੱਚ ਰਹਿਣ ਵਾਲੇ ਇਹ ਜਿਹੜੇ ਲਹਿਰੀ ਸਿੰਘ ਹੈ, ਦਲਿਤ ਸਮਾਜ ਦੇ ਲੋਕ ਨੇ, ਇਹ ਕਾਫੀ ਸਮੱਸਿਆ ਦੇ ਵਿੱਚ ਨੇ ਕਿਉਂਕਿ ਉੱਚ ਜਾਤੀ ਦੇ ਰਜੇਸ਼ ਬਿੱਲੂ ਤੇ ਹੋਰਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਤੇ ਇਸ ਦੌਰਾਨ ਸਥਿਤੀ ਜਿਹੜੀ ਉੱਥੇ ਇਸ ਭਾਈਚਾਰੇ ਦੇ ਸਮਾਜਿਕ ਬਾਈਕਾਟ ਦੀ ਹੈ, ਜਿਸ ਕਰਕੇ ਇਹ ਗੁਰਬਤ ਮਾਰਿਆ ਭਾਈਚਾਰਾ ਕਾਫੀ ਸਮੱਸਿਆ ਦੇ ਵਿੱਚ ਹੈ। ਉਚਾਣਾ ਦਾ ਪਿੰਡ ਛਾਤਰ ਜਿੱਥੇ ਇਹ ਸਾਰਾ ਕੁਝ ਵਾਪਰ ਰਿਹਾ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨੇ। ਸੋ ਸੈਟ ਇਲਾਕੇ ਦੇ ਲੋਕਾਂ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਕਟਾਇਓ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਤੁਸੀਂ ਓਨਰ ਪੈਟਰੋਲ ਡਰਾਈਵਰ ਹੋ। ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਵਿੱਚ ਦਿੱਤੀ ਜਾਂਦੀ ਹੈ ਤੇ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ,
जिथे तुहानूं प्रति घंटा के हिसाब नाल वाले वधिया वेजेस आवरली पे कीते जांदे ने। कॉल करो। जगदेव सिंह संधू का नंबर है 253 266 69 24 253 266 6924। गैरी धालीवाल होरां दा नंबर है 206 354 40 60 206 354 406 60 इलाके दे लोकल लोड वास्ते ते ड्राइविंग दी जॉब वास्ते संपर्क करो विशिंगटन फील्ड सर्विस वालियां नूं। आस्ट्रेलिया वाले स्वागत है। सत श्री अकाल। सत श्री अकाल जी। सत श्री अकाल जी। गल कर रहे थे। हाँ मावी साहब स्वागत है तुहाडा। वेलकम। हाँ जी आ जो बॉर्डर की ज्यूरिसडिक्शन बढ़ाई है पंजाब च, पहला तो गल है भी गुजरात से क्यों घट करी है जी? 50 किलोमीटर तो 30 किलोमीटर कर दी थी। नहीं 80 तो 50 की बाई जी पंजाब तो मैं सुनिया भी 50 तो 30 करती गुजरात में। नहीं 80 तो 30 की है, 50 की गई है। फिर पहला 80 किलोमीटर सी। हाँ जी ओके। तो भाई जो मेन बॉर्डर तो ही 50 किलोमीटर का एरिया तो 50 किलोमीटर का रेडियस होएगा जी। जे ये रेडियस होया फिर तो बॉर्डर तो काफी एरिया कवर कर लेना। हर बॉर्डर तो मतलब बॉर्डर लाइन तो 50 किलोमीटर जिहड़ा रेडियस नहीं, बॉर्डर तो 50 किलोमीटर कोई भी शहर पैंदा मतलब इस तरह पैरलर उत्थे तक अपनी कार्रवाई कर सकणगे जी। हाँ जी ते जिन्हें अपना जी नैशनल सिक्योरिटी ਨੂੰ ਲੈ ਕੇ ਜਾਂ ਫਿਰ ਨਾਰਕੋਟਿਕ ਡਰੱਗਸ ਵਗੈਰਾ ਨੂੰ ਲੈ ਕੇ ਕੰਮ ਕਰਨਗੇ। ਬਾਕੀ ਬਾਈ ਫਿਰ ਮੈਂ ਤਾਂ ਪੁੱਛਾਂਗਾ ਵੀ ਧਾਰਮਿਕ ਪੱਖ ਤੋਂ ਤੁਸੀਂ ਕਿਵੇਂ ਲੰਮਿਆ ਇਹਨੂੰ ਵੀ ਜਿਵੇਂ ਹਰਮੰਦਰ ਸਾਹਿਬ ਦਾ ਵੀ ਏਰੀਆ ਫਿਰ ਤਾਂ ਆਰਮੀ ਦੇ ਅੰਡਰ ਆਏਗਾ ਤੇ ਪੰਜਾਬ ਪੁਲਿਸ ਦੇ ਅੰਡਰ ਰਹੇਗਾ, ਉਹਦੇ ਬਾਰੇ देखो मेहरबानी ला एंड आर्डर तो सारा पंजाब पुलिस ही मेनटेन करेगी। वो तो जे कोई शक्की व्यक्ति फड़िया जाता है उस इलाके च कोई शक्की व्यक्ति विचर रहा, BSF ਨੂੰ कोई इनपुट मिली है कि ये विदेशी नागरिक है, शक्की व्यक्ति है, ਉਹਦੀ तलाशी लै सकणगे ਉਹ ਜਾਂ ਉਹਨੂੰ गिरफ्तार कर सकणगे। ਇਹ ਉਹਦੇ ਕੋਲ ਅਧਿਕਾਰ ਹੋਣਗੇ जी। जी मावी साहब लगता मावी साहब की कॉल डिस्कनेक्ट हो गई। हाँ वो मतलब पुलिस अपना काम करती रहेगी। ਜਿਹੜੇ होर सारे क्राइम ਦੀਆਂ रिपोर्ट्स ने, लॉ एंड आर्डर है, सुरक्षा सिक्योरिटी है, ट्रैफिकिंग है, जो प्रबंध ने सिक्योरिटी ਦੇ ਉਹ ਪੁਲਿਸ ਕੋਲ ਹੋਣਗੇ। ਪਰ ਉੱਥੇ BSF ਅੱਗੇ ਹੁੰਦੀ ਸੀ ਕਿ BSF ਆਪ ਨਹੀਂ ਸੀ ਕਾਰਵਾਈ ਕਰਦੀ, BSF ਨੂੰ ਸਥਾਨਕ ਪੁਲਿਸ ਨੂੰ ਲੈਣਾ ਪੈਂਦਾ ਸੀਗਾ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ। ਪਰ ਹੁਣ ਉਸ ਨੂੰ BSF ਨੂੰ ਸਥਾਨਕ ਪੁਲਿਸ ਨੂੰ ਪੁੱਛਣ ਦੀ ਲੋੜ ਨਹੀਂ ਹੈ ਕਿ ਆਹ ਇਲਾਕੇ ਚੋਂ ਬੰਦਾ ਚੱਕਣਾ, ਕਿਉਂਕਿ ਪਹਿਲਾਂ ਪੁਲਿਸ ਨੂੰ ਲੈ ਕੇ ਬੰਦਾ ਚੁੱਕਦੇ ਸੀ। BSF ਸਿੱਧੇ ਤੌਰ ਤੇ ਕਿਸੇ ਨੂੰ ਚੁੱਕ ਨਹੀਂ ਸੀ ਸਕਦੀ, ਨਾ ਤਲਾਸ਼ੀ ਲੈ ਸਕਦੀ ਸੀ, ਨਾ ਰੋਕ ਸਕਦੀ ਸੀ। ਪਰ ਹੁਣ BSF ਕਿਸੇ ਵੀ ਕਾਰ ਨੂੰ ਕੋਈ ਜਾਂਦੀ ਹੈ, ਉਹਨਾਂ ਨੂੰ ਸ਼ੱਕੀ ਲੱਗਦਾ ਹੈ, उस कार ਨੂੰ घेर के तलाशी लैके उन्होंने चुक सकणगे जदों कोलों कुछ बरामद हो जाता। उत्थे कई नजायज भी टंगे जा सकते, माफ करना, क्योंकि पाउणा ही है जिहदे मर्जी रख लो बैग, जे करन ते आया तो सरकार सब कुछ कर लैंदी है। सो वो इस तरह का लोगों नूं डर है कईयां नूं। बाकी जिहड़ा बंदा ईमानदार है, जिन्होंने लगता है कि कोई इस तरह की गल नहीं, हाँ उहदे च कई जिहड़े ने रंजिशन लोग फसाए जा सकते हैं। कोई सेंटर सरकार के खिलाफ बोलता है, कोई पत्रकार है, कोई पोलिटिकल व्यक्ति है, कोई धार्मिक जथेबंदी का व्यक्ति है, जो कोई इस तरह की गल करता तो खास करके 3 चीज़ां, एक NDPS एक्ट, एक पासपोर्ट एक्ट की कोई खनामी, ते दूसरा कस्टम कि कोई चीज़ इधरों मंगाई उधरों की, जां हथियारां दे मामले च भी जे किसी को कोई जायज़ नजायज़ हथियार मिलता तो फिर वो भी NDPS एक्ट जां उस एक्ट दे अधीन उन्होंने भी देश की सुरक्षा एक्ट दे विच चक्या जा सकता। साडे भरावां नूं सपोर्ट कीता है सुखी घुमन होरां ने। सो बाई सुखी घुमन होरां दा कारोबार है यूनियन विलेज ट्रक शॉप के नाल इंडियन रेस्टोरेंट है बेकरसफील्ड दे विच 2201 100 यूनियन एवेन्यू बेकरसफील्ड कैलिफोर्निया जिप कोड 93307 ते इत्थे ट्रक वाश करा सकदे हो, डीजल पवा सकदे हो ते इंडियन रेस्टोरेंट ते देसी घिओ दे परौंठे दही नाल छका सकदे हो। होर भारतीय विदेशी खाणिਆਂ ਦਾ आनंद लो। ये अदारे उत्थे ही ने जिथे पहला ट्रक यूनियन स्कूल हुंदा सी। रोडवेज ट्रांसपोर्ट वाले सुखी घुमन होरां दा नंबर है 661 304 7500 661 304 7500। इसी तरह साढ़े नंबर सपोर्ट किया बाई बलवीर सिंह समानपुर परिवार ने, जिन्हों के अमेरिका के कई सारे कारोबार ने। विशिंगटन है उन्हों का आर्लिंगटन फ्यूल स्टॉप 1801 पायनियर ईस्ट हाईवे एग्जिट 208 ते इस लोकेशन से तुहानूं फ्री कॉफी ईमेल फैक्स करने की सुविधा ते इस तो इलावा उत्थे ट्रक पार्किंग भी फ्री है ते इस दे नाल तुसी उत्थे ट्रकां दा समान समग्री भी खरीद सकते हो। विशिंगटन स्टेट दे विच आर्लिंगटन फ्यूल स्टॉप 1801 पायनियर ईस्ट हाईवे एग्जिट 208 ते। दूजी लोकेशन इन्हां दी कैलिफोर्निया दे विच लॉसडेल ट्रैवल सेंटर 14814 लोमा स्ट्रीट लॉसडेल एग्जिट 278। इस लोकेशन ते फ्री चाह छको, शावर कर सकते हो, लै सकते हो, लॉन्ड्री कर सकते हो, ओवरनाइट ट्रक पार्किंग है, नाल लिकर शॉप है, वो फ्री नहीं है, सद उपयोग करो। ते इस तो इलावा परिवार कोल बलवीर सिंह समानपुर होरां कोल फ्यूल कंपनियां दा कारोबार
ਨੰਬਰ ਹੈ। ਮਸਲਨ ਡੈਲਟਾ ਫਿਊਲ ਕੰਪਨੀ, ਮੋਬਾਈਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਆ ਤੁਸੀਂ ਕਾਲ ਕਰੋ। ਸਾਹ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਹੈ 425 232 8413 4252328413 ਨੰਬਰ ਹੈ ਸਾਹ ਹਰਜਾਪ ਸਿੰਘ ਹੋਰਾਂ ਦਾ। ਬਾਈ ਜੀ ਗੁਰਵੀਰ ਕੁਐਂਟਰੀ ਤੋਂ ਆਪਣੇ ਸਬਸਕ੍ਰਾਈਬਰ ਵੀ ਨੇ। ਗੁਰਵੀਰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਨਹੀਂ ਸਬਸਕ੍ਰਾਈਬ ਤਾਂ ਕੋਈ ਨਹੀਂ ਹੈ ਤੁਹਾਡਾ, ਥੈਂਕ ਯੂ ਤੁਹਾਡਾ। ਸਰ ਮੈਂ ਇਹ ਕਹਿਣਾ ਹੁਣ ਇਹਨਾਂ ਨੇ ਬਾਰਡਰ ਸਿਕਿਉਰਿਟੀ ਫੋਰਸ ਲਾਈ ਆ, ਉਹਦੇ ਉਹਦਾ ਮੈਂ ਤਾਂ ਕਹਿੰਦਾ ਉਹਦਾ ਚੰਗੀ ਗੱਲ ਵੀ ਆ, ਕਿਉਂਕਿ ਤੁਸੀਂ ਆਪ ਦੇਖੋ ਜਿੱਥੇ ਵੀ ਦੁਨੀਆ 'ਚ ਪ੍ਰੋਬਲਮ ਹੁੰਦੀ ਉੱਥੇ ਆਰਮੀ ਭੇਜੀ ਜਾਂਦੀ ਆ। ਈਵਨ ਯੂਕੇ 'ਚ ਜਦੋਂ ਕੋਵਿਡ ਜ਼ਿਆਦਾ ਵੱਧ ਗਿਆ ਸੀ ਆਰਮੀ ਆਈ ਸੀ। ਨਾਲੇ ਜੇ ਤੁਸੀਂ ਕੰਪੇਅਰ ਟੂ ਪੰਜਾਬ ਪੁਲਿਸ ਔਰ ਐਨੀ ਪੁਲਿਸ ਜਿਹੜੀ ਸਾਡੀ ਸਟੇਟ ਦੀ, ਉਹਦੇ ਨਾਲੋਂ ਜਿਹੜਾ BSF ਹੋਈ ਆਰਮੀ ਹੋਈ ਇਹਨਾਂ ਦਾ ਕਰੈਕਟਰ ਕਾਫੀ ਸਾਫ਼ ਆ। ਹੁਣ 15 ਸਾਲ ਹੋ ਗਿਆ, 10 ਸਾਲ ਅਕਾਲੀ ਕੱਢ ਗਿਆ, 5 ਕਾਂਗਰਸ। ਇਹਨਾਂ ਨੇ ਕਦੀ ਕੁਛ ਵੀ ਕੀਤਾ ਪਾਈਆ ਕਿਸੇ ਤੋਂ 100 ਗ੍ਰਾਮ ਫੜ ਲਈ, 200 ਗ੍ਰਾਮ ਇੰਨੇ ਬੰਦੇ ਅੰਦਰ ਕਰਤੇ। ਸੋ ਜੇ BSF ਜਾਂ ਆਰਮੀ ਕੋਈ ਵੀ ਕਾਰਵਾਈ ਕਰਦੀ ਆ ਫੇਰ ਵੀ ਉਹਨਾਂ ਨੂੰ ਜਿੱਦਾਂ ਉਹਨਾਂ ਦਾ ਫੇਰ ਵੀ ਕਰੈਕਟਰ ਸਾਰੇ ਕਾਫੀ ਚੰਗੇ ਬੜੇ ਪੰਜਾਬ ਦੇ ਮੁੰਡੇ ਨੇ, ਪੰਜਾਬ ਦੀਆਂ ਕੁੜੀਆਂ BSF 'ਚ ਨੇ। ਆਪਾਂ ਇਹ ਨਹੀਂ ਕਹਿ ਸਕਦੇ। ਹਾਂ ਥੋੜਾ ਜਿਹਾ ਪੋਲੀਟੀਕਲ ਆਧਾਰ ਥੋੜਾ ਜਿਹਾ, ਕਿਉਂਕਿ ਸੈਂਟਰ ਦੇ ਅਧੀਨ ਹੈ, ਉੱਥੇ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਇਹ ਲੱਗਦਾ, ਪਰ ਜੇ ਪੰਜਾਬ ਦਾ ਫਾਇਦਾ ਹੁੰਦਾ ਤੇ ਨੁਕਸਾਨ ਕੋਈ ਨਹੀਂ ਹੈ ਉਹਦੇ ਵਿੱਚ, ਹਨਾ। ਉਹਦੇ ਚ ਕਿਤੇ ਨਾ ਕਿਤੇ ਇਹ ਹੈ ਕਿ ਬਗਾਨੇ ਲਾ ਦਿੱਤੇ, ਉਹ ਚੀਜ਼ ਹੋ ਰਹੀ ਹੈ। ਬਗਾਨਿਆਂ ਦੀ ਹੁਣ ਆਪਣੀ ਕਿਹੜੀ ਪੋਸਟ ਚੰਗੀ ਆ, ਤੁਸੀਂ ਆਪ ਦੇਖੋ ਲੀਡਰਾਂ ਦੇ ਥੱਲੇ ਲੱਗੀ ਆ, ਲੀਡਰਾਂ ਜੇ ਇਹ ਲਾਉਣ ਤੋਂ ਬਾਅਦ ਵੀ ਨਾ ਰੁਕੇ ਤਾਂ ਬਦਨਾਮੀ ਜ਼ਿਆਦਾ ਹੋਏਗੀ। ਜੇ ਵਕਤੀ ਤੌਰ ਤੇ ਰੋਕ ਲੈਂਦੇ ਤਾਂ ਇਹਦੇ ਚ ਸੈਂਟਰ ਦੀ ਬੱਲੇ ਬੱਲੇ ਹੋਏਗੀ, ਹਨਾ। ਉਹਦਾ ਡੈਮੇਜ ਕੰਟਰੋਲ ਹੋਏਗਾ ਕਿ ਚੰਗਾ ਯਾਰ ਨਸ਼ਾ ਹਟ ਗਿਆ। ਜਦੋਂ ਮੈਂ ਨਿਆਣਾ ਹੁੰਦਾ ਸੀ ਪੰਜਾਬ 'ਚ ਕਾਫੀ ਲੱਗੀ ਰਹੀ ਉਦਾਂ CRP ਵਗੈਰਾ ਬਾਰਡਰ ਸਕੂਲਾਂ 'ਚ ਬੈਠੀ ਹੁੰਦੀ ਸੀ ਉਦੋਂ, ਜਦੋਂ ਆ ਪੰਜਾਬ 'ਚ ਅੱਤਵਾਦ ਦਾ ਦੌਰ ਸੀ। ਉਸ ਤੋਂ ਬਾਅਦ ਜੇ ਤੁਸੀਂ ਅਸੀਂ ਆਮ ਏਅਰਪੋਰਟਾਂ ਤੇ ਵਗੈਰਾ ਦੇਖੋ, ਜਦੋਂ ਤੁਸੀਂ ਆਉਂਦੇ ਆ ਇਹ ਕਦੀ ਵੀ ਬਦਤਮੀਜ਼ੀ ਵੀ ਨਹੀਂ ਕਰਦੇ ਬੰਦਿਆਂ ਨਾਲ। ਇਹਨਾਂ ਦਾ ਦੂਜਾ ਜਿਹੜਾ ਪੱਖ ਹੈ ਗੁਰਵੀਰ, ਇੱਕ ਪੱਖ ਦੇਖੋ, ਇਸ ਵਕਤ ਬਾਰਡਰ ਤੋਂ ਅਸਲਾ ਓਨਾ ਨਹੀਂ ਆਉਂਦਾ ਜਿੰਨਾ UP ਤੇ MP ਤੋਂ ਆਉਂਦਾ ਹੈ। ਇਹ ਜਿਹੜੇ ਪੰਜਾਬ ਦੇ ਵਿੱਚ ਕੱਟੇ ਫੜੇ ਜਾਂਦੇ ਨੇ, ਹਥਿਆਰ ਫੜੇ ਜਾਂਦੇ ਨੇ, 122 ਪਿਸਟਲ ਫੜੇ ਗਏ ਸੀ ਮੱਧ ਪ੍ਰਦੇਸ਼ ਤੋਂ ਆਉਂਦੇ। ਉੱਥੇ ਕੌਣ ਬੋਲੇਗਾ? ਉੱਥੇ ਦੋਨਾਂ ਤੇ BJP ਦੀਆਂ ਸਰਕਾਰਾਂ ਨੇ। ਪਹਿਲਾਂ UP ਤੋਂ ਆਉਂਦਾ ਸੀ, ਉਹਦੀ ਕੁਆਲਿਟੀ ਘੱਟ ਸੀ, ਤੇ MP ਵਾਲੇ ਦੀ ਕੁਆਲਿਟੀ ਬਿਹਤਰ ਹੈ। ਬਿਹਾਰ ਦੇ ਜਿਹੜੇ ਜੋ ਝੁੰਗੀਆਂ ਝੋਪੜੀਆਂ 'ਚ ਕਈ ਲੋਕ ਨੇ, ਲੁਧਿਆਣਾ ਜਾਂ ਹੋਰ, ਸ਼ਰੇਆਮ ਜਿਹੜਾ ਤੁਸੀਂ ਮਰਜ਼ੀ ਪਿਸਟਲ ਲੈ ਲਓ ਉਹਨਾਂ ਤੋਂ। ਆ ਜਿਹੜੇ ਪੰਜਾਬ ਦੇ ਗੈਂਗਸਟਰਾਂ ਕੋਲ ਪਿਸਟਲ ਨੇ, ਬਹੁਤੇ ਇੱਧਰੋਂ ਵੀ ਆਉਂਦੇ ਨੇ। ਉੱਥੇ ਕੇਂਦਰ ਸਰਕਾਰ ਕਿੱਥੇ ਚੁੱਪ ਬੱਟੀ ਖੜਾ? ਸਵਾਲ ਉਸ ਤੇ ਵੀ ਹੈ। ਨਾਲੇ ਦੂਸਰੀ ਜਿਹੜੀ ਗੱਲ, ਹੁਣ ਪੰਜਾਬ ਦੀ ਗਵਰਨਮੈਂਟ ਦਾ ਤਾਂ ਉਦਾਂ ਹੀ ਬਿਲਕੁਲ ਬਾਸੀ ਹੋ ਗਈ ਆ। ਹੁਣ ਚੰਨੀ ਸਾਹਿਬ ਹੋਣੀ ਕੈਪਟਨ ਤੋਂ ਚਲ ਗਏ, ਕੈਪਟਨ ਨੂੰ ਕਹਿਣਗੇ ਤੁਸੀਂ ਮੈਨੂੰ ਕੁਝ ਦੱਸੋ। ਪਹਿਲਾਂ ਸਿੱਧੂ ਦਾ ਤੋਤਾ ਬਣ ਗਿਆ, ਹੁਣ ਸਿੱਧੂ ਦਿੱਲੀ ਤੁਰਿਆ ਫਿਰਦਾ। ਇਹਨਾਂ ਨੇ ਕੁਛ ਵੀ ਨਹੀਂ ਪੰਜਾਬ 'ਚ ਕੀਤਾ। ਹੁਣ ਸਿੱਧੂ ਦਾ ਜੇ ਏਜੰਡਾ ਸੀ ਉਹ ਚੰਨੀ ਦੇ ਨਾਲ ਸਲਾਹ ਕਰਕੇ ਉਹਨੂੰ ਕੁਛ ਮਾੜਾ ਮੋਟਾ ਲਾਗੂ ਕਰ ਹੀ ਸਕਦਾ ਸੀ, ਉਹਦੇ ਵੀ ਬਿਲਕੁਲ ਨਹੀਂ ਕੁਛ ਸੋਚਿਆ। ਸੋ ਇਸ ਕਰਕੇ ਚਲੋ ਜੇ ਹੁਣ ਸਿਕਿਉਰਿਟੀ ਫੋਰਸ ਇਹਨਾਂ ਨੇ ਲਾਈ, ਦੇਖੋ ਕੀ ਲਿਆਉਂਦੀ ਰਿਜ਼ਲਟ, ਦੇਖਣਾ ਵੀ ਚਾਹੀਦਾ। ਹੁਣ ਇਹਨਾਂ ਨੂੰ ਅਕਾਲੀਆਂ ਨੂੰ ਕੀ ਉਹਦੇ ਨਾਲ ਵਿਰੋਧ ਕਰਨ ਦੀ ਲੋੜ ਆ? ਠੀਕ ਆ ਵੀ ਤੁਹਾਡਾ ਉਹਨਾਂ ਨੇ ਕਿਹੜਾ ਕੋਈ ਕੰਮ ਰੋਕ ਦਿੱਤਾ, ਤੁਸੀਂ ਆਪਣੇ ਸੜਕਾਂ ਬਣਾਉਣੀਆਂ, ਨੌਕਰੀਆਂ ਦੇਣੀਆਂ, ਉਹਨਾਂ 'ਚ ਤਾਂ ਉਹਨਾਂ ਦੀ ਕੋਈ ਲੈਣਾ ਦੇਣਾ ਨਹੀਂ। ਅਗਲੀ ਬਾਰਡਰ ਸਿਕਿਉਰਿਟੀ ਫੋਰਸ ਆ ਜਿਹੜੀ BSF। ਸੋ ਨਾਲੇ ਇਹ ਵੀ ਤਾਂ ਆਪਣੀ ਸਿਕਿਉਰਿਟੀ ਦੇ ਵਾਸਤੇ ਨੈਸ਼ਨਲ ਕਮਾਂਡੋ ਲਈ ਬੈਠੇ ਨੇ ਬਾਦਲ ਪਰਿਵਾਰ, NSC ਦੇ ਕਮਾਂਡੋ ਸੈਂਟਰ ਦੇ ਲਈ ਨੇ, CRP ਦੇ। ਥੈਂਕ ਯੂ, ਮਿਹਰਬਾਨੀ ਗੁਰਵੀਰ ਜੀ, ਥੈਂਕ ਯੂ ਕੁਐਂਟਰੀ ਤੋਂ। ਬਿਲਕੁਲ ਉਹਦੇ 'ਚ ਇਹ ਹੈ ਕਿ ਤੁਸੀਂ ਬਾਦਲ ਪਰਿਵਾਰ ਦੇ ਗਨਮੈਨ ਵੇਖ ਲਓ, ਫਿਰ ਕਹਿਣਗੇ ਨਹੀਂ ਸਾਨੂੰ ਤਾਂ ਕਮਾਂਡੋ ਚਾਹੀਦੇ ਆ, CRP ਵਾਲੇ ਚਾਹੀਦੇ ਆ, ਪੰਜਾਬ ਵਾਲੇ ਨਹੀਂ ਚਾਹੀਦੇ। ਹਾਂ, ਸਾਹਮਣਾ ਅਖਬਾਰ ਹੈ ਹਰਵਿੰਦਰ, ਮੈਂ ਸ਼ਾਇਦ ਸਮਾਨਾ ਬੋਲ ਗਿਆ ਹੂੰ, ਗਲਤ ਬੋਲਿਆ ਹੂੰ। ਸਾਹਮਣਾ ਆ ਜਿਹੜਾ ਸ਼ਿਵ ਸੈਨਾ ਦਾ ਅਖਬਾਰ ਹੈ, ਸਾਹਮਣਾ ਹੀ ਹੈ। ਬਿਲਕੁਲ ਦਰੁਸਤ ਕਿਹਾ ਤੁਸੀਂ। ਦੁਪਿੰਦਰ ਸਿੰਘ ਕਹਿੰਦੇ ਆਸ਼ੀਰਵਾਦ ਸਾਧ ਬੰਦਿਆਂ ਤੋਂ ਲਿਆ ਜਾਂਦਾ, ਸਾਡਾ ਤੋਂ। ਜਗਦੇਵ ਸਿੰਘ ਸਿੱਧੂ ਥੈਂਕ ਯੂ, ਆਪਣੇ ਸਬਸਕ੍ਰਾਈਬਰ ਨੇ। ਮੁਕੱਦਰ ਸਿੰਘ, ਜਗਦੇਵ ਸਿੰਘ USA ਵਾਲਾ ਥੈਂਕ ਯੂ। ਮਨਜੀਤ ਇੰਦਰ ਥਿੰਨ ਸਾਹਿਬ ਥੈਂਕ ਯੂ। ਸਰਜੀਤ ਪੈਣ, ਗਜ਼ਲ ਸ਼ਰਮਾ, ਸੁਖਮਿੰਦਰ ਸਿੰਘ ਤੇ ਹਰਜੀਤ ਸਿੰਘ ਸਰਾਂ, ਅਵਤਾਰ ਸਿੰਘ ਕੁਲਾਰ, ਦਵਿੰਦਰ ਪੁਰੀ ਜੀ, ਰਵਿੰਦਰ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਬਲਾ ਸਿੰਘ ਸੰਧੂ ਸਾਹਿਬ, ਗੁਰਮੀਤ ਸੰਧੂ ਚੁੱਪ ਕੀਤੀ ਸਬਸਕ੍ਰਾਈਬਰ ਨੇ ਆਪਣੇ ਕਰਨ ਸਿੰਘ। ਤੇ ਇਸ ਦੇ ਨਾਲ ਆਪਣਾ ਫੇਸਬੁੱਕ ਤੇ ਵੀ ਕਈ ਸੱਜਣਾਂ ਨੇ ਹਾਜ਼ਰੀ ਲਵਾਈ ਹੈ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ 5 ਸਾਲ ਦੇ ਕੰਮ ਕਰਦੇ ਤਜਰਬੇ ਯਾਫਤਾ ਸਾਤਰ ਸਿੰਘ ਗਿੱਲ CPA, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ।
कोई डील ਜਿਹੜੀ ਆਪਣਾ ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਗ੍ਰੀਨ ਕਾਰਡ ਹੈ, ਵਰਕ ਪਰਮਿਟ ਹੈ, ਸਪਾਊਸ ਕੀ ਸਪਲਾਈ ਕਰਨਾ, ਤਾਂ ਇਹ ਸੇਵਾਵਾਂ ਵੀ ਤੁਸੀਂ ਤਰਸੇਮ ਸਿੰਘ LCP ਤੋਂ ਲੈ ਸਕਦੇ ਹੋ। ਅਮਰੀਕਾ ਦੇ ਪੜ੍ਹੇ ਲਿਖੇ ਨੇ, ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਇਸ ਦੌਰਾਨ ਸਾਡਾ ਜ਼ਿਕਰ ਕਰਨ ਤੇ ਹੋਰ ਰਾਹਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸੋਤੇ ਨੇ ਬਾਈ ਹਰਬੰਸ ਸਿੰਘ ਗਿੱਲ ਛੰਨਾ ਵਾਲੇ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ LCP। ਸੋ ਸਾਡਾ ਜ਼ਿਕਰ ਕਰੋ ਆਪਣਾ ਤੇ ਹੋਰ ਰਾਹਤ ਮਿਲੇਗੀ। ਨੰਬਰ ਹੈ ਤਰਸੇਮ ਸਿੰਘ LCP ਦਾ 484 764 9861 484764 9861। ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ 8:30 ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ, ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਆ। ਸੋ ਸੁਰਿੰਦਰ ਬਾਈ ਜੀ ਘਰੇ ਪਹੁੰਚ ਗਏ ਨੇ। ਸੋ ਬਾਕੀ ਹੌਲੀ ਹੌਲੀ ਦਰੁਸਤ ਹੋਣਗੇ, ਫਿਰ ਮੁਲਾਕਾਤ ਹੋਇਆ ਕਰੇਗੀ ਤੁਹਾਡੇ ਨਾਲ। ਆਪ ਸਭ ਦਾ ਧੰਨਵਾਦ ਤੇ ਪ੍ਰੋਗਰਾਮਾਂ ਨੂੰ ਤੁਸੀਂ ਸੁਣਦੇ ਹੋ, ਅੱਗੇ ਸ਼ੇਅਰ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਹਰਜੀਤ ਸਿੰਘ ਢੀਂਡਸਾ, ਹਾਂਜੀ ਰਿਪਲਾਈ ਆ ਗਈ ਹੈ ਬਾਈ ਸੁਰਿੰਦਰ ਹੋਰਾਂ ਦੀ, ਜਿਨ੍ਹਾਂ ਸੱਜਣਾਂ ਨੂੰ ਜਵਾਬ ਨਹੀਂ ਦੇ ਸਕੇ ਉਹਨਾਂ ਨੂੰ ਮਾਫੀ, ਧੰਨਵਾਦ ਉਹਨਾਂ ਦਾ ਵੀ। ਦੁਆਵਾਂ ਜਿਨ੍ਹਾਂ ਨੇ ਕੀਤੀਆਂ ਦੁੱਖ ਦੀ ਘੜੀ ਦੇ ਵਿੱਚ, ਰਾਮਬਾਵਾ ਮਾਣੂਕੇ, ਬਲਵੰਤ ਸਿੰਘ ਢੱਲੋਂ, ਵਿੱਕੀ ਖੰਗੂਰਾ, ਹੈਰੀ ਪਟਿਆਲੇ ਤੋਂ ਥੈਂਕ ਯੂ, ਮਨਦੀਪ ਸਿੰਘ ਜੱਸੀ, ਸਰਜੀਤ ਬਰਾੜ ਸਾਹਿਬ, ਧਰਮ ਸਿੰਘ ਗੰਡੇ, ਸਰਦਾਰ ਹਰਵਿੰਦਰ ਧਾਲੀਵਾਲ ਜੀ, ਬਾਈ ਬਲਵਿੰਦਰ ਸਿੰਘ ਮੈਦਪੁਰੀ, ਹਰਵਿੰਦਰ ਸਿੰਘ ਬਰਾੜ ਗੋਲਡੀ ਬਟਾਰੀ ਤੋਂ, ਜਸਵੀਰ, ਦਲਵੀਰ ਸਿੰਘ ਰੰਧਾਵਾ, ਜੋਰਾ ਸਿੰਘ ਸਿੱਧੂ, ਚਰਨਜੀਤ ਸ਼ੈਲੀ, ਬਲਵੰਤ ਸਿੰਘ ਢੱਲੋਂ, ਅਡਾਨੀਆਂ ਦਾ ਜ਼ਿਕਰ ਕਰਦੇ ਨੇ, ਇਕਬਾਲ ਸਿੰਘ ਟਵਾਣਾ, ਭੈਣ ਹਰਵਿੰਦਰ ਜੌਲ, ਪਰਮ ਸਿੰਘ, ਯਾਦਵਿੰਦਰ ਸਿੰਘ ਲਹਿਲ। ਸੋ ਇਸੇ ਤਰ੍ਹਾਂ ਆਪਣੇ ਬਾਈ ਪਰਮਿੰਦਰ ਲਹਿਲ ਨੇ, ਥੋੜੇ ਬਿਮਾਰ ਨੇ, ਸੋ ਉਹਨਾਂ ਦੀ ਸਿਹਤ ਜਾਬੀ ਦੇ ਵਾਸਤੇ ਵੀ ਦੁਆਵਾਂ ਕਰੀਏ, ਜਲਦ ਦਰੁਸਤ ਹੋਣ। ਕੈਨੇਡਾ ਤੋਂ ਬਾਈ ਪਰਮਿੰਦਰ ਸਿੰਘ ਲਹਿਲ ਬਾਈ ਜੀ ਜਲਦ ਦਰੁਸਤ ਹੋਣ, ਗੰਭੀਰ ਬਿਮਾਰੀ ਨਾਲ 2-4 ਹੋ ਰਹੇ ਨੇ। ਯਾਦਵਿੰਦਰ ਸਿੰਘ ਥੈਂਕ ਯੂ ਤੇ ਮਨਦੀਪ ਸਿੰਘ ਚਾਲ, ਲਾਲੀ ਟੋੜਾ UP ਚ ਨੇ ਅੱਜ ਕੱਲ, ਗੁੱਡ ਇਵਨਿੰਗ ਜੀ। ਹਰਵਿੰਦਰ ਸਿੰਘ ਕਹਿੰਦੇ ਜੀ ਪ੍ਰਗਟ ਸਿੰਘ ਕੋਲ ਕਈ ਕੁਝ ਪ੍ਰਗਟ ਹੋ ਰਿਹਾ ਜੀ, ਪਰ ਉਹਨਾਂ ਨੇ ਅੱਜ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕੀਤੀ ਹੈ। ਖੇਡ ਮੰਤਰਾਲੇ ਦੀ ਤਾਂ ਕਾਰਗੁਜ਼ਾਰੀ ਕੋਈ ਵਜੇ ਉਹਨਾਂ ਨੇ ਬਹੁਤੀ ਨਹੀਂ ਦਿਖਾਈ। CM ਚੰਨੀ ਕੈਪਟਨ ਨਾਲ ਮੁਲਾਕਾਤਾਂ ਕਰ ਰਹੇ ਨੇ ਜੀ। ਮਨਦੀਪ ਸਿੰਘ ਚਹਿਲ ਕਹਿੰਦੇ ਨੇ ਗੁਰਮੀਤ ਭੁੱਲਰ ਤੇ ਰਜਿੰਦਰ ਸਿੰਘ ਧਾਲੀਵਾਲ ਦਾ ਤਾਜ਼ਾ ਕਮੈਂਟ ਆਇਆ, ਚੌਂਦਾ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਜਿਹੜਾ ਲਾਈਵ ਪ੍ਰੋਗਰਾਮ ਹੈ ਉਹ ਆਪਾਂ ਪ੍ਰਾਈਵੇਟ ਕਰ ਦਈਦਾ ਥੋੜੀ ਦੇਰ ਬਾਅਦ। ਸੋ ਬੇਨਤੀ ਹੈ ਜਿਹੜੇ ਅਧਵਾਟੇ ਸੁਣ ਰਹੇ ਹੋ ਨਾਲ ਦੀ ਨਾਲ ਐਡਿਟ ਕਰਕੇ ਵਧੀਆ ਸਿਸਟਮ ਦੇ ਵਿੱਚ ਆਪਾਂ ਟਾਈਟਲ ਬਣਾ ਕੇ ਪਾਈਦਾ, ਜਿੱਥੇ ਪੰਜਾਬੀ ਚ ਟਾਈਟਲ ਤੇ ਅੰਕ ਲਿਖਿਆ ਹੁੰਦਾ, ਜਿਵੇਂ 511 ਇਵਨਿੰਗ ਹੋਏਗਾ ਜਾਂ ਮਾਰਨਿੰਗ ਦਾ ਸਾਈਨ ਹੁੰਦਾ। ਸੋ ਉਹ ਸੁਣਿਆ ਕਰੋ ਤੇ ਵੱਧ ਤੋਂ ਵੱਧ ਅੱਗੇ ਦੋਸਤਾਂ ਕੋਲ ਸ਼ੇਅਰ ਕਰਿਆ ਕਰੋ। ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤੇ ਤੁਸੀਂ ਫਿਰ ਸਬਸਕ੍ਰਿਪਸ਼ਨ ਲੈ ਸਕਦੇ ਹੋ $20 ਮੰਥਲੀ, ਆਪਣੀ ਇੱਛਾ ਮੁਤਾਬਕ ਵੱਧ ਘੱਟ ਵੀ ਕਰ ਸਕਦੇ ਹੋ। ਕੁਲਜੀਤ ਬਾਈ ਜੀ ਹਾਂਗਕਾਂਗ ਤੋਂ ਤਖਾਨਬਾਦ ਵਾਲੇ ਆਪਾਂ ਨੂੰ ਸਪੋਰਟ ਕਰਦੇ ਨੇ, ਧੰਨਵਾਦ ਉਹਨਾਂ ਦਾ ਵੀ। ਤੇ ਹੋਰ ਬਹੁਤ ਸਾਰੇ ਸਬਸਕ੍ਰਾਈਬਰ ਸਵੇਰੇ ਜ਼ਿਕਰ ਕਰਾਂਗੇ। ਇਸ ਸਤੰਬਰ ਮਹੀਨੇ ਦੇ ਸਬਸਕ੍ਰਾਈਬਰ ਦਾ ਅੱਜ ਵੀ ਜ਼ਿਕਰ ਕੀਤਾ ਸੀ। ਤੇ ਕੁਝ ਸੱਜਣਾ ਨੇ ਜਿਵੇਂ ਇੰਦਰਪ੍ਰੀਤ ਟਵਾਣਾ ਬਾਈ ਜੀ ਹੈ, ਮਨਜੀਤ ਚਾਲ ਨੇ ਖੰਨੇ ਤੋਂ, ਉਹਨਾਂ ਨੇ ਪਹਿਲਾਂ ਕੀਤੇ ਸੀ। ਸੋ ਉਹਨਾਂ ਵੀ ਸਭ ਸੱਜਣਾ ਦਾ ਧੰਨਵਾਦ। ਤੇ ਇਸ ਦੇ ਨਾਲ ਹੀ ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।